ਅੱਜ ਗੱਲ ਕਰਾਂਗੇ ਮੋਰਗੇजेस ਦੇ ਬਾਰੇ। ਮੋਰਗੇਜਾਂ ਦੇ ਜਿਹੜੇ ਬੇਸਿਕ ਕੁਐਸਚਨ ਹੁੰਦੇ ਨੇ ਕਿ ਜਦੋਂ ਫਰਸਟ ਟਾਈਮ ਹੋਮ ਬਾਇਰ ਨੇ ਮੋਰਗੇਜ ਲੈਣੀ ਹੈ ਜਾਂ ਕਿਸੇ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਲਈ ਮੋਰਗੇਜ ਲੈਣੀ ਹੈ, ਇੰਪਲੋਇਡ ਹੋ, ਸੈਲਫ ਇੰਪਲੋਇਡ ਹੋ, ਡਾਊਨ ਪੇਮੈਂਟ ਕਿੰਨੀ ਚਾਹੀਦੀ ਹੈ, ਕੀ ਗਿਫਟ ਐਜ਼ ਅ ਡਾਊਨ ਪੇਮੈਂਟ ਯੂਜ਼ ਕਰ ਸਕਦੇ ਹਾਂ, ਅਤੇ ਹੋਰ ਜਿਹੜੀਆਂ ਬੇਸਿਕ ਗੱਲਾਂ ਨੇ ਮੋਰਗੇजेस ਦੇ ਬਾਰੇ ਜਦੋਂ ਆਪਾਂ ਘਰ ਲੈਣ ਵਾਲੇ ਮੋਰਗੇਜ ਲੈਣੀ ਹੋਵੇ ਉਹਦੇ ਬਾਰੇ ਡਿਟੇਲ ਦੇ ਵਿੱਚ ਗੱਲ ਕਰਾਂਗੇ। ਸਾਡੇ ਨਾਲ ਨੇ ਬਲਜ਼ੋਰ ਜਿਹੜੇ ਕਿ BC ਦੇ ਵਿੱਚ ਇੱਕ ਮੋਰਗੇਜ ਬ੍ਰੋਕਰ ਹੈਗੇ ਨੇ, ਅਤੇ ਇਸ ਬਾਰੇ ਡਿਟੇਲ ਦੇ ਵਿੱਚ ਉਹਨਾਂ ਕੋਲ ਅਸੀਂ ਕੁਐਸਚਨ ਪੁੱਛਾਂਗੇ। ਸੋ ਲੈਟਸ ਗੈਟ ਇਨਟੂ ਇਟ। ਪਰ ਜੇਕਰ ਤੁਸੀਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਮੇਕ ਸ਼ੋਰ ਟੂ ਸਬਸਕ੍ਰਾਈਬ ਦਾ ਚੈਨਲ ਐਂਡ ਹਿੱਟ ਦੀ ਬੈਲ ਆਈਕਨ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਆਏ ਉਹ ਤੁਹਾਡੇ ਤੱਕ ਪਹੁੰਚ ਸਕੇ। ਅਤੇ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਜਿਹੜੀਆਂ ਇਹ ਬੇਸਿਕ ਜਿਹੜੇ ਉਹਨਾਂ ਦੇ ਕੁਐਸਚਨਸ ਨੇ ਆਨਸਰ ਇਹ ਪਹੁੰਚ ਸਕਣ। ਸੋ ਪਲੀਜ਼ ਸਬਸਕ੍ਰਾਈਬ, ਹਿੱਟ ਦਾ ਬੈਲ ਆਈਕਨ, ਲਾਈਕ ਐਂਡ ਸ਼ੇਅਰ, ਐਂਡ ਲੈਟਸ ਗੈਟ ਇਨਟੂ ਦਾ ਵੀਡੀਓ ਨਾਓ। ਬਲਜੋਰ ਭਾਜੀ, ਪਹਿਲਾਂ ਆਪਾਂ ਗੱਲ ਕਰੀਏ ਸਭ ਤੋਂ ਵੀ ਜਿਹੜੀ ਡਾਊਨ ਪੇਮੈਂਟ ਹੈ ਖਾਸ ਕਰਕੇ ਫਰਸਟ ਟਾਈਮ ਹੋਮ ਬਾਇਰਸ ਲਈ, ਉਹ ਮੋਸਟਲੀ ਆਪਾਂ ਨੂੰ ਸੁਣਨ ਨੂੰ ਮਿਲਦਾ ਕਿ 5% ਤੱਕ ਜਿਹੜਾ ਸਰ ਜਾਂਦਾ। ਸੋ ਉਹ ਥੋੜ੍ਹਾ ਜਿਹਾ ਐਕਸਪਲੇਨ ਕਰੋ ਵੀ 5% ਡਾਊਨ ਪੇਮੈਂਟ ਕੀ ਹੈ ਐਂਡ ਹਾਊ ਡਜ਼ ਇਟ ਵਰਕ। ਡਾਊਨ ਪੇਮੈਂਟ ਮੈਂ ਪਹਿਲਾਂ ਤਾਂ ਕਨਸੈਪਟ ਥੋੜ੍ਹਾ ਜਿਹਾ ਡੀਪਲੀ ਲੈ ਜਾਣਾ ਇਹਨੂੰ ਥੋੜ੍ਹਾ ਜਿਹਾ ਕਿ ਥੋੜ੍ਹਾ ਈਜ਼ੀ ਵੀ ਹੋ ਜਾਏ, ਕਿਉਂਕਿ ਆਮ ਕਰਕੇ ਸਾਰਿਆਂ ਨੂੰ ਕਨਫਿਊਜ਼ਨ ਰਹਿੰਦੀ ਆ, ਵਰਡ ਸੁਣ ਲੈਂਦੇ ਆ ਜੀ 5% ਹੀ ਦੇਣਾ ਜੀ, ਅਸੀਂ 5% ਨਾਲ ਹੀ ਵਰਕ ਕਰਨਾ, ਕਿੱਦਾਂ ਕਰਨਾ, ਕਿਉਂ ਕਰਨਾ, ਅਸੀਂ ਫਸਟ ਟਾਈਮ ਬਾਇਰ ਹਾਂ ਹੀ ਨਹੀਂ, ਅਸੀਂ ਸੈਕਿੰਡ ਟਾਈਮ ਬਾਇਰ ਹਾਂ, ਅਸੀਂ ਵੀ 5% ਦੇ ਸਕਦੇ। ਸੋ ਆਲਵੇਜ਼ ਇੱਦਾਂ ਦੇ ਕੁਐਸਚਨ ਆਉਂਦੇ ਆ ਐਂਡ ਦੈਨ ਕਾਮਨ ਵੀ ਆ। ਥੋੜ੍ਹਾ ਜਿਹੀ ਮਿਸਕਨਸੈਪਸ਼ਨ ਇਹਦੇ 'ਚ ਇਹੀ ਹੈਗੀ ਆ ਕਿ 5% ਜਿਹੜਾ ਆ ਦੈਟਸ ਅ ਮਿਨੀਮਮ ਡਾਊਨ ਪੇਮੈਂਟ ਰਿਕੁਆਇਰਮੈਂਟ ਟੂ ਬਿਗਿਨ ਵਿਥ। ਸੋ ਜਿਹੜੀ ਸਟਾਰਟਅਪ ਪੁਆਇੰਟ ਆ ਕਿ ਤੁਸੀਂ ਕੋਈ $500,000 ਤੱਕ ਚੀਜ਼ ਲੈ ਰਹੇ ਆ, ਅਪ ਟੂ $500,000, ਉਹਦੀ 5% ਮਿਨੀਮਮ ਡਾਊਨ ਪੇਮੈਂਟ। ਪਰ ਉਹਦੇ ਮਗਰ ਇਹ ਕੰਡੀਸ਼ਨ ਜ਼ਰੂਰ ਆ ਕਿ ਤੁਹਾਡੀ ਉਹਦੇ ਨਾਲ ਇਨਕਮ ਵੀ ਉਨੀ ਕੁਆਲੀਫਾਈ ਹੋਣੀ ਚਾਹੀਦੀ ਹੈ। ਸੋ ਇਹ ਮਤਲਬ ਨਹੀਂ ਕਿ ਤੁਸੀਂ ਸਿਰਫ ਫਸਟ ਟਾਈਮ ਬਾਇਰ ਆ ਅਤੇ ਤੁਸੀਂ ਕਹੋ ਜੀ ਮੇਰੇ ਕੋਲ 5% ਹੈਗਾ ਅਤੇ ਮੈਂ 5% ਦੇ ਨਾਲ ਹੀ ਜਾ ਕੇ ਆਪਣਾ ਇਹ ਅਪਰੂਵਲ ਲੈ ਲੈਣੀ $500,000 ਦੀ ਪਰਚੇਜ਼ ਦੀ। ਪਰ ਨਹੀਂ, ਉਹਦੇ ਲਈ ਤੁਹਾਡੀ ਉਨੀ ਇਨਕਮ ਵੀ ਹੋਣੀ ਚਾਹੀਦੀ ਹੈ, ਫਿਰ ਤੁਹਾਡੀਆਂ ਲਾਇਬਿਲਿਟੀਜ਼ ਕਿੰਨੀਆਂ, ਸੋ ਸਾਰਾ ਕੁਛ ਕੰਬਾਈਨਡ ਆਉਂਦਾ। ਸੋ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ 0% ਦੇ ਨਾਲ ਨਹੀਂ ਲੈ ਸਕਦੇ। ਸੋ ਮਿਨੀਮਮ ਜਿਹੜੀ ਆ ਉਹ 5% ਆ, ਉਸ ਤੋਂ ਫਿਰ ਅਪ ਜਾਂਦੀ ਹੈ, ਡਿਪੈਂਡ ਤੁਹਾਡੀ ਜਿਹੜੀ ਇਨਕਮ ਕਿੰਨੀ ਆ। ਸੋ ਨਾਓ 5% ਸਿਰਫ ਅਪ ਟੂ $500,000 ਆ। ਓਕੇ, ਜਦੋਂ ਆਪਾਂ ਗੱਲ ਕਰਦੇ ਹਾਂ ਸਮਥਿੰਗ ਕਿ 700,000 ਦੀ ਪਰਚੇਜ਼ ਆ ਜਾਂ 800,000 ਦੀ ਪਰਚੇਜ਼ ਆ, ਸੋ ਮਿਨੀਮਮ ਡਾਊਨ ਪੇਮੈਂਟ ਦਾ ਜਿਹੜਾ ਉਹ ਕੈਪ ਹੋ ਜਾਂਦੇ ਆ ਅਪ ਟੂ $500,000, ਉਹ 5% ਆ। ਜਦੋਂ ਅਸੀਂ $500,000 ਤੋਂ ਮਿਲੀਅਨ ਤੱਕ ਚਲੇ ਜਾਂਦੇ ਹਾਂ ਦੈਨ ਇਟਸ 10%। ਸੋ ਬੇਸਿਕ 10% ਮੀਨਿੰਗ ਜਿਹੜਾ 600 ਤੋਂ ਲੈ ਕੇ ਜੋ ਵੀ ਡਿਫਰੈਂਸ ਆ ਗਿਆ ਅੱਗੇ ਤੱਕ 800 ਦਾ ਜੇ 300 ਹੋ ਗਿਆ ਜਾਂ 400,000 ਆ, ਉਹ 10% ਆ। ਸੋ ਜਦੋਂ ਅਸੀਂ ਇਨਕਮ ਮਿਨੀਮਮ ਡਾਊਨ ਪੇਮੈਂਟ ਉੱਥੇ ਕੈਲਕੂਲੇਟ ਕਰਾਂਗੇ, ਫਿਰ ਬੇਸ ਇਹ ਹੋਊਗੀ ਕਿ ਅਪ ਟੂ $500,000 5% ਆ, 600 ਤੋਂ ਲੈ ਕੇ ਜਿਹੜਾ ਡਿਫਰੈਂਸ ਹੈਗਾ ਬਾਕੀ ਉਹਦੀ 10% ਆ। ਬਟ ਦੈਟ ਬੀਨ ਸੈਡ, ਸੇਮ ਥਿੰਗ ਅਗੈਨ ਕਿ ਉਹਦੇ ਵਾਸਤੇ ਤੁਹਾਡੀ ਇਨਕਮ ਵੀ ਓਨੀ ਹੀ ਹੋਣੀ ਚਾਹੀਦੀ ਹੈ ਕਿ ਤਾਂ ਕਿ ਤੁਸੀਂ ਸਿਰਫ ਉਹ ਮਿਨੀਮਮ ਡਾਊਨ ਪੇਮੈਂਟ ਨਾਲ ਕੁਆਲੀਫਾਈ ਕਰ ਜਾਓ। ਸੋ ਜੇ ਤੁਹਾਡੀ ਇਨਕਮ ਲੋ ਆ ਤਾਂ ਚਾਂਸਿਸ ਹੋ ਸਕਦੇ ਤੁਸੀਂ 20% 'ਤੇ ਕੁਆਲੀਫਾਈ ਕਰੋ, 18% 'ਤੇ ਕੁਆਲੀਫਾਈ ਕਰੋ, ਜਾਂ ਹੋ ਸਕਦਾ 30% 'ਤੇ ਨਾ ਕਰਦੇ ਹੋਵੋ, ਫਿਰ ਹੋ ਸਕਦਾ ਤੁਹਾਨੂੰ ਪ੍ਰੋਪਰਟੀ ਆਪਣੀ ਬਜਟ ਦੇ ਅੰਡਰ ਲੈਣੀ ਪਵੇ। ਸੋ ਇਸ ਕਰਕੇ ਜਿਹੜਾ 5% ਦਾ ਕਨਸੈਪਟ ਆ ਉਹਦੇ ਲਈ ਕਈ ਵਾਰੀ ਕਲਾਇੰਟ ਸਾਡੇ ਨਾਲ ਅਫੈਂਡਡ ਵੀ ਹੋ ਜਾਂਦੇ ਆ ਕਿ ਮੈਂ ਤਾਂ ਫਸਟ ਟਾਈਮ ਬਾਇਰ ਆ, ਇੱਦਾਂ ਕਿੱਦਾਂ ਹੋ ਗਿਆ, ਤੁਸੀਂ ਕਹਿੰਦੇ ਆ 5%, ਅਸੀਂ ਤਾਂ ਸੁਣਦੇ ਆ ਬੈਂਕਾਂ ਤੋਂ 5% ਕਿਉਂ ਨਹੀਂ ਹੋ ਰਿਹਾ। ਪਰ ਉਹ ਐਕਚੁਅਲ ਦੇ ਵਿੱਚ ਉਹਦਾ ਰੀਜ਼ਨ ਇਹ ਹੈ ਕਿ ਦੈਟ ਇਜ਼ ਜਸਟ ਅ ਮਿਨੀਮਮ ਡਾਊਨ ਪੇਮੈਂਟ ਰਿਕੁਆਇਰਮੈਂਟ ਆ। ਉਹ ਕੋਈ ਇਹ ਨਹੀਂ ਹੈ ਕਿਉਂਕਿ ਕੋਈ ਇਨਸੈਂਟਿਵ ਨਹੀਂ ਮਿਲਿਆ ਹੋਇਆ ਕਿ 5% ਨਾਲ ਸਾਰਿਆਂ ਨੂੰ ਅਪਰੂਵਲਾਂ ਮਿਲ ਰਹੀਆਂ। ਸੋ ਘੱਟੋ ਘੱਟ 5% ਚਾਹੀਦੀ ਹੈ 5 ਲੱਖ ਤੱਕ। ਹਾਂਜੀ ਹਾਂਜੀ। ਪਰ ਜੇ ਤੁਹਾਡੀ ਇਨਕਮ ਘੱਟ ਹੈ ਜਾਂ ਕੋਈ ਹੋਰ ਕਾਰਨ ਹੈ ਤਾਂ ਵੱਧ ਵੀ ਰਿਕੁਆਇਰ ਕੀਤੀ ਜਾ ਸਕਦੀ ਹੈ ਲੈਂਡਰ ਦੇ ਵੱਲੋਂ। ਬਿਲਕੁਲ, ਹਾਂਜੀ। ਓਕੇ, ਦੈਟਸ ਗੁੱਡ ਟੂ ਨੋ। ਅਤੇ ਜੇ ਮਿਲੀਅਨ ਤੋਂ ਉੱਪਰ ਹੋ ਗਈ ਫਿਰ 20%। ਫਿਰ 20%, ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਚਾਹੇ ਡਜ਼ਨਟ ਮੈਟਰ, 20% ਤੁਹਾਨੂੰ ਹੈਵ ਟੂ ਦੇਣਾ ਪੈਣਾ। ਦੈਨ ਇਟਸ 20%। ਹਾਂਜੀ, ਓਕੇ, ਬਿਲਕੁਲ 20% ਹੈ। ਪਰਫੈਕਟ। ਅਤੇ ਜੇ ਇਨਵੈਸਟਮੈਂਟ ਪ੍ਰੋਪਰਟੀ ਦੀ ਗੱਲ ਕਰੀਏ ਤਾਂ ਹਾਂਜੀ, ਅਤੇ ਉਹਦੇ 'ਚ ਵੀ 5% ਸੇਮ ਕ੍ਰਾਈਟੇਰੀਆ ਜਾਂ ਉਹਦਾ ਕੁਛ ਡਿਫਰੈਂਟ ਹੈ? ਨਹੀਂ, ਜਦੋਂ ਅਸੀਂ ਗੱਲ ਕਰਦੇ ਹਾਂ ਇਨਵੈਸਟਮੈਂਟ ਪ੍ਰੋਪਰਟੀ ਜਾਂ ਅਦਰ ਵਰਡਸ 'ਚ ਕਹਿ ਦਈਏ ਰੈਂਟਲ ਪ੍ਰੋਪਰਟੀ, ਚਾਹੇ ਉਹ ਤੁਸੀਂ 2 ਪਾਰਟਨਰਾਂ ਦੇ ਨਾਲ ਰਲ ਕੇ ਲੈ ਰਹੇ ਆ, ਚਾਹੇ ਤੁਸੀਂ ਇਕੱਲੇ ਲੈ ਰਹੇ ਆ, ਫੈਮਿਲੀ ਦੇ ਵਿਦਿਨ ਪਰਸਨ ਰਲ ਕੇ ਰਹਿ ਰਹੇ ਆ, ਉਹਦੀ ਮਿਨੀਮਮ ਡਾਊਨ ਪੇਮੈਂਟ ਰਿਕੁਆਇਰਮੈਂਟ 20% ਹੀ ਆ। ਓਕੇ, ਸੋ ਉਹ 20% ਵੀ ਮੋਸਟ ਆਫ ਜਿਹੜੇ ਲੈਂਡਰਸ ਹੈਗੇ ਆ ਉਹ ਰਿਕੁਆਇਰ ਕਰਦੇ ਕਿ ਤੁਹਾਡਾ ਆਪਣਾ ਹੋਣਾ ਚਾਹੀਦਾ ਹੈ, ਉਹਦੇ 'ਚ ਕੋਈ ਗਿਫਟ ਮਨੀ ਨਹੀਂ ਹੋਣੀ ਚਾਹੀਦੀ। ਜਿਹੜੇ ਫੰਡਸ ਵੀ ਹੈਗੇ ਆ ਅਗੇਨ ਡਿਪੈਂਡ ਔਨ ਡਿਫਰੈਂਟ ਲੈਂਡਰਸ ਆ, ਇਟ ਕੈਨ ਸਟਾਰਟ ਐਨੀਵੇਅਰ 30 ਡੇਜ਼, 60 ਡੇਜ਼, 90 ਡੇਜ਼ ਪੁਰਾਣੇ ਹੋਣੇ ਚਾਹੀਦੇ ਆ ਤੁਹਾਡੀ ਆਪਣੀ ਸੇਵਿੰਗ ਦੇ ਵਿੱਚ। ਕਿ ਇਹ ਨਹੀਂ ਕਿ ਕੋਈ ਵੱਡਾ ਡਿਪੋਜ਼ਿਟ ਐਨੀਥਿੰਗ 5,000-6,000 10,000 ਦਾ ਹਾਲੇ ਕੱਲ੍ਹ ਹੀ ਆਇਆ ਔਰ ਤੁਸੀਂ ਕਹਿ ਰਹੇ ਸਾਡੇ ਕੋਲ 20% ਹੈਗਾ ਆ, ਬਟ ਉਹ ਲੈਂਡਰ ਰਿਜੈਕਟ ਕਰੂਗਾ ਜਾਂ ਉਹਦੇ ਲਈ ਸੋਲਿਡ ਤੁਹਾਨੂੰ ਕਨਫਰਮੇਸ਼ਨ ਚਾਹੀਦੀ ਹੈ ਕਿ ਉਹ
ਤੁਹਾਡੀ ਕੋਈ ਪੇ ਅਰਨਿੰਗ ਸੀਗੀ ਜਾਂ ਤੁਹਾਨੂੰ ਕੋਈ ਬੈਨੀਫਿਟ ਮਿਲਿਆ ਸੀਗਾ ਇਨ ਦ ਪਾਸਟ ਜਿਹਦਾ ਪੇ ਹੁਣ ਹੋਇਆ ਆ, ਉਹ 'ਚ ਇਹ ਨਹੀਂ ਹੋ ਸਕਦਾ ਕਿ ਮੈਂ ਆਪਣੀ ਫੈਮਿਲੀ ਤੋਂ ਇਹ ਗਿਫਟ ਲਾਇਆ ਤਾਂ ਇਸ ਕਰਕੇ ਮੈਂ 20% ਪੂਰਾ ਕਰਤਾ। ਸੋ ਉਹਦੇ ਅੰਡਰ ਵੀ ਫਿਰ ਅੱਗੇ ਕੰਡੀਸ਼ਨਸ ਆ ਜਾਂਦੀਆਂ। ਸੋ ਉਹਦੇ ਲਈ ਬੈਸਟ ਰਹਿੰਦਾ, ਇਸੇ ਕਰਕੇ ਅਸੀਂ ਆਲਵੇਜ਼ ਰਿਕੁਐਸਟ ਵੀ ਕਰਦੇ ਹਾਂ ਜਾਂ ਮੈਸੇजेस ਵੀ ਪਾਸ ਕਰਦੇ ਹਾਂ ਕਿ ਪਹਿਲਾਂ ਜ਼ਰੂਰ ਡਿਸਕਸ ਕਰੋ ਪ੍ਰਾਪਰਟੀ ਦੇ ਆਫਰ ਪਾਉਣ ਤੋਂ ਪਹਿਲਾਂ, ਕਿਉਂਕਿ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਕਿ ਲਾਸਟ ਮਿੰਟ ਫਿਰ ਇਹਨੂੰ ਅਸੀਂ ਸਰਪ੍ਰਾਈਜ਼ਸ ਹੀ ਕਹਿੰਦੇ ਹੁੰਦੇ ਹਾਂ। ਸਾਡੇ ਲਈ ਤਾਂ ਹੈਗਾ ਰੀਅਲਟਰਸ ਵਾਸਤੇ ਵੀ ਹੋ ਜਾਂਦਾ ਆ ਐਂਡ ਫਿਰ ਕਲਾਇੰਟ ਵਾਸਤੇ ਖੁਦ ਵੀ ਹੋ ਜਾਂਦਾ, ਬਿਕਾਜ਼ ਉਹਨੂੰ ਤਾਂ ਅਵੇਅਰਨੈਸ ਇਹ ਸੀ ਕਿ ਮੇਰੇ ਕੋਲ ਤਾਂ 20% ਹੈਗਾ। ਬਟ ਨਾਓ ਹੁਣ ਕਲੋਜ਼ਿੰਗ ਦੇ ਅਕੋਰਡਿੰਗਲੀ ਔਰ ਲੈਂਡਰਸ ਦੀਆਂ ਗਾਈਡਲਾਈਨਸ ਦੇ ਅਕੋਰਡਿੰਗਲੀ ਉਹ ਕਲੋਜ਼ ਨਹੀਂ ਹੋਣੀ, ਕਿਉਂਕਿ ਉਹਨਾਂ ਦਾ ਜਿਹੜਾ ਉਹ 'ਚ ਕੋਈ ਗਿਫਟ ਆ ਗਿਆ ਜਾਂ ਕੋਈ ਵੱਡਾ ਪੋਰਸ਼ਨ ਜਿਹੜਾ ਉਹਨਾਂ ਨੇ ਕਿਤੇ ਟ੍ਰਾਂਸਫਰ ਕਰਵਾ ਲਿਆ ਕਿ ਲੋਡ ਸੀ 20% ਦੀ, ਸੋ ਹੁਣ ਉਹ ਸਟਕ ਹੋ ਗਿਆ। ਸੋ ਓਕੇ ਬਜ਼ੁਰਗ ਭਾਜੀ, ਗਿਫਟ ਦੀ ਗੱਲ ਕੀਤੀ ਤੁਸੀਂ, ਹੁਣੇ ਮੈਂਸ਼ਨ ਕੀਤਾ ਵੀ ਜਿਹੜੀ ਗਿਫਟ ਮਨੀ ਆ ਉਹ ਕਿੱਦਾਂ ਕੰਮ ਕਰਦੀ ਹੈ, ਮਤਲਬ ਕਿੱਥੋਂ ਮਨੀ ਆਪਾਂ ਲੈ ਸਕਦੇ ਹਾਂ, ਕਿੰਨੀ ਕੁ ਅਲਾਉਡ ਹੈਗੀ ਆ, ਤੇ ਐਗਜ਼ੈਕਟਲੀ ਇਹਦੇ ਬਾਰੇ ਥੋੜਾ ਜਿਹਾ ਐਲੈਬੋਰੇਟ ਕਰੋ, ਹਾਊ ਡਜ਼ ਇਟ ਵਰਕ? ਸੋ ਗਿਫਟ ਮਨੀ ਵਰਡ ਜਿੱਦਾਂ ਆਪਣੇ ਆਪ 'ਚ ਹੀ ਸਾਰਾ ਦੱਸੀ ਜਾ ਰਿਹਾ ਕਿ ਉਹ ਮਨੀ ਹੈ ਜਿਹੜੀ ਤੁਸੀਂ ਕਿਸੇ ਤੋਂ ਬੋਰੋ ਨਹੀਂ ਕਰ ਰਹੇ ਜੀ, ਇੱਕ ਹੈਲਪ ਦੇ ਤੌਰ ਤੇ ਕਹਿ ਲਓ ਜਾਂ ਇੱਕ ਸੋਰਸ ਦੇ ਤੌਰ ਤੇ ਤੁਸੀਂ ਆਪਣੀ ਫੈਮਿਲੀ, ਇੰਡੀਵਿਜੂਅਲ ਫੈਮਿਲੀ ਤੋਂ ਲੈ ਰਹੇ ਆ। ਔਰ ਬੈਂਕਸ ਦੀ ਵੀ ਰਿਕੁਆਇਰਮੈਂਟ ਇਹੀ ਆ ਕਿ ਉਹ ਬਲੱਡ ਰਿਲੇਸ਼ਨ ਹੋਣੇ ਚਾਹੀਦੇ, ਜਿਸ 'ਚ ਮੇਨ ਆ ਜਾਂਦੇ ਆ ਪੇਰੈਂਟਸ ਆ ਗਏ ਦੋਨੋਂ ਸਾਈਡ ਤੋਂ, ਜੈਸੇ ਸਪਾਊਸ ਹੈ, ਹਸਬੈਂਡ ਵਾਈਫ ਡੀਲ ਤੇ ਜਾ ਰਹੇ ਆ, ਔਰ ਜਾਂ ਤੁਹਾਡੇ ਬ੍ਰਦਰ ਸਿਸਟਰ ਹੋ ਸਕਦੇ ਆ, ਅਗੈਨ ਦੋਨੋਂ ਸਾਈਡ ਤੋਂ। ਇਸ ਤੋਂ ਇਲਾਵਾ ਹੋਰ ਪਰਸਨ ਜਿਹੜਾ ਉਹ ਗਿਫਟ ਨਹੀਂ ਕਰ ਸਕਦਾ, ਬਿਕਾਜ਼ ਉਹ ਇੱਕ ਤੁਹਾਡਾ ਥਰਡ ਰਿਲੇਸ਼ਨਸ਼ਿਪ ਹੋ ਗਿਆ, ਸੈਕਿੰਡ ਥਰਡ ਕਜ਼ਨਸ ਜਾਂ ਫਰੈਂਡਸ, ਉਹ ਨਹੀਂ ਗਿਫਟ ਕਰ ਸਕਦੇ ਬਿਕਾਜ਼ ਉਹਨਾਂ ਨਾਲ ਤੁਹਾਡਾ ਡਾਇਰੈਕਟ ਬਲੱਡ ਰਿਲੇਸ਼ਨ ਨਹੀਂ ਹੈਗਾ। ਸੋ ਲੈਂਡਰ ਦੀ ਰਿਕੁਆਇਰਮੈਂਟ 'ਚ ਇਹੀ ਆ ਜਾਂਦਾ ਕਿ ਜਿਹੜੇ ਬਲੱਡ ਰਿਲੇਸ਼ਨਸ ਆ ਉਹ ਹੀ ਜਿਹੜੇ ਤੁਹਾਨੂੰ ਗਿਫਟ ਕਰ ਸਕਦੇ ਆ। ਔਰ ਉਹਦੇ ਵਾਸਤੇ ਪ੍ਰੋਪਰ ਜਦੋਂ ਅਪਰੂਵਲ ਆ ਜਾਂਦੀ ਆ ਆਪਾਂ ਨੂੰ, ਵਾਂਸ ਅਪਰੂਵਲ ਆਉਂਦੀ ਹੈ, ਲੈਂਡਰ ਨੂੰ ਬਕਾਇਦਾ ਦੱਸਿਆ ਜਾਂਦਾ ਆ ਕਿ ਕਿੰਨੀ ਡਾਊਨ ਪੇਮੈਂਟ ਪਰਸਨ ਦੀ ਆਪਣੀ ਆ ਔਰ ਕਿੰਨੀ ਉਹਨੂੰ ਗਿਫਟ ਆ ਰਹੀ। ਅਗੇਨ ਉਹ ਵੀ ਲੈਂਡਰ ਦੀਆਂ ਗਾਈਡਲਾਈਨਸ ਦੇ ਅਕੋਰਡਿੰਗਲੀ ਫੋਲੋ ਅਪ ਕੀਤਾ ਜਾਂਦਾ ਹੈ ਕਿ ਵੀ ਓਕੇ ਲੈਂਡਰ ਇੰਨੀ ਰਿਕੁਆਇਰਮੈਂਟ ਮੰਗ ਰਿਹਾ ਹੈ, ਲੈਂਡਰ ਇੱਦਾਂ ਕਰ ਰਿਹਾ। ਵਾਂਸ ਜਦੋਂ ਸਾਨੂੰ ਅਪਰੂਵਲ ਆ ਜਾਂਦੀ ਹੈ, ਅਪਰੂਵਲ ਤੋਂ ਬਾਅਦ ਲੈਂਡਰ ਦੀ ਹੀ ਗਿਫਟ ਲੈਟਰ ਹੁੰਦੀ ਆ ਜਿਹੜੀ ਅਸੀਂ ਕਲਾਇੰਟ ਨੂੰ ਸੈਂਡ ਕਰਦੇ ਹਾਂ ਐਂਡ ਉਹਨੂੰ ਕਲਾਇੰਟ ਨੂੰ ਦੱਸਿਆ ਜਾਂਦਾ ਕਿ ਆ ਜਿਹੜੀ ਆਪਣੀ ਇੰਨਾ ਸ਼ਾਰਟਫਾਲ ਬਣਿਆ ਸੀ, ਇਹ ਤੁਸੀਂ ਗਿਫਟ ਲਿਆ ਆ ਆਪਣੇ ਬ੍ਰਦਰ ਤੋਂ ਜਾਂ ਆਪਣੇ ਸਿਸਟਰ ਤੋਂ ਜਾਂ ਆਪਣੇ ਪੇਰੈਂਟਸ ਤੋਂ, ਹੁਣ ਉਹਨਾਂ ਦੇ ਇੱਥੇ ਸਿਗਨੇਚਰ ਕਰਵਾਓ। ਐਂਡ ਦੈਨ ਉਹ ਜਿਹੜੀ ਅਮਾਊਂਟ ਹੈਗੀ ਆ ਉਹ ਫਿਰ 2 ਤਰੀਕਿਆਂ ਦੇ ਵਿੱਚ ਜਿਹੜੀ ਹੈਗੀ ਆ ਸੋਰਸ ਆਪਾਂ ਬੈਂਕ ਨੂੰ ਦਿਖਾਉਣਾ ਹੁੰਦਾ ਇਨ ਰਿਟਰਨ, ਪਲੱਸ ਜਿਹੜੀ ਗਿਫਟ ਲੈਟਰ ਸਾਈਨਡ। ਇੱਕ ਤਰੀਕਾ ਤਾਂ ਉਹਦਾ ਸੌਖਾ ਤਰੀਕਾ ਹੁੰਦਾ ਹੈ, ਜੇ ਤਾਂ ਪਹਿਲਾਂ ਹੀ ਐਡਵਾਂਸ 'ਚ ਪ੍ਰੈਪਰੇਸ਼ਨ ਹੋਈ ਹੋਈ ਹੈ ਤੇ ਫੰਡਸ ਤੁਸੀਂ ਆਪਣੇ ਅਕਾਊਂਟ 'ਚ ਟ੍ਰਾਂਸਫਰ ਕਰਾ ਲਓ ਔਰ ਉਹਦੀ ਜਿਹੜੀ ਬੈਂਕ ਸਟੇਟਮੈਂਟ ਲਿਆ ਦਿਓ ਆਪਣੇ ਨਾਮ ਦੇ ਨਾਲ ਪ੍ਰਿੰਟ ਹੋਈ ਕਿ ਦੇਖੋ ਪਹਿਲੇ ਇੰਨੇ ਮੇਰੇ ਆਪਣੇ ਫੰਡ ਸੀਗੇ, ਆ ਜਿਹੜਾ ਮੇਰਾ ਸ਼ਾਰਟਫਾਲ ਸੀ, ਫੋਰ ਐਗਜ਼ਾਮਪਲ 30,000 40,000 50,000 ਦਾ ਜੋ ਵੀ ਆਪਾਂ ਲਿਖਿਆ ਸੀ ਕਿ ਗਿਫਟ ਆਊਗਾ, ਉਹ ਡਿਪੋਜ਼ਿਟ ਆ ਗਿਆ, ਆਪਾਂ ਲੈਂਡਰ ਨੂੰ ਉਹ ਬੈਂਕ ਸਟੇਟਮੈਂਟ ਹੁਣ ਨਵੇਂ ਬੈਲੈਂਸ ਦੇ ਨਾਲ ਦਿਖਾ ਦਿੱਤੀ, ਪਲੱਸ ਗਿਫਟ ਲੈਟਰ ਭੇਜ ਦਿੱਤੀ ਕਿ ਆਹ ਸੋਰਸ ਤੋਂ ਆਈ ਆ। ਇਨ ਕੇਸ ਹੋ ਸਕਦਾ ਹੈ ਕਿ ਉਹ ਬੈਂਕ ਵੈਰੀਫਾਈ ਵੀ ਕਰਨਾ ਚਾਹਵੇ ਕਿ ਲੈਟਸ ਸੇ 100,000 ਦਾ ਗਿਫਟ ਆ ਗਿਆ, ਹੁਣ ਨਾਓ ਬੈਂਕ ਕਈ ਲੈਂਡਰ ਹੈਗੇ ਆ ਉਹ ਰਿਕੁਆਇਰ ਕਰਦੇ ਕਿ ਡੋਨਰ ਦੀ ਵੀ ਬੈਂਕ ਸਟੇਟਮੈਂਟ ਦਿਓ ਸਾਨੂੰ, ਮਤਲਬ ਜਿੰਨੇ ਗਿਫਟ ਦਿੱਤਾ ਉਹਦੀ ਵੀ ਬੈਂਕ ਸਟੇਟਮੈਂਟ। ਬਿਲਕੁਲ। ਸੋ ਉਸ ਚੀਜ਼ ਦੇ ਵਿੱਚ ਵੀ ਇਹ ਥੋੜਾ ਜਿਹਾ ਕਈ ਵਾਰੀ ਹੋ ਜਾਂਦਾ ਕਿ ਪਰਸਨ ਸੋਚਦੇ ਆ ਜੀ ਅਸੀਂ ਇੱਥੋਂ ਲੈ ਲਾਂਗੇ ਪੈਸੇ, ਉੱਥੋਂ ਲੈ ਲਾਂਗੇ, ਲਾਸਟ ਮਿੰਟ ਦੱਸਦੇ ਆ। ਸੋ ਉਹ ਨਾ ਤਾਂ ਪਸੰਦ ਵਾਲੀ ਚੀਜ਼ ਆ ਤੇ ਨਾ ਹੀ ਮੈਂ ਪਰਸਨਲੀ ਕਹਿਣਾ ਹੋਣੀ ਚਾਹੀਦੀ ਹੈ, ਬਿਕਾਜ਼ ਉਹਦੇ ਨਾਲ ਕੀ ਹੁੰਦਾ ਕਿ ਜੇ ਹੁਣ ਲੈਂਡਰ ਨੇ ਤੁਹਾਡੇ ਤੋਂ ਡੋਨਰ ਦੀ ਸਟੇਟਮੈਂਟ ਮੰਗ ਲਈ ਔਰ ਹੋ ਸਕਦਾ ਤੁਸੀਂ ਆਪਣੇ ਕਿਸੇ ਅਕਾਊਂਟ 'ਚੋਂ ਪੈਸੇ ਪਾਏ ਆ ਜਾਂ ਆਪਣੇ ਕਿਸੇ ਫਰੈਂਡ ਤੋਂ ਫੜ ਕੇ ਪਾਏ ਆ, ਨਾਮ ਕਿਸੇ ਹੋਰ ਦਾ ਲਿਖਤਾ, ਸੋ ਨਾਓ ਸਾਰੀ ਡੀਲ ਸਟਕ ਹੋ ਗਈ, ਸਾਰਾ ਕੁਝ ਖਰਾਬ ਹੋ ਜਾਣਾ। ਸੋ ਮੈਂ ਇਹ ਕਹੂੰਗਾ ਕਿ ਇਹ ਮਾਈਂਡ ਗੇਮਸ ਖੇਡਣ ਨਾਲੋਂ ਬੈਟਰ ਆ ਪਹਿਲਾਂ ਹੀ ਪ੍ਰੋਪਰ ਆਪਣਾ ਪਲਾਨ, ਆਪਣਾ ਜੋ ਤੁਹਾਡੀ ਸਿਚੁਏਸ਼ਨ ਆ ਉਹ ਡਿਸਕਸ ਕਰੋ ਐਡਵਾਈਜ਼ਰ ਦੇ ਨਾਲ, ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਆਉਣ ਵਾਲੇ ਟਾਈਮ 'ਚ ਤੁਸੀਂ ਕੀ ਚੀਜ਼ਾਂ ਨੂੰ ਇੰਟਰਫੇਸ ਕਰਨਾ, ਕੀ ਆਉਣੀਆਂ ਆ, ਤਾਂ ਕਿ ਤੁਹਾਨੂੰ ਪਤਾ ਹੋਵੇ ਉਹ ਚੀਜ਼ਾਂ ਬਾਰੇ। ਗੁੱਡ। ਤੇ ਜਦੋਂ ਭਾਜੀ ਆਪਾਂ ਇੰਡੀਆ ਤੋਂ ਮਨੀ ਲਿਆਉਣ ਬਾਰੇ ਗੱਲ ਕਰਦੇ ਹਾਂ, ਜਿਹੜੇ ਅੱਜ ਕੱਲ੍ਹ ਜਿਵੇਂ ਕਾਫੀ ਹੋ ਰਿਹਾ, ਲੋਕ ਉੱਥੇ ਜ਼ਮੀਨ ਵੇਚ ਕੇ ਇੱਥੇ ਆ ਰਹੇ ਨੇ, ਜਾਂ ਉੱਥੋਂ ਜਾਂ ਪੇਰੈਂਟਸ ਦੇ ਨਾਂ 'ਤੇ ਜ਼ਮੀਨ ਆ ਉਹ ਵਿਕ ਰਹੀ ਹੈ, ਪੈਸੇ ਇੱਥੇ ਆ ਰਹੇ ਨੇ, ਉਹ ਕਿਸ ਹਿਸਾਬ ਦੇ ਨਾਲ ਗਿਫਟ ਮਨੀ ਆ ਉਹ ਕਿਸ ਤਰ੍ਹਾਂ ਉਹਦਾ ਸਰਕਲ ਸੈੱਟ ਪੈਂਦਾ? ਹਾਂਜੀ, ਉਹਦੇ 'ਚ ਨਾ ਇੱਦਾਂ ਹੈਗਾ, 2 ਚੀਜ਼ਾਂ ਹੈ। ਇੱਕ ਤਾਂ ਪਹਿਲੀ ਚੀਜ਼ ਹੈ ਜਿਹੜੀ ਕਿ ਜਿਹੜਾ ਤਾਂ ਆਪ ਦੀ ਤੁਸੀਂ ਕੋਈ ਜ਼ਮੀਨ ਵੇਚੀ ਆ ਉੱਥੇ ਜੀ, ਉਹਦੇ ਤੁਹਾਡੇ ਪੈਸੇ ਉੱਥੇ ਅਕਾਊਂਟ 'ਚੋਂ ਆਏ ਆ, ਉਸ ਅਕਾਊਂਟ 'ਚੋਂ ਇੱਥੇ ਟ੍ਰਾਂਸਫਰ ਹੋਏ ਆ। ਸੋ ਲੈਂਡਰ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਸਾਨੂੰ ਉੱਥੋਂ ਦੀ ਬੈਂਕ ਸਟੇਟਮੈਂਟ ਦਿਓ, ਇੰਡੀਆ ਦੀ ਐਂਡ ਦੈਨ ਤਾਂ ਕਿ ਫੰਡਸ ਤੁਸੀਂ ਇੱਕ ਨੰਬਰ 'ਚ ਪੈਸੇ ਇੱਥੇ ਟ੍ਰਾਂਸਫਰ ਹੋਏ ਆ, ਅਕਾਊਂਟ ਦੇ ਵਿੱਚ ਆਏ ਆ, ਇੱਥੋਂ ਦੀ ਅਕਾਊਂਟ ਦੀ ਫਿਰ ਮੈਚਿੰਗ ਸਟੇਟਮੈਂਟ ਹੋ ਜਾਂਦੀ ਹੈ। ਠੀਕ ਹੈ ਜੀ। ਦੂਸਰਾ ਹੈਗਾ ਕਿ ਹਾਂ ਲੈਂਡਰ ਪੁੱਛ ਸਕਦਾ ਕਿ ਕੀ ਵੇਚਿਆ, ਉਹਦਾ ਕੋਈ ਪ੍ਰੂਫ,
ਉੱਥੋਂ ਦੇ ਇੰਡੀਆ ਵਾਲੇ ਸੀਏ ਜਿਹੜੇ ਹੁੰਦੇ ਉਹ ਤੁਹਾਨੂੰ ਪ੍ਰੂਫ ਬਣਾ ਕੇ ਦਿੰਦੇ ਆ ਜਦੋਂ ਸੇਲ ਸਾਰਾ ਕੁਝ ਹੁੰਦਾ ਹੈ। ਸੋ ਤੁਸੀਂ ਪ੍ਰੋਪਰ ਉਹਨਾਂ ਤੋਂ ਪ੍ਰੂਫ ਲਿਆ ਕੇ ਦੇ ਸਕਦੇ ਕਿ ਲੋਕਾਂ ਮੈਂ ਲੈਂਡ ਵੇਚੀ ਸੀ, ਇੰਨੇ ਲੱਖ ਦੀ ਇੰਨੇ ਕਰੋੜ ਦੀ ਲੈਂਡ ਸੀਗੀ, ਉਹਦਾ ਡਿਫਰੈਂਸ ਜਦੋਂ ਕਨਵਰਟ ਕੀਤਾ ਤੇ ਆ ਮੇਰੇ ਇੰਨੇ ਪੈਸੇ ਇੱਥੇ ਟ੍ਰਾਂਸਫਰ ਹੋ ਗਏ। ਸੋ ਮਤਲਬ ਸਾਰੀ ਟ੍ਰਾਂਜੈਕਸ਼ਨ ਜਿਹੜੀ ਇੰਡੀਆ ਤੋਂ ਵੇਚਣ ਤੋਂ ਲੈ ਕੇ ਉਹ ਜੇ ਸਾਰਾ ਕੁਝ ਡਾਕੂਮੈਂਟਡ ਹੋਵੇ, ਪ੍ਰੋਪਰ ਹੋਵੇ, ਸੋ ਇਟ ਡੈਫੀਨਿਟਲੀ ਈਜ਼ੀ ਹੋ ਜਾਂਦਾ। ਦੀ ਅਦਰ ਵੇ ਹੈਗਾ ਕਿ ਤੁਹਾਡੇ ਆਪਣੇ ਹੀ ਅਕਾਊਂਟ ਦੇ ਵਿੱਚ ਪੈਸੇ ਪੈ ਸੀਗੇ, ਸੋ ਤੁਹਾਡਾ ਆਪਣਾ ਹੀ ਪੈਸਾ ਸੀ, ਸੇਮ ਥਿੰਗ ਉਹ ਵੀ ਜੇ ਤੁਸੀਂ ਟ੍ਰਾਂਸਫਰ ਕਰ ਰਹੇ ਆ ਸੋ ਉੱਥੋਂ ਦੇ ਬੈਂਕ ਦੀ ਸਟੇਟਮੈਂਟ ਦੇ ਦਿਓ, ਸੇਮ ਰੂਲ 90 ਡੇ ਸਟੇਟਮੈਂਟ ਦੇ ਦਿਓ, ਜਾਂ ਉੱਥੋਂ ਦੇ ਬੈਂਕ ਤੋਂ ਲੈਟਰ ਲਿਖਾ ਦਿਓ ਕਿ ਸੋ ਐਂਡ ਸੋ ਸਾਡਾ ਕਸਟਮਰ ਹੈ ਦੇ ਅਕਾਊਂਟ 'ਚ ਇੰਨੇ ਪੈਸੇ ਇੰਨੀ ਦੇਰ ਦੇ ਪੈ ਆ। ਠੀਕ ਆ, ਉਹ ਤੁਸੀਂ ਟ੍ਰਾਂਸਫਰ ਕਰ ਸਕਦੇ ਆ। ਉਹਦੇ 'ਤੇ ਤੁਹਾਡੇ ਇੱਥੇ ਵੀ ਟੈਕਸ ਬ੍ਰੈਕਟ ਨਹੀਂ ਹੋਣੀ, ਬਿਕਾਜ਼ ਉਹ ਤੁਸੀਂ ਮਨੀ ਜਿਹੜੀ ਆ ਉਹ ਘਰ ਬਾਏ ਕਰਨ ਲਈ ਯੂਜ਼ ਕਰ ਰਹੇ ਹੋ। ਤੁਹਾਨੂੰ ਇੱਥੋਂ ਦੇ ਇੰਸਟੀਟਿਊਟ ਨੂੰ ਵੀ ਦੱਸਣਾ ਪੈਣਾ ਵੀ ਇਹ ਪੈਸਾ ਕਿੱਥੋਂ ਆ ਰਿਹਾ ਤੇ ਕਿਉਂ ਆ ਰਿਹਾ, ਰਾਈਟ। ਸੇਮ ਥਿੰਗ ਪੇਰੈਂਟਸ ਆ, ਫੈਮਲੀ ਆ, ਬ੍ਰਦਰ ਆ, ਕੋਈ ਵੀ ਆ, ਉਹ ਪੈਸੇ ਭੇਜ ਰਿਹਾ ਇੱਥੇ ਤੁਹਾਡੇ ਅਕਾਊਂਟ 'ਚ ਟ੍ਰਾਂਸਫਰ ਹੋ ਰਿਹਾ। ਡਜ਼ਨਟ ਮੈਟਰ ਉਹ 10,000 ਦੀਆਂ ਟ੍ਰਾਂਜੈਕਸ਼ਨਾਂ 4 ਆ ਰਹੀਆਂ ਜਾਂ 5 ਆ ਰਹੀਆਂ ਜਾਂ 6 ਆ ਰਹੀਆਂ, ਆਪਾਂ ਨੂੰ ਫਿਰ ਮੈਚ ਕਰਨਾ ਪੈਣਾ ਕਿ ਪੈਸਾ ਉਹਨਾਂ ਤੋਂ ਆਇਆ, ਇੰਡੀਆ ਤੋਂ ਆਇਆ। ਇੱਥੇ ਮੈਂ ਇੱਕ ਚੀਜ਼ ਹੋਰ ਜਿਹੜੀ ਐਡ ਕਰਨੀ ਚਾਹੁੰਦਾ ਉਹ ਇਹ ਹੈਗੀ ਆ ਕਿ ਇੱਕ ਦੋ ਵਾਰੀ ਕੇਸਿਸ 'ਚ ਹੋਇਆ ਵੀ ਹੈ ਜਿੱਥੇ ਕਲਾਇੰਟਸ ਨੇ ਪਹਿਲਾਂ ਨਹੀਂ ਦੱਸਿਆ ਔਰ ਬਾਅਦ ਦੇ ਵਿੱਚ ਸਰਪ੍ਰਾਈਜ਼ ਇਹ ਮਿਲਿਆ ਕਿ ਡਾਊਨ ਪੇਮੈਂਟ ਆ ਰਹੀ ਹੈ ਜੀ, ਉਹ ਹਾਲੇ ਹਫ਼ਤੇ ਬਾਅਦ ਆਉਣੀ ਔਰ ਕਲੋਜ਼ਿੰਗ 15 ਦਿਨ ਬਾਅਦ ਦੀ ਸੀਗੀ, ਬਿਕਾਜ਼ ਉਹਨਾਂ ਦਾ ਆਈਡੀਆ ਸੀ ਕਿ ਸਾਨੂੰ ਤਾਂ ਪੈਸੇ ਉਦੋਂ ਚਾਹੀਦੇ ਆ ਜਿੱਦਣ ਅਸੀਂ ਕੰਪਲੀਸ਼ਨ ਕਰਨੀ ਹੈ। ਯੈਸ, ਪਰ ਲੈਂਡਰਸ ਦੀ ਰਿਕੁਆਇਰਮੈਂਟ ਆ ਵਿਦਿਨ ਕੈਨੇਡਾ ਜਿਹੜੀ ਵੀ ਗਿਫਟਡ ਡਾਊਨ ਪੇਮੈਂਟ ਆਉਂਦੀ ਆ, ਆਈ ਵੁੱਡ ਸੇ ਸੇਫ ਸਾਈਡ 15 ਦਿਨ ਲੈ ਕੇ ਚੱਲੋ। ਵੈਸੇ ਮੋਸਟ ਆਫ ਦੈਮ 10 ਦਿਨ ਤੇ ਚੱਲਦੇ ਆ, ਪਰ ਫਿਰ ਵੀ ਬੈਕ ਐਂਡ ਲਈ ਕਈ ਲੈਂਡਰਸ ਹੈਗੇ ਆ ਉਹ 15 ਦਿਨ ਹੀ ਮੰਨਦੇ ਆ ਕਿ 15 ਦਿਨ ਕਲੋਜ਼ਿੰਗ ਤੋਂ ਪਹਿਲਾਂ ਡਾਊਨ ਪੇਮੈਂਟ ਆ ਜਾਣੀ ਚਾਹੀਦੀ। ਸੋ ਜਦੋਂ ਤੁਸੀਂ ਕਲੋਜ਼ਿੰਗ ਹੋ ਰਹੀ ਹੈ ਉਸ ਤੋਂ 15 ਦਿਨ ਪਹਿਲਾਂ ਪੈਸੇ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਣੇ ਚਾਹੀਦੇ ਨੇ, ਪ੍ਰੂਫ ਜਿਹੜਾ ਪ੍ਰਿੰਟ ਆਊਟ ਹੋ ਜਾਣਾ ਚਾਹੀਦਾ ਤਾਂ ਕਿ ਕਲੋਜ਼ਿੰਗ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਜਾਂ ਲੈਂਡਰ ਕੋਈ ਇਦਾਂ ਨਾ ਕਰੇ। ਬਿਲਕੁਲ, ਓਕੇ। ਬਟ ਜੇ ਵਿਦ ਕੈਨੇਡਾ ਤੋਂ ਬਾਹਰ ਜਿੱਦਾਂ ਆਪਾਂ ਗੱਲ ਕੀਤੀ ਹੈ, ਚਲੋ ਕੇਸਿਸ ਹੈ ਵੀ ਇੰਡੀਆ ਤੋਂ ਆ ਰਹੀ ਹੈ ਜਾਂ ਇੰਗਲੈਂਡ ਤੋਂ ਆ ਰਹੀ ਹੈ, ਆਸਟ੍ਰੇਲੀਆ ਕਿਸੇ ਵੀ ਕੰਟਰੀ ਤੋਂ ਆ ਰਹੀ ਹੈ, ਦੈਨ 30 ਡੇਜ਼। ਓਕੇ, ਦੈਨ 30 ਡੇਜ਼ ਕਲੋਜ਼ਿੰਗ ਤੋਂ 30 ਡੇਜ਼ ਪਹਿਲਾਂ। ਓਕੇ, ਸੋ ਇਹ ਚੀਜ਼ ਬਹੁਤ ਹੀ ਪੁਆਇੰਟ ਰਹਿਣ ਵਾਲਾ ਆ, ਕਿਉਂਕਿ ਜੇ ਹੁਣ ਉਹਨਾਂ ਦੀ ਅਬਰੋਡ ਤੋਂ ਪੇਮੈਂਟ ਆ ਰਹੀ ਹੈ ਐਂਡ ਦੈਨ ਹੁਣ ਕਲੋਜ਼ਿੰਗ ਨੂੰ ਤਾਂ ਸਿਰਫ 15 ਦਿਨ ਰਹਿ ਗਏ ਜਾਂ 18 ਦਿਨ ਰਹਿ ਗਏ ਐਂਡ ਦੈਨ ਹੁਣ ਪੇਮੈਂਟ ਆ ਰਹੀ ਹੈ, ਹੁਣ ਪ੍ਰੋਬਲਮ ਆ ਜਾਣੀ ਹੈ ਬਿਕਾਜ਼ ਲੈਂਡਰ ਨੇ ਉਹ ਅਸੈਪਟ ਨਹੀਂ ਕਰਨੀ। ਅਗੇਨ ਹੋ ਸਕਦਾ ਚਾਂਸਿਸ ਕਿ ਲੈਂਡਰ ਨੂੰ ਬਾਕੀ ਡੀਲ ਵਧੀਆ ਲੱਗੀ ਸੀ, ਅਸੀਂ ਕੁਛ ਐਕਸੈਪਸ਼ਨ ਲੈ ਲਈਏ ਹਾਇਰ ਐਂਡ ਤੱਕ ਜਾ ਕੇ, ਪਰ ਉਹ ਟਫ ਕਾਲ ਹੋ ਜਾਂਦੀ ਹੈ। ਫਿਰ ਉਹ ਰਾਈਟ ਵੇ ਸਾਨੂੰ ਕੋਈ ਉਹੋ ਜਿਹਾ ਲੈਂਡਰ ਪਿਕ ਕਰਨਾ ਪੈਂਦਾ ਜਿਹੜਾ ਓਕੇ ਆ ਸਿਚੁਏਸ਼ਨ ਦੇ ਵਿੱਚ, ਜਾਂ ਟਾਈਮ ਨਾ ਹੋਇਆ ਤਾਂ ਫਿਰ ਬਹੁਤੇ ਟਾਈਮ ਫਿਰ ਉਹ ਪ੍ਰਾਈਵੇਟ ਡੀਲ ਹੋ ਜਾਂਦੀ ਹੈ, ਮਤਲਬ ਡੀਲ ਕੋਲੈਪਸ ਦੇ ਵਿੱਚ ਚਾਂਸਸ ਬਣ ਜਾਂਦੇ ਆ। ਇੱਕ ਤਾਂ ਡਾਊਨ ਪੇਮੈਂਟ ਹੋ ਗਈ, ਹਾਂਜੀ। ਹੁਣ ਗੱਲ ਆਉਂਦੀ ਹੈ ਵੀ ਉਹ ਡਾਊਨ ਪੇਮੈਂਟ ਤੋਂ ਬਾਅਦ ਜਦੋਂ ਮੋਰਗੇਜ ਹੋ ਜਾਂਦੀ ਹੈ ਤਾਂ ਉਹ ਪੇਮੈਂਟਾਂ ਕਿਵੇਂ ਦੇਣੀਆਂ ਨੇ, ਉਹਦੇ ਲਈ ਮੇਰੇ ਖਿਆਲ ਬੈਂਕ ਦੇਖਦਾ ਤੁਹਾਡੀ ਇੰਪਲੋਇਮੈਂਟ, ਬਿਲਕੁਲ, ਕਿ ਤੁਸੀਂ ਤੁਹਾਡੀ ਇੰਪਲੋਇਮੈਂਟ ਦੀ ਕੀ ਰਿਕੁਆਇਰਮੈਂਟ ਹੈ, ਕਿਸ ਤਰ੍ਹਾਂ ਹੋਣੀ ਚਾਹੀਦੀ ਹੈ, ਜੇਕਰ ਤੁਸੀਂ ਪੇ ਰੋਲ 'ਤੇ ਹੋ ਜਾਂ ਤੁਹਾਨੂੰ ਚੈੱਕ ਆ ਰਿਹਾ ਉਹ ਕਿਸ ਤਰ੍ਹਾਂ ਹੁੰਦੀ ਹੈ, ਹਾਊ ਡਜ਼ ਇਟ ਵਰਕ? ਯਾ ਸ਼ੋਰ, ਜਿੱਦਾਂ ਆਪਾਂ ਐਡਵਾਂਸ ਦੀ ਗੱਲ ਕੀਤੀ ਸੀ ਵੀ ਮਿਨੀਮਮ ਡਾਊਨ ਪੇਮੈਂਟ, ਸੋ ਮਿਨੀਮਮ ਡਾਊਨ ਪੇਮੈਂਟ ਦੇ ਨਾਲ ਮੈਂ ਇਸ ਲਈ ਬਾਰ-ਬਾਰ ਇਸੇ ਗੱਲ 'ਤੇ ਪਹਿਲਾਂ ਵੀ ਗੱਲ ਕਰਦਾ ਰਹਿਣਾ ਆਲਵੇਜ਼ ਕਿ ਜਿਹੜੀ ਮਿਨੀਮਮ ਡਾਊਨ ਪੇਮੈਂਟ ਆ ਉਹਦੇ ਨਾਲ ਤੁਹਾਡੀ ਇੰਪਲੋਇਮੈਂਟ ਵੀ ਮੈਟਰ ਕਰਦੀ ਹੈ। ਦੈਟਸ ਹਾਊ ਅਸੀਂ ਫਿਗਰ ਆਊਟ ਕਰਦੇ ਹਾਂ ਕਿ ਮਿਨੀਮਮ ਡਾਊਨ ਪੇਮੈਂਟ ਨਹੀਂ, ਇਸ ਤੋਂ ਵੱਧ ਵੀ ਦੇਣੀ ਪੈ ਸਕਦੀ ਹੈ ਜਾਂ ਇਸ ਤੋਂ ਇੱਥੇ ਤੱਕ ਵੀ ਜਾਣੀ, ਜਾਂ ਤੁਹਾਨੂੰ ਪ੍ਰੋਪਰਟੀ ਰਿਡਿਊਸ ਕਰਨੀ ਪਊਗੀ ਪਰਚੇਸ ਪ੍ਰਾਈਸ ਤੱਕ ਕਿ ਤੁਸੀਂ ਉੱਥੇ ਤੱਕ ਕੁਆਲੀਫਾਈ ਕਰ ਜਾਓ। ਸੋ ਇੰਪਲੋਇਮੈਂਟ ਦੇ ਵਿੱਚ 2 ਮੇਜਰ ਫੀਲਡ ਆਉਂਦੇ ਆ। ਪਹਿਲਾ ਤਾਂ ਹੈਗਾ ਜਿਹੜੇ ਤੁਸੀਂ ਪੇ ਰੋਲ 'ਤੇ ਆ, ਸੋ ਜਾਂ ਉਹ ਸੈਲਰੀਡ ਹੋ ਸਕਦੇ ਆ, ਆਵਰਲੀ ਹੋ ਸਕਦੇ ਆ, ਸੈਮੀ ਮੰਥਲੀ ਕਿਸੇ ਵੀ ਵੇ ਨਾਲ ਤੁਹਾਨੂੰ ਪੇ ਮਿਲਦੀ ਵੀ ਹੈ, ਜਿਸ ਤੁਹਾਡੇ ਪ੍ਰੋਪਰ ਇੰਪਲੋਇਰ ਜਿਹੜਾ ਉਹ ਟੈਕਸਿਸ ਕੱਟਦਾ ਹੈ, ਤੁਹਾਡੀ ਓਲਡ ਏਜ ਪੈਨਸ਼ਨ ਸਾਰਾ ਕੁਝ ਡਿਡਕਸ਼ਨਸ ਹੋ ਰਹੀਆਂ ਐਂਡ ਦੈਨ ਫਿਰ ਤੁਹਾਨੂੰ ਨੈਟ ਪੇ ਮਿਲਦੀ ਆ। ਬਾਈ ਵੀਕਲੀ ਹੋ ਸਕਦੀ ਆ, ਮੰਥਲੀ ਹੋ ਸਕਦੀ, ਵਿਚ ਐਵਰ ਵੇ। ਜੇ ਉਹ ਸਟਾਈਲ ਆਉਂਦਾ ਉਹਨੂੰ ਅਸੀਂ ਪੇ ਰੋਲ ਸਟਾਈਲ ਕਹਿ ਦਿੰਦੇ ਹਾਂ, ਠੀਕ ਹੈ ਜੀ। ਦੈਨ ਦੂਸਰੀ ਕੈਟੇਗਰੀ ਆਉਂਦੀ ਹੈ ਸੈਲਫ ਇੰਪਲੋਇਡ ਦੇ ਵਿੱਚ ਅਗੈਨ ਕਈ ਕੈਟੇਗਰੀਜ਼ ਆ ਜਾਂਦੀਆਂ। ਕੁਛ ਪਰਸਨਸ ਸੋਲ ਪ੍ਰੋਪਰਾਈਟਰ ਹੁੰਦੇ ਆ ਜਿਨ੍ਹਾਂ ਨੇ ਬਿਜ਼ਨਸ ਕੋਈ ਕਾਰਪੋਰੇਸ਼ਨ ਨਹੀਂ ਖੋਲ੍ਹੀ ਹੁੰਦੀ, ਪਰ ਉਸ ਕਾਂਟਰੈਕਟ ਜੌਬਸ ਕਰ ਰਹੇ ਆ, ਸਬ ਕਾਂਟਰੈਕਟ ਜੌਬਸ ਕਰ ਰਹੇ ਆ, ਚਾਹੇ ਕਹਿ ਲਓ ਉਬਰ ਹੋ ਗਈ, ਸਕਿਪ ਦ ਡਿਸ਼ਿਸ ਹੋ ਗਈ, ਡੋਰ ਡੈਸ਼ ਹੋ ਗਈਆਂ, ਟੈਕਸੀ ਬਿਜ਼ਨਸ ਹੋ ਗਿਆ, ਟਰੱਕ ਓਨਰ ਆਪਰੇਟਰਸ ਹੋ ਗਿਆ। ਸੋ ਇਹ ਜਿਹੜੀਆਂ ਕੈਟੇਗਰੀਜ਼ ਆ ਸਾਰੀਆਂ ਸੈਲਫ ਇੰਪਲੋਇਡਸ ਆ। ਫਰੇਮਰ, ਡਰਾਈਵਰ ਸਾਰੇ ਸੈਲਫ ਇੰਪਲੋਇਡ 'ਚ ਆ ਗਏ। ਓਕੇ, ਨਾਓ ਹੁਣ ਉਹਦੇ 'ਚ ਜਿਹੜਾ ਆਪਾਂ ਬ੍ਰੇਕ ਡਾਊਨ ਆ ਉਹਨੂੰ ਅੱਗੇ ਜਾ ਕੇ ਕਰ ਸਕਦੇ ਹਾਂ, ਪਰ ਲੈਟਸ ਮੀ ਕਮ ਬੈਕ ਟੂ ਜਿਹੜਾ ਪੇ ਰੋਲ ਹੈ। ਠੀਕ ਹੈ ਜੀ। ਸੋ ਪੇ ਰੋਲ ਦੇ ਵਿੱਚ ਜਿਹੜੇ 2 ਮੇਨ ਆ ਜਾਂਦੇ ਆ। ਇੱਕ ਤਾਂ ਹੈਗਾ ਕਿ ਕਿਸੇ ਪਰਸਨ ਨੇ ਨਵੀਂ ਜੌਬ ਸ਼ੁਰੂ ਕੀਤੀ ਹੈ। ਨਾਓ ਜਿਹੜੀ ਨਵੀਂ ਜੌਬ ਸ਼ੁਰੂ ਕੀਤੀ ਆ, ਲੈਂਡਰਸ ਨੂੰ ਉਹਦੇ ਨਾਲ ਕੋਈ ਆਬਜੈਕਸ਼ਨ ਨਹੀਂ ਹੈਗੀ ਐਜ਼ ਲੌਂਗ ਐਜ਼ ਉਹਨਾਂ ਦੇ ਕੋਲ ਜੌਬ ਲੈਟਰ ਆ, ਉਹਨਾਂ ਦੇ ਕੋਲ ਪ੍ਰੋਪਰ ਉਹਦੇ ਪੇ ਡਿਪੋਜ਼ਿਟ ਆ ਰਹੇ। ਮਿਨੀਮਮ ਐਟ ਲੀਸਟ ਜਿਹੜਾ ਹੈਗਾ 1-2 ਤਾਂ ਉਹਨਾਂ ਦੇ ਡਿਪੋਜ਼ਿਟਸ ਚਾਹੀਦੇ ਆ। ਇਫ ਇਟਸ ਅ ਰੀਅਲੀ ਗੁੱਡ ਕੰਪਨੀ, ਪਰਸਨ ਦੀ ਐਜੂਕੇਸ਼ਨ ਉਸ ਕੰਪਨੀ ਦੇ ਨਾਲ ਉਸ ਕੈਟੇਗਰੀ ਦੇ ਨਾਲ ਮੈਚ ਕਰਦੀ ਆ, ਪਰਸਨ ਦੀ ਪ੍ਰੀਵੀਅਸ ਹਿਸਟਰੀ ਵੀ ਹੈਗੀ ਆ ਸੇਮ ਲਾਈਨ ਆਫ ਵਰਕ ਦੇ ਵਿੱਚ, ਪਰ ਉਹਨਾਂ ਨੇ ਹੁਣ ਜਿੱਦਾਂ ਕਹਿ ਲਓ ਨਵੀਂ
ਕੰਪਨੀ ਚੇਂਜ ਕਰ ਲਈ। ਮਤਲਬ ਐਕਸਪੀਰੀਅੰਸ ਉਸੇ ਲਾਈਨ ਦੇ ਵਿੱਚ ਪਹਿਲਾਂ ਸੀਗਾ, ਪਰ ਹੁਣ A ਕੰਪਨੀ ਤੋਂ ਛੱਡ ਕੇ ਉਹ B ਕੰਪਨੀ ਕੋਲ ਆ ਗਏ, ਬਟ ਦ ਲਾਈਨ ਆਫ ਵਰਕ ਜਿਹੜੀ ਆ ਪ੍ਰੀਟੀ ਸਿਮਿਲਰ ਜਾਂ ਸੇਮ ਹੈ। ਸਿਮਿਲਰ ਆ। ਓਕੇ, ਉਸ ਕੇਸਿਸ ਦੇ ਵਿੱਚ ਇਹ ਆ ਕਿ ਲੈਂਡਰ ਨੋਜ਼ ਕਿ ਇਹਨਾਂ ਦੀ ਪ੍ਰੀਵੀਅਸ ਹਿਸਟਰੀ ਹੈਗੀ ਆ, ਸੋ ਜੌਬ ਚੇਂਜ ਕੀਤੀ, ਅਸੀਂ ਐਕਸਪਲੇਨ ਕੀਤਾ, ਉੱਥੇ ਤਾਂ ਆਪਾਂ ਨੂੰ ਜੌਬ ਲੈਟਰ ਚਾਹੀਦੀ ਆ, ਪੇ ਸਟੱਬ ਚਾਹੀਦੀ ਆ, ਪ੍ਰੂਵ ਕਿ ਯੈਸ ਦਿਸ ਪਰਸਨ ਇਜ਼ ਸਟਾਰਟ ਵਰਕਿੰਗ ਦੇਅਰ, ਰਾਈਟ। ਨਹੀਂ ਤਾਂ ਜੇ ਅਦਰ ਕੈਟੇਗਰੀ ਆਉਂਦੀ ਉਹ 'ਚ ਹੈ ਕਿ ਮਿਨੀਮਮ 3 months ਤੇ ਜਿਹੜੀ ਹੈਗੀ ਆ ਉਹਨਾਂ ਦੀ ਪੇ ਐਂਡ ਡਿਪੋਜ਼ਿਟ ਸਾਰਾ ਕੁਛ ਉਹਨਾਂ ਦਾ ਆਉਣਾ ਚਾਹੀਦਾ, ਬਿਕੋਜ਼ ਇਟਸ ਅ ਬ੍ਰੈਂਡ ਨਿਊ ਜੌਬ, ਉਹਨਾਂ ਦਾ ਹਾਲੇ ਇਸ ਲਾਈਨ ਦੇ ਵਿੱਚ ਕੋਈ ਐਕਸਪੀਰੀਅੰਸ ਨਹੀਂ। ਪਲੱਸ ਮੋਸਟਲੀ ਹੁੰਦਾ ਕਿ ਕਈ ਵਾਰੀ ਕਈ ਕੰਪਨੀਜ਼ ਆ ਜਿਹੜੀਆਂ ਅੰਡਰ ਪ੍ਰੋਬੇਸ਼ਨ ਪਾ ਦਿੰਦੀਆਂ ਪਰਸਨ ਨੂੰ, ਕਿ ਅਪ ਟੂ 3 months ਜਾਂ ਅਪ ਟੂ ਸਰਟਨ ਆਵਰਸ ਜਿਹੜੇ ਆ ਪ੍ਰੋਬੇਸ਼ਨ ਪੀਰੀਅਡ ਹੋ ਜਾਂਦਾ ਹੈ। ਓਕੇ, ਸੋ ਉਹ ਫਿਰ ਵੇਵ ਨਹੀਂ ਜਦ ਤੱਕ ਹੁੰਦਾ ਉਦੋਂ ਤੱਕ ਲੈਂਡਰ ਉਹਨੂੰ ਅਸੈਪਟ ਨਹੀਂ ਕਰਦੇ। ਦੈਟ ਬੀਨ ਸੈਡ ਅਗੇਨ ਇਹ ਮੈਟਰ ਕਰਦਾ ਜੇ ਤੁਸੀਂ ਸੇਮ ਲਾਈਨ ਆਫ ਵਰਕ 'ਚੋਂ ਆਏ ਆ, ਫਿਰ ਉੱਥੇ ਕਈ ਵਾਰ ਕੰਡੀਸ਼ਨਲ ਅਪਰੂਵਲ ਮਿਲ ਵੀ ਜਾਂਦੀ ਹੈ, ਐਕਸੈਪਸ਼ਨ ਮਿਲ ਜਾਂਦੀ ਹੈ ਕਿ ਠੀਕ ਹੈ ਪਰਸਨ ਨੇ ਨਵੀਂ ਜੌਬ ਸ਼ੁਰੂ ਕੀਤੀ ਹੈ ਇਸ ਕਰਕੇ ਪ੍ਰੋਬੇਸ਼ਨ 'ਚ, ਪਰ ਪਿਛਲੀ ਇਹਦੀ ਹਿਸਟਰੀ ਦੇਖਣ ਦੇ ਅਕੋਰਡਿੰਗਲੀ ਬਿਕੋਜ਼ ਇਹ ਸੇਮ ਕੰਪਨੀ ਸੇਮ ਲਾਈਨ ਆਫ ਵਰਕ 'ਚ ਸੀ, ਸੋ ਇਸ ਕਰਕੇ ਅਸੀਂ ਇੱਥੇ ਐਕਸੈਪਸ਼ਨ ਦੇ ਸਕਦੇ ਹਾਂ, ਅਸੈਪਟੇਬਲ ਆ। ਓਕੇ, ਪਰ ਹੁਣ ਕਈ ਵਾਰੀ ਦੇਖਣ ਨੂੰ ਮਿਲਦਾ ਕਿ ਨਵੀਆਂ ਜੌਬਸ ਆਉਂਦੀਆਂ, ਉਹ ਪਰਸਨ ਨੇ ਪਿਛਲੇ ਸਾਲਾਂ ਦੇ ਵਿੱਚ ਤਾਂ ਕੰਮ ਵੀ ਨਹੀਂ ਕੀਤਾ ਹੁੰਦਾ, ਹਾਰਡਲੀ 10-20,000 ਦਾ ਕੰਮ ਕੀਤਾ ਹੁੰਦਾ। ਮੌਰਗੇਜ ਪਰਪਸਲੀ ਉਹ ਸੋਚ ਲੈਂਦੇ ਕਿ ਤੇ ਆਈਡੀਆਜ਼ ਲੈ ਕੇ ਆ ਜਾਂਦੇ ਆ ਕਿ ਓਕੇ ਜੀ ਆਪਾਂ 10,000 ਪਰ ਮੰਥ ਦੀ ਸੈਲਰੀ ਬਣਾ ਲਈ ਜੀ, ਮੇਰੇ ਕਜ਼ਨ ਦੀ ਕੰਪਨੀ ਸੀ ਜਾਂ ਮੇਰੇ ਫਰੈਂਡ ਦੀ ਸੀ। ਦੋਜ਼ ਥਿੰਗਸ ਡਜ਼ ਮੈਟਰ, ਬਿਕਾਜ਼ ਹੁਣ ਲੈਂਡਰ ਨੂੰ ਕੁਐਸਚਨ ਇਹ ਖੜਾ ਹੋ ਜਾਂਦਾ ਕਿ ਇੱਕ ਪਰਸਨ ਨੇ ਪ੍ਰੀਵੀਅਸ ਈਅਰਸ ਦੇ ਵਿੱਚ ਤਾਂ ਥੋੜ੍ਹੇ ਪੈਸੇ ਬਣਾਏ ਅਤੇ ਆਹ ਸਾਲ ਦੇ ਵਿੱਚ ਆ ਕੇ ਇੱਕਦਮ ਹੀ ਪਿਛਲੇ 1-2 ਮਹੀਨੇ ਤੋਂ ਏਡੇ ਪੇਰੋਲ ਕਿੱਦਾਂ ਹੋ ਗਏ। ਸੋ ਉਸ ਕੇਸ ਦੇ ਵਿੱਚ ਓਬਵੀਅਸਲੀ ਲੈਂਡਰ ਆਬਜੈਕਟ ਕਰੂਗਾ ਹੀ ਕਰੂਗਾ। ਸੋ ਉਹਦੇ ਲਈ ਸਸਪੀਸ਼ੀਅਸ ਹੋ ਜਾਊਗਾ ਕਿ ਸਮਥਿੰਗ ਇਜ਼ ਨਾਟ ਰਾਈਟ, ਅਨਲੈਸ ਹਾਂਜੀ ਉਹਨਾਂ ਨੇ ਕੋਈ ਆਪਣੀ ਐਜੂਕੇਸ਼ਨ ਅਪਗ੍ਰੇਡ ਕੀਤੀ ਆ, ਹੁਣ ਉਹਨਾਂ ਨੇ ਆਪਣਾ ਆਪਣੇ ਆਪ ਨੂੰ ਇਸ ਜੌਬ ਲਈ ਕੁਆਲੀਫਾਈ ਕੀਤਾ ਹੈ ਤਾਂ ਉਹ ਮੈਟਰ ਹੋ ਸਕਦੇ। ਪਰ ਅਗੇਨ ਉਹਨਾਂ ਚੀਜ਼ਾਂ ਲਈ ਡਿਸਕਸ ਕਰਨਾ ਬਹੁਤ ਜ਼ਰੂਰੀ ਹੈ ਕਿ ਪਹਿਲਾਂ ਹੀ ਆਫਰ ਪਾ ਕੇ ਉਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਫਿਰ ਟਾਈਮ ਨਾ ਤਾਂ ਕੋਈ ਟਾਈਮ ਹੈ ਅਤੇ ਨਾ ਹੀ ਕੋਈ ਅਪਰੂਵਲ ਹੈ। ਸੋ ਇਹ ਤਾਂ ਹੈਗਾ ਜਿਹੜਾ ਜੌਬ ਦੇ ਉੱਤੇ, ਜੌਬ ਜਿਹੜਾ ਪੇਰੋਲ ਦੇ ਉੱਪਰ। ਕਿ ਹੁਣ ਜੇ ਆਪਾਂ ਆਈਏ ਜਿਹੜੇ ਕਿ ਸੈਲਫ ਇੰਪਲੋਇਡ ਨੇ, ਜਿੱਦਾਂ ਤੁਸੀਂ ਪਹਿਲਾਂ ਮੈਂਸ਼ਨ ਕੀਤਾ, ਚਾਹੇ ਉਹ ਫਰੇਮਰ ਨੇ ਜਾਂ ਜਿਨ੍ਹਾਂ ਦੇ ਵਿੱਚ ਆਪਣੇ ਅੱਜ ਕੱਲ੍ਹ ਜਿਹੜੇ ਨਵੇਂ ਮੁੰਡੇ ਊਬਰ ਚਲਾ ਰਹੇ ਨੇ, ਜਾਂ ਸਕਿਪ ਦਾ ਡਿਸ਼ਿਜ਼ ਹੋ ਗਿਆ, ਜਾਂ ਇੱਦਾਂ ਦੀਆਂ ਜਿਹੜੀ ਇਕੋਨਮੀ ਗਿਗ ਜੌਬਸ ਇਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ, ਅਤੇ ਜਾਂ ਜਿਹੜੇ ਕਿ ਕੋਈ ਵੀ ਸੈਲਫ ਇੰਪਲੋਇਡ ਆਪਣੇ ਇਵਨ ਟਰੱਕਾਂ ਵਾਲੇ ਹੋ ਗਏ ਜਿਹੜੇ ਭਰਾ, ਉਹਨਾਂ ਦੇ ਬਾਰੇ ਕੀ ਹੈਗਾ? ਸੋ ਸੈਲਫ ਇੰਪਲੋਇਡ ਦੇ ਵਿੱਚ ਸਟ੍ਰੇਟ ਅਪ ਆ ਜਿਹੜੀ ਕੈਟਾਗਰੀਜ਼ ਮੇਜਰ ਬੈਂਕਸ ਉਹਨਾਂ ਨੂੰ ਆਮ ਲੈਂਗੁਏਜ ਦੇ ਵਿੱਚ ਏ ਲੈਂਡਰਸ ਕਹਿ ਦਿੰਦੇ ਆ। ਸੋ ਜਿੰਨੇ ਵੀ ਬਿਗ ਬੈਂਕਸ ਆਪਾਂ ਅਰਾਊਂਡ ਸਟਰੀਟ ਦੇਖਦੇ ਹਾਂ, ਆਪਾਂ ਰੋਜ਼ ਉਹਨਾਂ ਨਾਲ ਬੈਂਕਿੰਗ ਕਰਦੇ ਹਾਂ, ਸੋ ਦੋਜ਼ ਆਰ ਆਲ ਏ ਲੈਂਡਰਸ। ਓਕੇ, ਐਂਡ ਪਲੱਸ ਕੁਛ ਬੀ ਲੈਂਡਰ ਜਿਹੜੇ ਉਹਨਾਂ ਦੀ ਵੀ ਏ ਸਾਈਡਸ ਹੈਗੀਆਂ, ਜਿਹੜੇ ਆਫਿਸਿਸ ਤੋਂ ਆਪਰੇਟ ਕਰਦੇ ਉਹ ਸਿਰਫ ਮੌਰਗੇਜਿਸ ਦਿੰਦੇ ਆ, ਉਹਨਾਂ ਦੀ ਆਪਾਂ ਨੂੰ ਕੋਈ ਲੋਕੇਸ਼ਨਸ ਨਹੀਂ ਦਿਖਦੀਆਂ, ਉਹ ਵੀ ਏ ਲੈਂਡਰਸ ਹੈਗੇ ਆ। ਓਕੇ, ਪਰ ਆਬਵੀਅਸ ਰੀਜ਼ਨ ਬਿਕਾਜ਼ ਆਪਾਂ ਉਹਨਾਂ ਨੂੰ ਸਟਰੀਟ 'ਤੇ ਨਹੀਂ ਦੇਖਦੇ, ਬਿਕਾਜ਼ ਉਹਨਾਂ ਦੇ ਕੋਈ ਚੈਕਿੰਗ ਅਕਾਊਂਟ, ਸੇਵਿੰਗ ਅਕਾਊਂਟਸ ਨਹੀਂ, ਉਹ ਸਿਰਫ ਮੌਰਗੇਜ ਅਕਾਊਂਟਸ 'ਤੇ ਕੰਮ ਕਰਦੇ ਆ। ਮਤਲਬ ਉਹਨਾਂ ਦੀ ਐਵਰੀਡੇ ਬੈਂਕਿੰਗ ਸਰਵਿਸ ਵਗੈਰਾ ਨਹੀਂ ਹੈਗੀ, ਸਿਰਫ ਉਹ ਮੌਰਗੇਜ ਨਾਲ ਹੀ ਡੀਲ ਕਰ ਰਹੇ, ਆਨਲਾਈਨ ਬੈਂਕਿੰਗ ਕਰਾ ਰਹੇ ਆ। ਓਕੇ, all these guys they look at self-employed the 2-year tax net income 2 years, okay, 2 ਸਾਲ ਦੀ net income। so meaning ਜੇ ਕੋਈ person ਅੱਜ self-employed ਬਣਿਆ ਆ ਤਾਂ ਉਹਨੂੰ ਹਾਲੇ 2022 ਦੇ taxes file ਕਰਨੇ ਪੈਣੇ ਆ, ਫਿਰ 2023 ਦੇ taxes file ਕਰਨੇ ਪੈਣੇ ਆ as a self-employed, ਫਿਰ ਉਹਦੀ ਉਹ ਇਨਕਮ ਜਿਹੜੀ ਆ ਉਹ ਕਾਊਂਟ 'ਚ ਆਉਣੀ ਹੈ ਕਿ ਇਹਦੀ ਨੈਟ ਇਨਕਮ ਆ। ਓਕੇ, ਠੀਕ ਹੈ ਜੀ। ਨਾਓ ਦੇਰ ਇਜ਼ ਅਨਦਰ ਕੈਟੇਗਰੀ ਜਿਹੜੀ ਨਿਊਅਰ ਬਿਜ਼ਨਸ ਓਨਰਸ ਨੂੰ ਦੇਖਦੀ ਆ, ਉਹਨਾਂ ਨੂੰ ਮੋਨੋ ਲੈਂਡਰਸ, ਅਲਟਰਨੇਟਿਵ ਲੈਂਡਰਸ, ਜਾਂ ਆਮ ਭਾਸ਼ਾ ਦੇ ਵਿੱਚ ਉਹਨਾਂ ਨੂੰ ਬੀ ਲੈਂਡਰ ਕਹਿ ਦਿੰਦੇ ਆ ਜੀ। ਅਗੇਨ ਉਹ ਪ੍ਰਾਈਵੇਟ ਲੈਂਡਰਸ ਨਹੀਂ ਹੈਗੇ। ਲੋਟ ਆਫ ਟਾਈਮ ਮੈਨੂੰ ਇਹ ਕੁਐਸਚਨ ਆਉਂਦਾ, ਭਾਜੀ ਉਹ ਤਾਂ ਪ੍ਰਾਈਵੇਟ ਲੈਂਡਰ, ਅਸੀਂ ਤਾਂ ਉੱਥੇ ਜਾਣਾ ਨਹੀਂ ਬਿਕਾਜ਼ ਉਹਨਾਂ ਦੀ ਕੋਈ ਲੋਕੇਸ਼ਨ ਨਹੀਂ ਹੈਗੀ। ਕਨਫਿਊਜ਼ਨ ਹੋ ਗਿਆ ਬੀ ਲੈਂਡਰ ਤੇ ਪ੍ਰਾਈਵੇਟ ਦੇ, ਉਹ ਸਿਰਫ ਭਾਸ਼ਾ ਸੁਣ ਕੇ ਕਿ ਸ਼ਾਇਦ ਇਹ ਬੀ ਲੈਂਡਰ ਹੈ, ਕੁਛ ਪ੍ਰਾਈਵੇਟ ਆ। ਉਹਨਾਂ ਨੂੰ ਐਕਚੁਅਲ ਜਿਹੜੀ ਸਾਡੀ ਭਾਸ਼ਾ ਦੇ ਵਿੱਚ ਤਾਂ ਦੇਰ ਅਲਟਰਨੇਟਿਵ ਲੈਂਡਰਸ, ਕਿਉਂਕਿ ਉਹ ਅਲਟਰਨੇਟਿਵ ਸੋਲਿਊਸ਼ਨ ਆ। ਸੋ ਉਹ ਕੈਟੇਗਰੀਜ਼ ਦੇ ਵਿੱਚ ਇਹ ਆਉਂਦਾ ਕਿ ਯੈਸ ਉਹਦੇ 'ਚ ਜੇ ਬਿਜ਼ਨਸਿਸ ਵਾਲਿਆਂ ਦਾ 2 ਸਾਲ ਦਾ ਐਕਸਪੀਰੀਅੰਸ ਹੈਗਾ ਉਸ ਬਿਜ਼ਨਸ ਦੇ ਵਿੱਚ, ਪਰ ਹੋ ਸਕਦਾ ਉਹਨਾਂ ਨੇ ਕੰਪਨੀ ਨਵੀਂ ਖੋਲ੍ਹੀ ਹੈ, ਮਿਨੀਮਮ ਉਹ ਰਿਕੁਆਇਰਮੈਂਟ ਮੰਗਦੇ ਆ 6 month ਆਪਰੇਟਿੰਗ ਬਿਜ਼ਨਸ ਦੀ। ਓਕੇ, ਸੋ ਉਹਦੇ ਨਾਲ ਇਹ ਹੈ ਕਿ ਜੇ ਕੋਈ ਪਰਸਨ ਟੈਕਸੀ ਚਲਾ ਰਿਹਾ ਸੀ ਜਾਂ ਊਬਰ 2 ਸਾਲ ਤੋਂ ਕਰ ਰਿਹਾ, ਪਰ ਹੁਣ ਉਹਨੇ ਸੋਚਿਆ ਕਿ ਓਕੇ ਮੈਂ ਆਪਣਾ ਕੁਛ ਨਾ ਕੁਛ ਆਪਦੀ ਕੰਪਨੀ ਖੋਲ੍ਹ ਲੈਣਾ ਜਾਂ ਕੁਛ ਹੋਰ ਕਰ ਲੈਣਾ, ਉਹਦਾ ਐਕਸਪੀਰੀਅੰਸ ਹੈਗਾ ਆ। ਟਰੱਕਿੰਗ ਮੇਨ ਐਗਜ਼ਾਮਪਲ ਆ ਕਿ ਪਰਸਨ ਪਹਿਲਾਂ ਕਿਸੇ ਨਾਲ ਐਜ਼ ਅ ਓਨਰ ਆਪਰੇਟਰ ਚੱਲ ਰਿਹਾ ਸੀ, ਹੁਣ ਉਹਨੇ ਇੱਕ ਹੋਰ ਟਰੱਕ ਪਾਉਣਾ, ਹੁਣ ਉਹਨੇ ਕੰਪਨੀ ਖੋਲ੍ਹ ਲਈ ਆ, ਸੋ ਉਹਨਾਂ ਦਾ 2 ਸਾਲ ਦਾ ਐਕਸਪੀਰੀਅੰਸ ਹੈਗਾ। ਸੋ ਇਨ ਦਿਸ ਕੇਸ ਅਸੀਂ 2 ਸਾਲ ਦੀ ਨੈਟ ਇਨਕਮ ਭਾਵੇਂ ਉਹਨਾਂ ਦੀ ਲੋ ਹੋਵੇ, ਪਰ ਉਹਦੇ 'ਚ ਉਹਨਾਂ ਦੀ 2 ਸਾਲ ਦੇ ਵਿੱਚ ਜਿਹੜੇ 6 ਮਹੀਨੇ ਪਿਛਲੇ ਨਿਕਲੇ ਆ
ਉਹਦੇ 'ਚ ਅਸੀਂ ਉਹਦੀ ਜਿਹੜੀ ਐਕਚੁਅਲ ਗ੍ਰੋਸ ਇਨਕਮ ਨੂੰ ਵੀ ਲੈ ਸਕਦੇ ਹਾਂ। ਸੋ ਉਹ ਲੈਂਡਰਸ ਉਸ ਸਾਈਡ ਨੂੰ ਫੋਕਸ ਕਰਦੇ ਆ। ਬੀ ਲੈਂਡਰਸ ਮੋਨੋ ਲੈਂਡਰਸ ਤੁਸੀਂ ਕਹਿੰਦੇ ਹੋ ਜਾਂ ਅਲਟਰਨੇਟਿਵ ਜਿਹੜੇ ਹੈਗੇ ਨੇ। ਓਕੇ, ਸੋ ਅਗੇਨ ਉਹਦੇ 'ਚ ਇਹ ਹੈ ਕਿ ਵੀ ਬੈਠ ਕੇ ਵੀ ਕੈਨ ਗੋ ਓਵਰ ਪਰਸਨ ਸਿਚੁਏਸ਼ਨ। ਹੋ ਸਕਦਾ ਕਿ ਉਹਨਾਂ ਦੀ ਇਨਕਮ ਹੀ ਇੰਨੀ ਜ਼ਿਆਦਾ ਉਹ ਸ਼ੋ ਕਰ ਰਹੇ ਆ ਕਿ ਠੀਕ ਆ ਉਹਨਾਂ ਦੀ ਗੁੱਡ ਚੱਲ ਰਹੀ ਹੈ, ਉਹ ਨੈਟ ਇਨਕਮ ਵਧੀਆ ਕਰ ਰਿਹਾ, ਔਰ ਉਹਨਾਂ ਦੀ ਰਿਕੁਆਇਰਮੈਂਟ ਮੇ ਵੀ ਛੋਟੀ ਮੋਟੀ ਕੋਈ ਪ੍ਰਾਪਰਟੀ ਲੈਣ ਦੀ ਹੈ। ਇਨ ਦੈਟ ਕੇਸ ਆਪਾਂ ਉਹਨੂੰ ਉੱਥੇ ਦੇਖ ਸਕਦੇ ਹਾਂ। ਜਾਂ ਫਿਰ ਉਹਦੀ ਅਲਟਰਨੇਟਿਵ ਆ ਜਾਂਦੀ ਹੈ ਕਿ ਅਲਟਰਨੇਟਿਵ ਲੈਂਡਿੰਗ ਹੈ ਕਿ ਜਿਹਦੇ 'ਚ ਅਸੀਂ ਸਿਰਫ ਗ੍ਰਾਸ ਇਨਕਮ 'ਤੇ ਫੋਕਸ ਕਰ ਸਕਦੇ ਹਾਂ। ਐਂਡ ਇਹ ਸਾਰੀਆਂ ਜਿਹੜੀਆਂ ਕੈਟਾਗਰੀਜ਼ ਆ ਦੇ ਲੁੱਕ ਐਟ 20% ਮਿਨੀਮਮ ਡਾਊਨ ਪੇਮੈਂਟ। ਚਾਹੇ ਫਸਟ ਟਾਈਮ ਵੀ ਹੋ। ਯੈਸ, ਜੇ ਤੁਸੀਂ ਮੋਨੋ ਲੈਂਡਰਸ ਨਾਲ ਜਾਣਾ ਆ ਔਰ ਤੁਹਾਡਾ ਬਿਜ਼ਨਸ 'ਚ 2 ਸਾਲ ਦਾ ਐਕਸਪੀਰੀਅੰਸ ਹੈਗਾ ਜੀ, ਪਰ ਤੁਸੀਂ ਹਾਲੇ ਆਪਰੇਟ ਪਿਛਲੇ ਲਾਸਟ 6 ਮਹੀਨੇ ਤੋਂ ਵਧੀਆ ਕਰ ਰਹੇ ਹੋ ਔਰ ਈਵਨ ਸਾਲ ਤੋਂ ਵੀ ਕਰ ਰਹੇ ਹੋ, ਪਰ 2 ਸਾਲ ਦਾ ਨੈਟ ਇਨਕਮ ਤੁਹਾਡੀ ਘੱਟ ਆ ਔਰ ਤੁਸੀਂ ਕੁਆਲੀਫਾਈ ਨਹੀਂ ਕਰ ਰਹੇ, ਪਰ ਤੁਹਾਡੇ ਕੋਲ ਗ੍ਰਾਸ ਜ਼ਿਆਦਾ ਆ ਜੀ, ਪਰ ਉਹਦੇ 'ਚ ਤੁਸੀਂ ਆਪਣੇ ਐਕਸਪੈਂਸਿਸ ਸਾਰੇ ਖਰਚੇ ਸੀ। ਸੋ ਦੈਨ ਵੀ ਕੈਨ ਟੇਕ ਇਟ ਟੂ ਅਲਟਰਨੇਟਿਵ ਲੈਂਡਿੰਗ, ਪਰ ਅਲਟਰਨੇਟਿਵ ਲੈਂਡਿੰਗ ਮਿਨੀਮਮ ਡਾਊਨ ਪੇਮੈਂਟ ਇਜ਼ 20%। ਓਕੇ, ਜਾਂ ਫਿਰ ਚਾਹੇ ਉਹ ਮਿਲੀਅਨ ਤੋਂ ਥੱਲੇ ਲੈ ਰਹੇ ਹੋਣ, ਚਾਹੇ ਮਿਲੀਅਨ ਦਾ ਲੈ ਰਹੇ ਹੋਣ, ਚਾਹੇ ਮਿਲੀਅਨ ਤੋਂ ਉੱਪਰ ਲੈ ਰਹੇ ਹੋਣ, ਉਹਨਾਂ ਦੀ ਮਿਨੀਮਮ ਡਾਊਨ ਪੇਮੈਂਟ ਹੀ 20% ਆ। ਓਕੇ, ਸੋ ਇਹਦੇ 'ਚ ਹੁਣ ਏ ਲੈਂਡਰ ਤੇ ਬੀ ਲੈਂਡਰ ਜਿਹੜੇ ਹੈਗੇ ਨੇ, ਇਹਨਾਂ ਦੇ ਰਫਲੀ ਇੰਟਰਸਟ ਰੇਟ ਦਾ ਕਿੰਨਾ ਕੁ ਫਰਕ ਹੁੰਦਾ? ਕਿਉਂਕਿ ਕਾਫੀ ਲੋਕ ਡਰਦੇ ਨੇ ਵੀ ਬੀ ਤੇ ਗਏ ਤਾਂ ਇੰਟਰਸਟ ਰੇਟ ਬਹੁਤ ਹਾਈ ਹੋ ਜਾਣਾ। ਸੋ ਅਪਰੋਕਸੀਮੇਟ ਕਿੰਨਾ ਕੁ ਇਹ 'ਚ ਡਿਫਰੈਂਟ ਜਿਹੜੇ ਉਹ ਐਕਸਪੈਕਟ ਕਰ ਸਕਦੇ ਨੇ ਜਿਹੜੇ ਬੀ ਲੈਂਡਰਸ ਕੋਲ ਜਾਂ ਅਲਟਰਨੇਟਿਵ ਲੈਂਡਰਸ ਕੋਲ ਜਾਂਦੇ ਨੇ? ਸੋ ਐਜ਼ ਆਫ ਟੂਡੇ, ਬਿਕਾਜ਼ ਆਪਾਂ ਦੇਖ ਹੀ ਰਹੇ ਜਿੱਦਾਂ ਮਾਰਕੀਟ ਦੇ ਵਿੱਚ ਕਿ ਰੇਟਸ ਆਰ ਟੂ ਹਾਈ, ਰਾਈਟ? ਈਵਨ ਏ ਲੈਂਡਰਸ ਆਰ ਰੇਟ ਸੈਟਿੰਗ ਜਿਹੜੇ ਆਪਾਂ ਫਿਕਸ ਦੀ ਗੱਲ ਹੀ ਕਰਦੇ ਹਾਂ। ਮੋਸਟ ਆਫ ਜਿਹੜੇ ਅਲਟਰਨੇਟਿਵ ਲੈਂਡਰਸ ਆ ਉਹ ਸਿਰਫ ਤੇ ਸਿਰਫ ਫਿਕਸ ਰੇਟ ਹੀ ਆਫਰ ਕਰਦੇ ਆ। ਓਨਲੀ ਫਿਊ ਆਫ ਦੈਮ ਉਹ ਆਫਰ ਕਰਦੇ ਆ ਵੇਰੀਏਬਲ ਰੇਟਸ, ਬਟ ਜ਼ਿਆਦਾ ਕਰਕੇ ਉਹ ਫਿਕਸ ਰੇਟ ਹੀ ਆਫਰ ਕਰਦੇ ਆ। ਔਰ ਉਹਨਾਂ ਦੀਆਂ ਟਰਮਸ ਜਿਹੜੀਆਂ ਆਉਂਦੀਆਂ, ਜਿਹੜੇ ਏ ਲੈਂਡਰਸ ਆਪਾਂ ਕਹਿ ਲਈਏ TD, Scotia, RBC, ਆਲ ਥੀਸ ਗਾਈਜ਼, ਇਹ ਫਿਕਸ ਆਫਰ ਕਰਦੇ 1 ਸਾਲ, 3 ਸਾਲ, 4 ਸਾਲ, 5 ਸਾਲ, 10 ਸਾਲ, 7 ਸਾਲ। ਪਰ ਜਿਹੜੇ ਅਲਟਰਨੇਟਿਵ ਲੈਂਡਿੰਗ ਆ ਉਹ ਸਟਾਰਟ ਕਰਦੇ ਆ 1 ਸਾਲ, 2 ਸਾਲ, 3 ਸਾਲ, 5 ਸਾਲ। ਸੋ ਇਹਨਾਂ ਦੇ ਜਿੱਦਾਂ ਤੁਸੀਂ ਸਾਲ ਵਧਾਉਣੇ ਅਪ ਟੂ 5 ਈਅਰ, ਏ ਲੈਂਡਰਸ ਦੇ ਰੇਟ ਜਿਹੜਾ ਉਹ ਥੱਲੇ ਨੂੰ ਆਉਂਦਾ ਆ। ਪਰ ਜਿਹੜੇ ਬੀ ਲੈਂਡਰਸ ਹੈਗੇ ਆ ਉਹਨਾਂ ਦਾ ਜਿੱਦਾਂ ਤੁਸੀਂ ਇੱਕ ਤੋਂ ਦੂਜੇ ਤੱਕ ਜਾਂਦੇ ਆ ਤਾਂ ਰੇਟ ਮਹਿੰਗਾ ਹੋ ਜਾਂਦਾ, ਦੂਜੇ ਤੋਂ ਤੀਜੇ ਸਾਲ ਤੱਕ ਜਾਂਦੇ ਰੇਟ ਹੋਰ ਮਹਿੰਗਾ ਹੋ ਜਾਂਦਾ। ਸੋ ਆਪੋਜ਼ਿਟ ਕੰਮ ਕਰਦੇ, ਆਪੋਜ਼ਿਟ ਆ, ਬਿਕਾਜ਼ ਇਟਸ ਅਲਟਰਨੇਟਿਵ ਸੋਲੂਸ਼ਨ। ਇਟਸ ਸ਼ਾਰਟ ਟਰਮ ਸੋਲੂਸ਼ਨ ਆ ਕਿ ਕੋਈ ਪਰਸਨ 1 ਸਾਲ ਤੋਂ ਹੀ ਹਾਲੇ ਸੈਲਫ ਇੰਪਲੋਇਡ ਆ, ਪਰ ਉਹਦੇ ਅਗਲੇ ਸਾਲ ਟੈਕਸ ਭਰ ਕੇ he can qualify with A lenders। so try ਕਰਦੇ ਵੀ 1 ਸਾਲ ਤੋਂ ਬਾਅਦ ਤੁਸੀਂ move out ਹੋ ਜਾਓ ਸਾਡੇ ਨਾਲ। ਨਾਓ ਜਦੋਂ ਆਪਾਂ ਰੇਟ ਡਿਫਰੈਂਸ ਦੀ ਗੱਲ ਕਰਦੇ ਹਾਂ, ਜਿਹੜੇ ਹੁਣ ਰੈਗੂਲਰ ਲੈਂਡਰਸ ਹੈਗੇ ਆ ਉਹਨਾਂ ਦੇ ਰੇਟਸ ਹੀ ਇਸ ਵੇਲੇ 5 ਇਅਰਸ ਦੇ 4+ ਦੇ ਵਿੱਚ ਜਾ ਰਹੇ ਆ। 4% ਤੋਂ ਲੈ ਕੇ 4.39, 4.5, ਅਲੱਗ-ਅਲੱਗ ਲੈਂਡਰਸ ਦੇ ਅਲੱਗ-ਅਲੱਗ ਆਪਣੇ ਰੇਟਸ ਹੈਗੇ ਆ। ਵਿਦ ਬੀ ਲੈਂਡਰਸ, ਜਿਹੜੇ ਮੋਨੋ ਲੈਂਡਰਸ ਦੇ ਅਲਟਰਨੇਟਿਵ ਲੈਂਡਰਸ, ਉਹਨਾਂ ਦੇ ਇਸ ਵੇਲੇ 1 ਸਾਲ ਦੇ ਜਿਹੜੇ ਰੇਟ ਆ ਉਹ 4.5 ਤੋਂ ਲੈ ਕੇ 5% ਰੇਂਜ ਤੱਕ ਆ। Okay. So, and then plus they charge fees as well. So that depends on your condition, situation. ਉਹਨਾਂ ਦਾ ਪਰ ਇਹ good side ਹੈ ਕਿ they look at your situation. What situation they can manipulate with the rates. They can offer you good or bad rates depending on your credit or depending on your situation. So each person, ਤੁਹਾਡੀ each file ਜਾਂ each ਜਿਹੜਾ ਵੀ ਤੁਹਾਡਾ ਹੈਗਾ ਉਹ it will vary from person A to person B, ਵੀ ਜਦੋਂ ਕਿੱਦਾਂ ਜਾਂਦੇ ਹੋ ਕਿੱਦਾਂ ਉਹਨਾਂ ਕੰਮ ਕਰਦਾ। ਬਿਲਕੁਲ। ਕ੍ਰੈਡਿਟਸ ਦਾ ਕੀ ਰੋਲ ਹੈ ਜਿਹੜੀ ਜਦੋਂ ਆਪਾਂ ਮੋਰਗੇਜ ਲੈਣੀ ਹੁੰਦੀ ਹੈ, ਜਿਹੜਾ ਕ੍ਰੈਡਿਟ ਸਕੋਰ, ਕ੍ਰੈਡਿਟ ਹਿਸਟਰੀ, ਇਹਦੇ ਬਾਰੇ ਥੋੜਾ ਜਿਹਾ ਪਲੀਜ਼ ਐਕਸਪਲੇਨ ਕਰੋ ਵੀ ਹਾਊ ਡਸ ਦੈਟ ਵਰਕ? ਸੋ ਕ੍ਰੈਡਿਟ ਨੂੰ ਨਾ ਮੈਂ ਸਿੰਪਲ ਵਰਡਸ 'ਚ ਪੁੱਟ ਅਪ ਕਰ ਦਿੰਦਾ, ਜਿਹੜਾ ਈਜ਼ੀ ਵੀ ਰਹਿੰਦਾ, ਜਿਹੜਾ ਆਮ ਮੇਰਾ ਹੀ ਆਪਣਾ ਹੀ ਕਿਹਾ ਹੋਇਆ ਤਰੀਕਾ ਹੈ। Yeah, sure. Credit I think basically ਇੱਕ ਚੀਜ਼ ਬਣਾਤੀ ਗਈ in the financial institution ਕਿ ਇਹ ਤੁਹਾਡਾ ਆਪਣਾ ਕਰੈਕਟਰ ਆ ਫਾਈਨੈਂਸ਼ੀਅਲ ਇੰਡਸਟਰੀ ਦੇ ਵਿੱਚ, ਕਿ ਤੁਸੀਂ ਕਿੱਦਾਂ ਜੇ ਕੁਛ ਮਨੀ ਬੋਰੋ ਕਰਦੇ ਆ ਤਾਂ ਉਹਨੂੰ ਪੇ ਬੈਕ ਕਿੱਦਾਂ ਕਰਦੇ ਆ। ਅਸੀਂ ਪੰਜਾਬ ਤੋਂ ਆਏ ਆ, ਇੰਡੀਆ ਤੋਂ ਆਏ, ਉੱਥੇ ਆਮ ਕਰਕੇ ਪਹਿਲੇ ਟਾਈਮਾਂ 'ਚ ਹੁੰਦਾ ਸੀ, ਆਈ ਡੋਨਟ ਨੋ ਹੁਣ ਹੁੰਦਾ ਹੋਣਾ ਕਿ ਨਹੀਂ, ਕਰੈਕਟਰ ਸਰਟੀਫਿਕੇਟ ਮਿਲਦਾ ਸੀ ਜਦੋਂ ਆਪਾਂ ਸਕੂਲ ਚੇਂਜ ਕਰਦੇ ਸੀ। ਕਰੈਕਟ, ਯੈਸ। ਬਿਕਾਜ਼ ਨਵੇਂ ਸਕੂਲ 'ਚ ਜਾ ਕੇ ਜੀ ਆ ਸਾਡਾ ਕਰੈਕਟਰ ਸਰਟੀਫਿਕੇਟ ਆ, ਉੱਥੇ ਪਤਾ ਲੱਗਦਾ ਸੀ ਕਿ ਪਿੱਛੋਂ ਕੀ ਕਰਕੇ ਬਿਲਕੁਲ, ਹਾਂ, ਠੀਕ ਆ ਜੀ। ਸੋ ਸੇਮ ਚੀਜ਼ ਹੀ ਜਿਹੜਾ ਸਿਸਟਮ ਬਣਾਇਆ ਗਿਆ ਕੈਨੇਡਾ, ਅਮਰੀਕਾ ਜਾਂ ਕਿਤੇ ਵੀ ਹੋਰ ਕੰਟਰੀਜ਼ ਦੇ ਵਿੱਚ ਵੀ। ਸੋ ਦਿਸ ਇਜ਼ ਯੋਰ ਫਾਈਨੈਂਸ਼ੀਅਲ ਕ੍ਰੈਡਿਟ, ਜਿਹੜਾ ਕਰੈਕਟਰ ਆ ਕਿ ਤੁਸੀਂ ਜੇ ਕਿਸੇ ਨੂੰ ਕ੍ਰੈਡਿਟ ਕਾਰਡ ਲੈ ਰਹੇ, ਕਿਸੇ ਬੋਰੋਵਰ ਤੋਂ, ਜਾਂ ਕਾਰ ਲੋਨ ਲੈ ਰਹੇ ਜਾਂ ਮੌਰਗੇਜ ਲੈ ਰਹੇ ਤਾਂ ਉਹਨੂੰ ਪੇ ਬੈਕ ਕਿੱਦਾਂ ਕਰ ਰਹੇ ਆ, ਉਹ ਤੁਹਾਡੀ ਕੀ ਹੈਬਿਟਸ ਆ ਉਹਨੂੰ ਪੇ ਬੈਕ ਕਰਨ ਦੀਆਂ। ਆਰ ਯੂ ਪੇਇੰਗ ਔਨ ਟਾਈਮ, ਕਿ ਤੁਸੀਂ ਉਹਨੂੰ ਡਿਲੇ ਕਰ ਰਹੇ ਆ, ਕਿ ਪੇਮੈਂਟਸ ਮਿਸ ਕਰ ਰਹੇ ਆ, ਕਿ ਬਿਲਕੁਲ ਨਹੀਂ ਦੇ ਰਹੇ, ਚਾਹੇ ਉਹ ਫੋਨ ਬਿੱਲ ਹੋਵੇ ਜਾਂ ਕੁਛ ਵੀ ਹੋਵੇ। ਫਾਈਨੈਂਸ਼ੀਅਲ ਹੈਬਿਟਸ, ਬਿਲਕੁਲ, ਉਹ ਤੁਹਾਡੀਆਂ ਫਾਈਨੈਂਸ਼ੀਅਲ ਹੈਬਿਟਸ ਨੂੰ ਕੈਪਚਰ ਕਰਦਾ ਆ। ਜਿਹੜੇ ਵੀ ਤੁਸੀਂ ਕ੍ਰੈਡਿਟਸ ਓਪਨ ਕਰਦੇ ਆ, ਚਾਹੇ ਉਹ ਵਾਲਮਾਰਟ ਦਾ ਕਾਰਡ ਹੋਵੇ, ਚਾਹੇ TD ਦਾ ਕ੍ਰੈਡਿਟ ਕਾਰਡ ਹੋਵੇ, ਫੋਨ ਬਿੱਲ ਆ, ਟੈਲਰ, ਸ਼ਾਹ, ਕੁਛ ਵੀ ਆ, ਚਾਹੇ ਘਰ ਦੀ ਮੌਰਗੇਜ ਹੀ ਆ, ਉਹ ਜਿਹੜੇ ਲੈਂਡਰਸ ਆ ਰਿਪੋਰਟ ਕਰਦੇ ਆ ਐਵਰੀ ਮੰਥ ਕਿ ਤੁਸੀਂ ਆਪਣੀਆਂ ਪੇਮੈਂਟਸ ਕਿੱਦਾਂ ਦੇ ਰਹੇ ਆ। ਤਾਂ ਜੇ ਤੁਸੀਂ ਔਨ ਟਾਈਮ
ਐਕਸਕਿਊਜ਼ ਮੀ ਔਨ ਟਾਈਮ ਦੇ ਰਹੇ ਆ ਤਾਂ ਉਹਨਾਂ ਨੂੰ ਉਸੇ ਤਰ੍ਹਾਂ ਹੀ ਉਹ ਔਨ ਟਾਈਮ ਜਿਹੜਾ ਉੱਥੇ ਨੋਟੀਫਾਈ ਕਰਾਈ ਜਾਂਦੇ ਆ ਕਿ ਯੈਸ ਸਾਡੀਆਂ ਪੇਮੈਂਟ ਸਾਨੂੰ ਔਨ ਟਾਈਮ ਮਿਲ ਰਹੀਆਂ। ਜਿੱਥੇ ਤੁਸੀਂ ਜਾ ਕੇ ਮਿਸ ਕੀਤਾ ਆ ਉੱਥੇ ਜਾ ਕੇ ਦੇ ਗਿਵ ਯੂ ਚਾਂਸ ਮੇਬੀ ਮਹੀਨੇ ਦਾ ਟਾਈਮ ਕਿ ਠੀਕ ਆ 1 ਮਹੀਨਾ ਦਿੱਤਾ, ਨੋਟਿਸ ਆ ਗਿਆ ਕਿ ਤੁਸੀਂ ਪਿਛਲੀ ਪੇਮੈਂਟ ਮਿਸ ਕੀਤੀ ਸੀ, ਪਰ ਜੇ ਤੁਸੀਂ ਉਹਨੂੰ ਵੀ ਇਗਨੋਰ ਕਰਤਾ ਨਾਓ ਐਟ ਦਿਸ ਟਾਈਮ ਉਹਨਾਂ ਨੇ ਜਾ ਕੇ ਉੱਥੇ ਰਿਪੋਰਟ ਕਰ ਦੇਣੀ ਆ ਕਿ ਹਾਂਜੀ ਇਸ ਪਰਸਨ ਨੇ ਜਿਹੜਾ ਹੈ ਕ੍ਰੈਡਿਟ ਸਾਡੀ ਪੇਮੈਂਟ ਮਿਸ ਕੀਤੀ ਆ। ਨਾਓ 1-2 ਪੇਮੈਂਟਸ ਮਿਸ ਹੋ ਗਈਆਂ, ਇਟਸ ਓਕੇ, ਕੋਈ ਜੈਨੂਇਨ ਰੀਜ਼ਨ ਹੋ ਸਕਦਾ, ਤੁਸੀਂ ਘਰੇ ਨਹੀਂ ਸੀ ਜਾਂ ਆਊਟ ਆਫ ਕੰਟਰੀ ਸੀ ਜਾਂ ਤੁਹਾਨੂੰ ਬਿੱਲ ਨਹੀਂ ਮਿਲਿਆ, ਉਹਨੂੰ ਲੈਂਡਰਸ ਅੰਡਰਸਟੈਂਡ ਕਰਦੇ ਅੰਡਰਸਟੈਂਡੇਬਲ ਆ ਵੀ ਹੋ ਜਾਂਦਾ ਹੈ ਹਿਊਮਨ ਕੁਛ ਲਾਈਫ ਇਟ ਹੈਪਨਸ ਜਾਂ ਚੈੱਕ ਤੁਸੀਂ ਪੇਮੈਂਟ ਲਾਈ ਸੀ ਉਹ ਬਾਉਂਸ ਹੋ ਗਈ, ਆਟੋ ਪੇਮੈਂਟ ਤੇ ਸੈਟਅਪ ਕੀਤਾ ਹੋਇਆ ਸੀ, ਦੈਟਸ ਓਕੇ। ਪਰ ਹੁਣ ਕਿਤੇ ਹੋ ਗਿਆ ਕਿ ਤੁਸੀਂ ਬਿਲਕੁਲ ਹੀ ਸੋਚ ਲਿਆ ਕਿ ਮੈਂ ਤਾਂ ਪੇਮੈਂਟ ਦੇਣੀ ਨਹੀਂ ਨਾ, ਉਹਦੇ 'ਚ ਵੀ ਕਈ ਰੀਜ਼ਨ ਹੋ ਸਕਦੇ ਆ, ਕੋਈ ਵੀ XYZ ਰੀਜ਼ਨਸ ਹੋ ਸਕਦੇ ਆ ਕਿ ਉਹ ਪੇਮੈਂਟਸ ਗਈਆਂ ਹੀ ਨਹੀਂ। ਸੋ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਇੱਕ ਤੁਹਾਡਾ ਮਿਨੀਮਮ ਕ੍ਰੈਡਿਟ ਸਕੋਰ ਬਿਲਡ ਹੋ ਰਿਹਾ ਸੀਗਾ ਨਾ ਉਹਦੇ 'ਤੇ ਇਫੈਕਟ ਪੈਣਾ ਸ਼ੁਰੂ ਹੋ ਜਾਂਦਾ ਹੈ, ਬਿਕੋਜ਼ ਜਦੋਂ ਲੈਂਡਰਸ ਰਿਪੋਰਟ ਕਰਨ ਲੱਗ ਪਿਆ ਕਿ ਇਹ ਪਰਸਨ ਮੇਰੀਆਂ ਪੇਮੈਂਟਸ ਨਹੀਂ ਦੇ ਰਿਹਾ, ਸੋ ਨੈਚੁਰਲ ਸਿਸਟਮ ਜਿਹੜਾ ਉਹ ਕ੍ਰੀਏਟ ਕੀਤਾ ਗਿਆ ਕ੍ਰੈਡਿਟ ਬਿਊਰੋ ਦਾ, ਉਹ ਬਿਊਰੋ ਤੁਹਾਡੇ ਸਕੋਰਸ ਜਿਹੜੇ ਆ ਉਹ ਡਾਊਨ ਕਰਨ ਲੱਗ ਪੈਂਦਾ ਹੈ। ਉਹਦਾ ਰੀਜ਼ਨ ਇਹ ਹੈ ਕਿ ਹੁਣ ਤੁਹਾਨੂੰ ਉਹ ਗੁੱਡ ਸਰਟੀਫਿਕੇਟ ਮਿਲਣ ਦੀ ਬਜਾਏ ਹੁਣ ਤੁਹਾਨੂੰ ਉਹ ਬੈਡ ਸਾਈਡ ਵੱਲ ਨੋਟੀ ਸਾਈਡ ਵੱਲ ਨੂੰ ਜਾਣਾ ਸ਼ੁਰੂ ਹੋ ਗਿਆ ਕਿ ਵੀ ਇਹਦਾ ਰੀਜ਼ਨ ਹੋ ਗਿਆ ਕਿ ਹੁਣ ਤੁਸੀਂ ਕਿਸੇ ਵੀ ਇੰਸਟੀਟਿਊਟ ਕੋਲ ਜਾਓਗੇ ਦੁਬਾਰਾ ਕੁਝ ਕ੍ਰੈਡਿਟ ਕਾਰਡ ਜਾਂ ਕਾਰ ਲੋਨ ਅਪਲਾਈ ਕਰੋਗੇ, ਆਪਾਂ ਅਕਸਰ ਹੀ ਸੁਣਦੇ ਹਾਂ ਤੁਹਾਡਾ ਕ੍ਰੈਡਿਟ ਚੈੱਕ ਕਰਨਾ ਜੀ। ਉਹਦਾ ਰੀਜ਼ਨ ਇਹੀ ਆ ਕਿ ਉਦੋਂ ਦੇਖਣਾ ਚਾਹੁੰਦੇ ਆ ਕਿ ਤੁਹਾਡੀ ਪ੍ਰੀਵੀਅਸ ਹਿਸਟਰੀ ਕਿੱਦਾਂ ਦੀ ਆ ਹੋਰ ਲੈਂਡਰਾਂ ਦੇ ਨਾਲ ਜਾਂ ਹੋਰ ਇੰਸਟੀਟਿਊਸ਼ਨਸ ਦੇ ਨਾਲ। ਮਤਲਬ ਤੁਸੀਂ ਆਪਣੇ ਪੈਸੇ ਨੂੰ ਜਾਂ ਜਿਹੜਾ ਤੁਹਾਨੂੰ ਲੈਂਡ ਕੀਤਾ ਗਿਆ ਕ੍ਰੈਡਿਟ ਕਾਰਡ, ਤੁਹਾਡੀਆਂ ਫਾਈਨੈਂਸ਼ੀਅਲ ਹੈਬਿਟਸ, ਤੁਹਾਡਾ ਲੈਣ ਦੇਣ ਪੰਜਾਬੀ 'ਚ ਕਹਿ ਲਈਏ, ਬਿਲਕੁਲ ਜਦੋਂ ਉਹ ਕਿੱਦਾਂ ਦਾ ਰਿਹਾ ਉਹਦੇ ਹਿਸਾਬ, ਕਿਉਂਕਿ ਜਿੱਦਾਂ ਦਾ ਪਾਸਟ 'ਚ ਤੁਹਾਡਾ ਰਿਹਾ ਉਹਦੇ ਤੋਂ ਆਈਡੀਆ ਲਾਣਗੇ ਕਿ ਤੁਸੀਂ ਫਿਊਚਰ ਦੇ ਵਿੱਚ ਕੀ ਕਰੋਗੇ, ਰਾਈਟ। ਹੁਣ ਜਿੱਦਾਂ ਤੁਸੀਂ ਫੋਰ ਇੰਸਟੈਂਟ ਜੇ ਹੁਣ ਤੁਸੀਂ ਆਪਣੇ ਕ੍ਰੈਡਿਟ ਕਾਰਡਸ ਦੀਆਂ ਪੇਮੈਂਟਸ ਮਿਸ ਕਰ ਰਹੇ ਆ, ਹੁਣ ਤੁਸੀਂ ਕਿਸੇ ਨਵੇਂ ਬੈਂਕ ਕੋਲ ਕ੍ਰੈਡਿਟ ਕਾਰਡ ਲੈਣ ਚਲੇ ਗਏ ਤਾਂ ਹੁਣ ਉਹਨਾਂ ਨੇ ਤੁਹਾਡਾ ਕ੍ਰੈਡਿਟ ਪੁੱਲ ਕੀਤਾ, ਦੇਖਿਆ ਕਿ ਇਹਨਾਂ ਨੇ ਜੇ XYZ ਬੈਂਕ ਦਾ ਤਾਂ ਇਹਨਾਂ ਨੇ ਕ੍ਰੈਡਿਟ ਪਹਿਲਾਂ ਹੀ ਪੇ ਨਹੀਂ ਕਰਦੇ ਪਏ ਔਨ ਟਾਈਮ, ਇਸ ਵੇਲੇ ਮੇ ਬੀ ਸਲਾਈਡ ਥਰੂ ਹੋ ਜਾਵੇ ਕਿ ਹਾਲੇ ਕ੍ਰੈਡਿਟ ਇੰਨਾ ਬੈਡ ਨਹੀਂ ਸੀ ਹੋਇਆ, ਤੁਸੀਂ ਕੋਈ ਵੀ ਐਕਸਕਿਊਜ਼ ਬਣਾ ਦਿੱਤਾ, ਉਹਨਾਂ ਨੇ ਤੁਹਾਨੂੰ ਛੋਟੀ ਲਿਮਿਟ ਦਾ ਦੇ ਦਿੱਤਾ, ਜ਼ਿਆਦਾ ਵੱਡੀ ਲਿਮਿਟ ਨਹੀਂ ਦਿੱਤੀ। ਪਰ ਜੇ ਹੁਣ ਤੁਹਾਡੇ 1-2 ਹੋਰ ਇੰਸਟੀਟਿਊਸ਼ਨ ਦੇ ਨਾਲ ਵੀ ਇਹੀ ਇਸ਼ੂ ਹੋਏ ਆ, ਸੋ ਚਾਂਸਿਸ ਆਰ ਦੇਲ ਲਾਈਕ ਸੌਰੀ ਸਰ ਤੁਸੀਂ ਨਹੀਂ, ਅਸੀਂ ਇਸ ਵੇਲੇ ਤੁਹਾਨੂੰ ਹੋਰ ਲੋਨ ਨਹੀਂ ਦੇ ਸਕਦੇ ਬਿਕਾਜ਼ ਤੁਹਾਡਾ ਕ੍ਰੈਡਿਟ ਵੀਕ ਆ। ਸੋ ਵੀਕ ਹੋਣ ਦਾ ਰੀਜ਼ਨ ਹੀ ਇਹ ਆ ਕਿ ਤੁਸੀਂ ਜਿਹੜੀਆਂ ਪਿੱਛੇ ਪੇਮੈਂਟਾਂ ਮਿਸ ਕੀਤੀਆਂ, ਜਾਂ ਇਹਦੇ ਵਿੱਚ ਦੂਜਾ ਵੱਡਾ ਕਾਰਨ ਆ ਜਾਂਦਾ ਹੈ ਜਿੱਥੇ ਕਈ ਵਾਰੀ ਕਲਾਇੰਟਸ ਇਹ ਸੋਚਦੇ ਕਿ ਅਸੀਂ ਤਾਂ ਜੀ ਸਾਰਾ ਕੁਝ ਅਪ ਟੂ ਡੇਟ ਰੱਖਦੇ ਹਾਂ, ਅਸੀਂ ਤਾਂ ਕਦੀ ਪੇਮੈਂਟਸ ਮਿਸ ਨਹੀਂ ਕਰਦੇ, ਫਿਰ ਵੀ ਸਾਡਾ ਕ੍ਰੈਡਿਟ ਸਕੋਰ ਕਿਉਂ ਨਹੀਂ ਬਣ ਰਿਹਾ, ਫਿਰ ਵੀ ਉਹ ਇੱਕ ਸਰਟਨ ਨੰਬਰ ਤੇ ਜਾ ਕੇ ਸਟਕ ਹੋ ਗਿਆ ਹੈ। ਜਿਹੜੇ ਲੋਐਸਟ ਨੰਬਰ ਗੁੱਡ ਸਕੋਰ ਸ਼ੁਰੂ ਹੁੰਦੇ ਆ 680 ਤੇ ਅਬਵ ਤੋਂ, ਜਿਨ੍ਹਾਂ ਦੇ 680 690 700 800s ਵਾਲੇ ਤਾਂ ਵੈਰੀ ਗੁੱਡ ਐਕਸੀਲੈਂਟ ਕੰਡੀਸ਼ਨਾਂ ਦੇ ਵਿੱਚ ਆ, ਕਿਉਂਕਿ ਉਹ ਜ਼ਿਆਦਾ ਕ੍ਰੈਡਿਟ ਨਹੀਂ ਬੋਰੋ ਕਰ ਰਹੇ, ਉਹ ਆਪਣਾ ਨੋਰਮਲ ਜ਼ਿੰਦਗੀ ਚਲਾ ਰਹੇ ਆ ਜਿੰਨਾ ਵੀ ਹਿਸਾਬ ਨਾਲ ਚਲਾ ਰਹੇ ਆ। ਓਕੇ ਆਪਾਂ ਇਸ ਤੋਂ ਦੁਬਾਰਾ ਸਟਾਰਟ ਕਰਦੇ ਹਾਂ ਕਿਉਂਕਿ ਇਹ ਹੋਊਗਾ। ਸੋ ਮੋਰਗੇਜ ਲੈਣ ਦੇ ਲਈ ਜਾਂ ਵੈਸੇ ਵੀ ਚਲੋ ਇੱਕ ਜਰਨਲ ਜਿਹੜਾ ਕ੍ਰੈਡਿਟ ਸਕੋਰ ਹੈ, ਖਾਸ ਕਰਕੇ ਕਿਉਂਕਿ ਆਪਾਂ ਰੀਅਲ estate 'ਚ ਹਾਊਸਿੰਗ ਦੀ ਗੱਲ ਕਰਾਂਗੇ, ਸੋ ਮੋਰਗੇਜ ਦੇ ਲਈ ਜਦੋਂ ਤੁਸੀਂ ਦੇਖਣਾ ਹੁੰਦਾ ਇੱਕ ਕਿਹੜਾ ਨੰਬਰ ਜਿਹੜਾ ਕ੍ਰੈਡਿਟ ਸਕੋਰ ਦਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਦਿਸ ਇਜ਼ ਅ ਲਾਈਕ ਮਿਨੀਮਮ ਤੇ ਦਿਸ ਇਜ਼ ਐਕਸੀਲੈਂਟ, ਕਿਹੜੇ ਨੰਬਰਾਂ ਨੂੰ ਦੇਖਣਾ ਚਾਹੀਦਾ? ਸੋ ਐਨੀਥਿੰਗ ਅਬਾਊਟ 680 ਜਿਹੜਾ ਹੈਗਾ ਆ ਸਕੋਰ ਯੂਜੂਲੀ ਐਕੋਫੈਕਸ ਤੇ ਹੁੰਦਾ ਹੈ ਉਹ ਸਕੋਰ, 680 ਅਬਾਵ ਜਿਹੜਾ ਉਹਨੂੰ ਗੁੱਡ ਕ੍ਰੈਡਿਟ ਸਕੋਰ ਕੰਸੀਡਰ ਕੀਤਾ ਜਾਂਦਾ ਹੈ। ਪਰ ਉਹਦੇ 'ਚ ਵੀ ਕਈ ਵਾਰੀ ਇਹ ਵੀ ਹੋ ਸਕਦੇ ਫੈਕਟ ਆ ਸਕਦੇ ਕਿ ਕੁਝ ਹੋਰ ਤੁਸੀਂ ਪੇਮੈਂਟਸ ਨਹੀਂ ਮਿਸ ਕੀਤੀਆਂ, ਹੋ ਸਕਦਾ ਤੁਹਾਡਾ ਸਕੋਰ ਗੁੱਡ ਆ ਪਰ ਪ੍ਰੀਵੀਅਸਲੀ ਤੁਸੀਂ ਕਿਸੇ ਨੂੰ ਕੋਈ ਇੰਸਟੀਟਿਊਸ਼ਨ ਨੂੰ ਤੁਸੀਂ ਵੀ ਕ੍ਰੈਡਿਟ ਗਾਰੰਟਰਸ ਕੋਈ ਲੈ ਕੇ ਗਏ ਹੋਏ ਆ ਤਾਂ ਆਪਣੇ ਉਹ ਕਾਰਡ ਹੀ ਬੰਦ ਕਰਾਓ, ਫਿਰ ਐਕਸਪਲੇਨੇਸ਼ਨਾਂ 'ਚ ਆ ਜਾਂਦਾ ਆ। ਪਰ ਐਨੀਥਿੰਗ 680 ਅਬਾਵ ਇਜ਼ ਗੁੱਡ। 650 ਤੱਕ ਕੁਛ ਲੈਂਡਰ ਸਟਿਲ ਲੁੱਕ ਅਪ ਕਰ ਲੈਂਦੇ ਆ, ਉਹਦੇ ਲਈ ਵੀ ਐਕਸਪਲੇਨੇਸ਼ਨ ਚਾਹੀਦੀ ਆ ਵੀ ਕਿਉਂ ਵੀਕ ਸੀ। ਮੇਬੀ ਉਸ ਪਰਸਨ ਕੋਲ ਜ਼ਿਆਦਾ ਇੱਕ ਹੀ ਕਾਰਡ ਸੀਗਾ, ਉਹਨਾਂ ਨੂੰ ਕੋਈ ਜ਼ਿਆਦਾ ਯੂਜ਼ ਨਹੀਂ ਕਰ ਰਹੇ, ਉਹਨੂੰ ਰੋਟੇਸ਼ਨ ਨਹੀਂ ਜ਼ਿਆਦਾ ਉਹਦਾ ਕੋਈ ਹੋ ਨਹੀਂ ਰਿਹਾ ਉਹਨੂੰ ਯੂਜ਼, ਉਹਨਾਂ ਨੇ ਇੱਕ ਅੱਧੀ ਵਾਰ ਯੂਜ਼ ਕੀਤਾ ਸੀ, ਉਸ ਤੋਂ ਬਾਅਦ ਉਹ ਕੈਸ਼ ਹੀ ਯੂਜ਼ ਕਰੀ ਜਾਂਦੇ ਆ ਜਾਂ ਡੈਬਿਟ ਕਾਰਡ ਯੂਜ਼ ਕਰੀ ਜਾਂਦੇ ਆ ਜਾਂ ਕੋਈ ਹੋਰ ਫੈਮਿਲੀ ਮੈਂਬਰ ਯੂਜ਼ ਕਰ ਰਿਹਾ, ਪਰ ਇਹ ਪਰਸਨ ਪੇਰੈਂਟਸ ਆ ਜਾਂ ਸਪਾਊਸਿਸ ਦੇ ਵਿੱਚ ਹੋ ਜਾਂਦਾ ਅਕਸਰ ਹੀ ਕਿ ਵਾਈਫ ਨਹੀਂ ਜ਼ਿਆਦਾ ਕ੍ਰੈਡਿਟ ਕਾਰਡ ਯੂਜ਼ ਕਰ ਰਿਹਾ, ਹਸਬੈਂਡ ਯੂਜ਼ ਕਰ ਰਿਹਾ। ਸੋ ਉਸ ਚੀਜ਼ ਦੇ ਵਿੱਚ ਹੋ ਜਾਂਦਾ ਉਹ ਰੀਜ਼ਨੇਬਲ ਆ ਕਿ ਠੀਕ ਆ ਇਹਨਾਂ ਦਾ ਵੀਕ ਆ ਸਕੋਰ, ਇਟਸ ਨਾਟ ਬੈਡ ਇਟਸ ਵੀਕ ਬਿਕਾਜ਼ ਇਹ ਜ਼ਿਆਦਾ ਕ੍ਰੈਡਿਟਸ ਨੂੰ ਯੂਟੀਲਾਈਜ਼ ਨਹੀਂ ਕਰ ਰਹੇ। ਫਿਰ ਉੱਥੇ ਅਸੀਂ ਐਡਵਾਈਜ਼ ਕਰਦੇ ਕਿ ਤੁਸੀਂ ਇਹਨੂੰ ਯੂਜ਼ ਕਰਨਾ ਸ਼ੁਰੂ ਕਰੋ, ਇਹਨੂੰ ਥੋੜ੍ਹਾ ਜਿਹਾ ਅਪ ਲਿਆਓ। ਸੋ ਜਦੋਂ ਜਿਵੇਂ ਖਾਸ ਕਰਕੇ ਹੁਣ ਕਈ ਨਵੇਂ ਇਮੀਗ੍ਰੈਂਟਸ ਆ ਰਹੇ ਨੇ ਜਾਂ ਕਈ ਹੈਗੇ ਨੇ,
ਕ੍ਰੈਡਿਟ ਫਾਈਲ ਕਿੰਨੀ ਕੁ ਪੁਰਾਣੀ ਹੋਣੀ ਚਾਹੀਦੀ? ਡਸ ਦੈਟ ਮੈਟਰ? ਕੋਈ 3 ਮਹੀਨੇ ਪਹਿਲਾਂ ਆਇਆ ਤੇ ਕਿਸੇ ਦੀ 5 ਸਾਲ ਪੁਰਾਣੀ ਕ੍ਰੈਡਿਟ ਫਾਈਲ ਆਈ, ਇਵਨ ਦੋ ਕ੍ਰੈਡਿਟ ਦੋਵਾਂ ਦਾ ਠੀਕ ਹੋਊਗਾ, ਪਰ ਕਿੰਨਾ ਕੁ ਪੁਰਾਣਾ ਹੋਣਾ ਚਾਹੀਦਾ? ਸੋ ਮਿਨੀਮਮ ਵੈਸੇ ਤਾਂ 1 ਸਾਲ ਦਾ ਪੁਰਾਣਾ ਕ੍ਰੈਡਿਟ ਲੈ ਕੇ ਚੱਲਦੇ ਆ। ਉਹਦੇ 'ਚ ਹੈਗਾ ਕਿ ਜੇ ਤੁਹਾਡੇ ਕੋਲ ਐਟਲੀਸਟ 2 ਇੰਸਟੀਟਿਊਟ ਜਿਹੜੇ ਓਪਨ ਕ੍ਰੈਡਿਟ ਜਿਹੜੀਆਂ ਸ਼ੁਰੂ ਹੋਈਆਂ ਹੋਣੀਆਂ ਚਾਹੀਦੀਆਂ, ਕੁਡ ਬੀ 1 ਕ੍ਰੈਡਿਟ ਕਾਰਡ। ਜੀ ਬੈਕ ਇਨ ਡੇਜ਼ ਤਾਂ ਆਪਣਾ MSP ਦਾ ਬਿੱਲ ਵੀ ਹੁੰਦਾ ਸੀ, ਪਰ ਹੁਣ ਉਹ ਮੈਡੀਕਲ ਬਿੱਲ ਆਉਂਦਾ ਨਹੀਂ, ਸੋ ਇਸ ਕਰਕੇ ਉਹ ਹੁਣ ਐਕਸਕਲੂਡ ਹੋ ਗਿਆ। ਪਰ ਫੋਨ ਬਿੱਲ ਹੋ ਸਕਦਾ ਹੈ ਤੁਹਾਡਾ, ਕਿਉਂਕਿ ਆਮ ਕਰਕੇ ਜਦੋਂ ਆਪਾਂ ਨਵੇਂ ਆਉਂਦੇ ਆ ਸਾਰੀ ਕ੍ਰੈਡਿਟ ਕਾਰਡ ਨਹੀਂ ਮਿਲਦਾ। ਸਿਕਿਉਰਡ ਕ੍ਰੈਡਿਟ ਕਾਰਡ ਮਿਲਦਾ ਹੈ ਕਿ 500 ਅਕਾਊਂਟ 'ਚ ਰੱਖ ਦਿਓ ਮਿਨੀਮਮ, ਤੇ ਤੁਹਾਨੂੰ 1000 ਦਾ ਕ੍ਰੈਡਿਟ ਲਿਮਿਟ ਦੇ ਦਿੰਦੇ ਆ। ਸੋ ਟਰਾਈ ਵਿਦ ਦੈਟ, ਬਿਕਾਜ਼ ਉਹਦੇ ਨਾਲ ਹੈ ਕਿ ਤੁਹਾਡਾ ਕ੍ਰੈਡਿਟ ਬਿਲਡ ਹੋਣਾ ਸ਼ੁਰੂ ਹੋ ਗਿਆ। ਨਾਓ ਕ੍ਰੈਡਿਟ ਜਿਹੜਾ ਬਿਲਡ ਐਕਚੁਅਲ 'ਚ ਤਾਂ 3 ਮੰਥਸ ਤੋਂ ਬਾਅਦ 6 ਮੰਥਸ ਤੋਂ ਬਾਅਦ ਸ਼ੁਰੂ ਹੁੰਦਾ, ਬਿਕਾਜ਼ ਫੇਅਰਲੀ ਨਿਊ ਕ੍ਰੈਡਿਟ, ਰਾਈਟ? ਜੀ ਬਿਲਕੁਲ। ਲੈਂਡਰ ਸਟਿਲ ਐਕਸੈਪਸ਼ਨਸ ਦਿੰਦੇ ਆ, ਨਿਊ ਟੂ ਕੈਨੇਡਾ ਪ੍ਰੋਗਰਾਮਸ ਹੈਗੇ ਆ ਜਿਸ 'ਚ ਪਤਾ ਹੈ ਕਿ ਪਰਸਨ ਹੈ ਹੀ ਕੰਟਰੀ ਦੇ ਵਿੱਚ ਨਵਾਂ ਆ। ਉਹਦੇ 'ਚ ਇਹ ਹੈ ਕਿ ਦੇ ਕੈਨ ਆਸਕ ਸੈਕੰਡਰੀ ਕ੍ਰੈਡਿਟ ਅਪਰੂਵਲਸ, ਲਾਈਕ ਤੁਹਾਡੇ ਲੈਂਡਲੋਰਡ ਤੋਂ ਲੈਟਰ ਲੈ ਸਕਦੇ ਆ ਕਿ ਹਾਂਜੀ ਤੁਹਾਨੂੰ ਦਿਖਾ ਦਿਓ ਕਿ ਗੁੱਡ ਸਾਡੇ ਨਾਲ ਚੱਲ ਰਿਹਾ ਆ, ਜਾਂ ਕੋਈ ਹੋਰ 1-2 ਚੀਜ਼ਾਂ ਨਾਲ ਵਿੱਚ। ਉਹ ਅਗੈਨ ਡਿਪੈਂਡ ਕ੍ਰੈਡਿਟ ਲੈਂਡਰ ਟੂ ਲੈਂਡਰ। ਫਿਰ ਉਹ ਕਈ ਵਾਰੀ ਡਾਊਨ ਪੇਮੈਂਟ 'ਤੇ ਕਹਿ ਦਿੰਦੇ ਕਿ ਨਹੀਂ ਜੀ ਮਿਨੀਮਮ 10% ਹੀ ਇਹਨਾਂ ਨੂੰ ਦੇਣੀ ਪੈਣੀ ਹੈ, ਬਿਕਾਜ਼ ਇਨ ਦਾ ਕ੍ਰੈਡਿਟ ਹਾਲੇ ਇੰਨਾ ਸਟਰੋਂਗ ਨਹੀਂ ਹੈਗਾ, ਔਰ ਟੈਲ ਦੈਮ ਟੂ ਵੇਟ। ਸੋ ਉਹ ਪ੍ਰੋਗਰਾਮਸ ਵੱਖਰੇ ਆ। ਬਟ ਜਿਹੜਾ ਕੋਈ ਪੁਰਾਣਾ ਪਰਸਨ ਜਿਹਦਾ ਹਾਲੇ ਕ੍ਰੈਡਿਟ ਵੀਕ ਹੀ ਚੱਲ ਰਿਹਾ ਆ, ਉਹਦੇ 'ਚ ਫਿਰ ਉਹੀ 2 ਚੀਜ਼ਾਂ ਆ ਜਾਂਦੀਆਂ, ਜਾਂ ਤਾਂ ਹੈਗਾ ਕਿ ਉਹ ਆਪਣੀਆਂ ਪੇਮੈਂਟਸ ਮਿਸ ਕਰ ਰਹੇ ਆ, ਔਨ ਟਾਈਮ ਪੇਮੈਂਟਸ ਨਹੀਂ ਕਰ ਰਹੇ, ਜਾਂ ਪਾਸਟ 'ਚ ਉਹਨਾਂ ਨੇ ਕੁਛ ਕੀਤੀਆਂ ਇਹੋ ਜਿਹੀਆਂ, ਜਾਂ ਉਹਨਾਂ ਨੇ ਕੋਈ ਕ੍ਰੈਡਿਟ ਆਪਣਾ ਡਿਫਾਲਟ ਕਰਤਾ ਕਿ ਨਹੀਂ ਮੇਰੇ ਤੋਂ ਨਹੀਂ ਇਹ ਪੇਮੈਂਟ ਦਿੱਤੀ ਜਾਂਦੀ, ਤੁਸੀਂ ਪਾ ਲਓ ਮੇਰੇ ਕ੍ਰੈਡਿਟ 'ਤੇ ਜੋ ਵੀ ਇਨਕੁਆਇਰੀ ਪਾਉਣੀ ਆ। ਔਰ ਜਿੱਦਾਂ ਮੈਂ ਦੱਸਿਆ ਸੀਗਾ ਕਿ ਕਈ ਵਾਰੀ ਹੁੰਦਾ ਕਿ ਕਲਾਇੰਟਸ ਕਹਿੰਦੇ ਅਸੀਂ ਤਾਂ ਸਾਰਾ ਕੁਛ ਅਪ ਟੂ ਡੇਟ ਰੱਖਿਆ, ਔਨ ਟਾਈਮ ਪੇ ਕਰ ਰਹੇ ਹਾਂ, ਫਿਰ ਵੀ ਸਾਡਾ ਕ੍ਰੈਡਿਟ ਸਕੋਰ ਉੱਥੇ ਕੀ ਆ 680 670, ਕਿਸੇ ਮਹੀਨੇ 670 ਹੋ ਜਾਂਦਾ, ਕਿਸੇ ਮਹੀਨੇ 700 ਹੋ ਜਾਂਦਾ, ਇੱਦਾਂ ਕਿ ਫਲਕਚੁਏਟ ਹੁੰਦਾ। ਉਹਦਾ ਰੀਜ਼ਨ ਹੈਗਾ ਕਿ ਉਹ ਆਪਣੇ ਕ੍ਰੈਡਿਟ ਲਿਮਿਟਸ ਨੂੰ ਐਕਸੀਡ ਕਰ ਰਹੇ ਆ। ਸੋ ਉਹ ਇੱਕ ਲਿਮਿਟ ਦੇ ਅੰਡਰ ਨਹੀਂ ਯੂਜ਼ ਕਰ ਰਹੇ, ਜਾਂ ਹੁਣ ਕਈ ਵਾਰੀ ਬਿਜ਼ਨਸ ਓਨਰਸ ਹੁੰਦੇ ਆ, ਉਹਨਾਂ ਕੋਲ ਬਿਜ਼ਨਸ ਦਾ ਹਾਲੇ ਕਾਰਡ ਨਹੀਂ ਹੈਗਾ, ਤਾਂ ਮਟੀਰੀਅਲ ਜਾਂ ਕੋਈ ਵੀ ਰॉ ਮਟੀਰੀਅਲ ਆ ਪਰਸਨਲ ਕਾਰਡ 'ਤੇ ਉਹਨਾਂ ਦੀ ਮਜਬੂਰੀ ਨੂੰ ਲੈਣਾ ਪੈਂਦਾ। ਉਹ ਕੀ ਕਰ ਰਿਹਾ ਕਿ ਜੇ 10,000 ਦੀ ਲਿਮਿਟ ਆ, 10,000 ਹੀ ਯੂਜ਼ ਕਰ ਰਹੇ ਆ, ਵਿਚ ਇਜ਼ ਗੁੱਡ, ਓਕੇ, ਨੋ ਪ੍ਰੋਬਲਮ, ਤੁਹਾਨੂੰ ਪੁਆਇੰਟਸ ਮਿਲ ਰਿਹਾ ਜਾਂ ਤੁਹਾਨੂੰ ਕੁਛ ਵੀ ਆ ਤੁਹਾਡੇ ਬੈਨੀਫਿਟ ਲਈ ਉੱਥੇ ਹੈਗਾ। ਪਰ ਉਹਨੂੰ ਪੇ ਕਰਨ ਲਈ ਵੀ ਉਹ ਮੰਥ ਐਂਡ ਤੱਕ ਵੇਟ ਕਰਦੇ ਆ ਕਿ ਇਟਸ ਓਕੇ, ਹਾਲੇ ਮੇਰੇ ਕੋਲ ਲਿਮਿਟ ਪਈ ਆ, ਹਾਲੇ ਮੇਰੀ ਡੇਟ ਨਹੀਂ ਆਈ, 25 ਤਰੀਕ ਨੂੰ ਬਿੱਲ ਜਾਣਾ ਜਾਂ 30 ਨੂੰ ਜਾਣਾ, ਆਓ ਪੇ, ਐਂਡ ਦੇ ਪੇ। ਪਰ ਚੱਕਰ ਕੀ ਹੋ ਰਿਹਾ, ਬਿਕਾਜ਼ ਦੇ ਆਰ ਨਾਓ ਇਟਸ ਇਨ ਦ ਕ੍ਰੈਡਿਟ ਇੰਡਸਟਰੀ ਇਟਸ ਕੰਸੀਡਰ ਕਿ ਇਹ ਹਾਈ ਰਿਸਕ ਟੇਕਰ ਹੋ ਗਿਆ ਹੈ। ਸੋ ਆਪਣੇ ਕ੍ਰੈਡਿਟ ਨੂੰ ਫੁੱਲ ਕਰ ਰਹੇ ਆ। ਸੋ ਐਵਰੀ ਮੰਥ ਉਹਦਾ ਪੈਟਰਨ ਬਣ ਗਿਆ ਕਿ ਉਹ ਪਹਿਲਾਂ 10,000 ਯੂਜ਼ ਕਰ ਲੈਂਦੇ, ਫਿਰ 10,000 ਪੇ ਕਰ ਦਿੰਦੇ ਆ। ਸੋ ਕ੍ਰੈਡਿਟ ਨੂੰ ਸਟਰੋਂਗ ਬਣਾਉਣਾ ਹੈ, ਸੋ ਸਿੰਪਲ ਥੰਬ ਰੂਲ ਉਹਦੇ 'ਚ ਹੈਗਾ ਕਿ 30% ਤੱਕ, ਅਪ ਟੂ 30% ਨੂੰ ਯੂਟੀਲਾਈਜ਼ ਕਰੋ ਉਹਦੀ ਲਿਮਿਟ ਦਾ। ਇਨ ਕੇਸ ਤੁਹਾਡੀ ਲਿਮਿਟ ਹਾਲੇ ਥੋੜ੍ਹੀ ਹੈ, ਦੈਟਸ ਓਕੇ, ਤੁਸੀਂ ਜੇ ਫੁੱਲ ਯੂਜ਼ ਕਰ ਵੀ ਰਹੇ ਆ, ਬਿੱਲ ਬਣਨ ਦੀ ਵੇਟ ਨਾ ਕਰੋ, ਬਿੱਲ ਬਣਨ ਤੋਂ ਪਹਿਲਾਂ ਉਹਨੂੰ ਪੇ ਕਰ ਦਿਓ। ਸੋ ਐਂਡ ਆਫ ਦਾ ਡੇ ਜਦੋਂ ਤੁਹਾਡਾ ਬਿੱਲ ਜਨਰੇਟ ਹੋ ਰਿਹਾ, ਤੁਸੀਂ ਆਪਣੀ ਡੇਟਸ ਨੋਟਿਸ ਕਰੋ। ਜੇ ਨਹੀਂ ਪਤਾ ਲੱਗਦਾ, ਜਦੋਂ ਘਰੇ ਬਿੱਲ ਆਉਂਦਾ ਉੱਤੇ ਦੇਖੋ ਕਿ ਇੰਨੀ ਤਰੀਕ ਤੋਂ ਇੰਨੀ ਤਰੀਕ ਤੱਕ ਦਾ ਬਿੱਲ, ਦੈਟ ਮੀਨਸ ਤੁਹਾਡੀ ਡੈਡਲਾਈਨ 16 ਤਰੀਕ ਨੂੰ ਸੀ, ਉਹਦੀ ਪੇ ਡੇਟ 25 ਤਰੀਕ ਬਣੀ ਆ, ਤੁਹਾਡੀ ਡੈਡਲਾਈਨ 20 ਤਰੀਕ ਤੱਕ ਤੁਹਾਡਾ ਬਿੱਲ ਬਣਿਆ ਸੀ, ਔਰ ਤੁਹਾਨੂੰ ਬੈਂਕ ਨੇ 10 ਦਿਨ ਦਿੱਤੇ ਉਹਨੂੰ ਪੇ ਕਰਨ ਲਈ, ਉਹਨਾਂ ਨੇ 30 ਤਰੀਕ ਉਹਦੀ ਡੇਟ ਪਾ ਦਿੱਤੀ। ਸੋ 16 ਤੱਕ ਤੁਸੀਂ ਉਹ ਤੋਂ ਪਹਿਲਾਂ ਹੀ ਜਿਹੜਾ ਹੈਗਾ ਆ ਆਪਣਾ ਉਹਨੂੰ ਥੱਲੇ ਲੈ ਆਓ ਬੈਲੈਂਸ ਨੂੰ, ਕਿਉਂਕਿ ਉਸ ਤੋਂ ਬਾਅਦ ਹੀ ਉਹ ਰਿਪੋਰਟ 'ਚ ਜਾਣਾ ਹੈ ਕਿ ਪਰਸਨ ਕਿੰਨਾ ਯੂਜ਼ ਕਰ ਰਿਹਾ ਹੈ। ਸੋ ਬੈਟਰ ਆਪਸ਼ਨ ਹੈ ਵੀ ਕ੍ਰੈਡਿਟ ਨੂੰ ਜੇ ਸਟਰੋਂਗ ਰੱਖਣਾ ਤੇ 30% ਜਿਹੜੀ ਤੁਹਾਡੀ ਕ੍ਰੈਡਿਟ ਯੂਟੀਲਾਈਜੇਸ਼ਨ ਹੁੰਦੀ ਹੈ, ਸਟੇ ਬਿਲੋ 30। ਸਟੇ ਬਿਲੋ 30, ਕਿਉਂਕਿ ਉਹਦੇ ਨਾਲ ਇਹ ਕਿ ਇੱਕ ਤਾਂ ਤੁਹਾਡੇ ਸਕੋਰ ਬਣਦੇ ਆ, ਕਿਉਂਕਿ ਤੁਹਾਡੇ ਹੁਣ ਤੁਸੀਂ ਇੱਕ ਐਕਚੁਅਲ ਦੇ ਵਿੱਚ ਗੁੱਡ ਆਰਗੇਨਾਈਜ਼ਡ ਯੂਜ਼ਰ ਬਣ ਗਏ, ਤੁਹਾਨੂੰ ਪਤਾ ਹੈ ਕਿ ਹਾਊ ਇਟਸ ਵਰਕਿੰਗ। ਅਤੇ ਦੂਸਰਾ ਹੈਗਾ ਕਿ ਅਵੋਇਡ ਕਰੋ ਕਿ ਜਿਹੜੀਆਂ ਸਿਚੁਏਸ਼ਨਸ ਜਾਂ ਫਰੈਂਡਸ ਤੋਂ ਸੋਲਿਊਸ਼ਨਸ ਲੈਣੇ ਜਾਂ ਸਲਾਹਾਂ ਲੈਣੀਆਂ, ਜਿੱਥੇ ਉਹ ਕਹਿੰਦੇ ਕੋਈ ਗੱਲ ਨਹੀਂ ਫੋਨ ਲੈ ਲਿਆ। ਹੁਣ ਤਾਂ ਵੈਸੇ ਬਹੁਤ ਅਸੀਂ ਨੋਨ ਹੋ ਗਏ ਇਸ ਚੀਜ਼ ਨਾਲ, ਹੁਣ ਮੈਨੂੰ ਵੈਸੇ ਲੇਟਲੀ ਇੱਦਾਂ ਦਾ ਦੇਖਣ ਨੂੰ ਮਿਲਿਆ ਨਹੀਂ। ਮੈਂ ਕਹਿ ਸਕਦਾ ਵੀ ਯੂਜ਼ਰਸ ਸਾਰੇ ਅਵੇਅਰ ਹੋ ਗਏ, ਆਪਾਂ ਨੌਲੇਜ ਵੀ ਮਿਲ ਗਈ। ਪਹਿਲਾਂ 'ਚ ਹੁੰਦਾ ਸੀ ਕਿ ਆਈਫੋਨ ਲੈ ਲਓ, ਇੱਕ ਹੋਰ ਆਈਫੋਨ ਲੈ ਲਓ, ਇੰਡੀਆ ਭੇਜ ਦਿਓ, ਐਂਡ ਇੱਥੇ ਬਿੱਲ ਨਾ ਦਿਓ, ਐਡਰੈਸ ਕਿਸੇ ਹੋਰ ਦਾ ਘਰ ਦਾ ਦੇ ਦਿਓ, ਉੱਥੇ ਉਹ ਬਿੱਲ ਭੇਜੀ ਜਾਣਗੇ। ਨਾਓ ਕੰਪਨੀਜ਼ ਵੀ ਸਮਾਰਟ ਹੋ ਗਈਆਂ, ਬਿਕਾਜ਼ ਸਰਵੇ ਤੋਂ ਬਾਅਦ ਉਹਨਾਂ ਨੂੰ ਵੀ ਪਤਾ ਲੱਗਿਆ, ਨਾਓ ਦੇ ਆਸਕ ਯੂਰ ਕ੍ਰੈਡਿਟ, ਆਪਣਾ ਸਿਨ ਨੰਬਰ ਦੇ ਪੁੱਟ ਔਨ, ਸੋ ਨੈਕਸਟ ਥਿੰਗ ਯੂ ਨੋ ਉਹ ਤੁਹਾਡੇ ਸਿਨ ਨੰਬਰ 'ਤੇ ਪਾ ਦਿੰਦੇ। ਸੋ ਦੇ ਰਿਪੋਰਟ ਔਨ ਯੂਰ ਸਿਨ ਨੰਬਰ ਕਿ 2000 ਦਾ ਇਹਨੇ ਸਾਨੂੰ ਬਿੱਲ ਨਹੀਂ ਸੀ ਦਿੱਤਾ, ਇਟਸ ਗੋਨ ਟੂ ਕਲੈਕਸ਼ਨ। ਸੋ ਉਹ ਕਲੈਕਸ਼ਨ ਜਿੱਦਣ ਤੁਸੀਂ ਮਾਰਗੇਜ ਲੈਣ ਗਏ, ਕਾਰ ਲੋਨ ਤਾਂ ਭਾਵੇਂ ਜਿੰਨੇ ਮਰਜ਼ੀ ਲਈ ਜਾਓ, ਉਹਨਾਂ ਨੇ ਨਹੀਂ ਪੁੱਛਣਾ, ਪਰ ਜਿਸ ਦਿਨ ਤੁਸੀਂ ਮਾਰਗੇਜ ਲੈਣ ਆਏ, ਈਵਨ ਤੁਹਾਡੀ $20 ਦੀ ਵੀ ਕਲੈਕਸ਼ਨ ਰਹਿੰਦੀ ਆ, ਉਹ ਤੁਹਾਨੂੰ ਪੇ ਕਰਨੀ ਪੈਣੀ ਹੈ। ਹੁਣ ਆਪਾਂ ਕਾਰ ਲੋਨ ਦੀ ਗੱਲ ਕੀਤੀ ਹੈ, ਤਾਂ ਉਹ ਵੀ ਆਪਾਂ ਨਾਲ ਹੀ ਕਵਰ ਕਰ ਲਈਏ ਵੀ ਜਿਹੜਾ ਕਾਰ ਲੋਨ ਹੈ ਇਹ ਕਿੰਨਾ ਕੁ ਅਫੈਕਟ ਕਰਦਾ ਜਦੋਂ ਅਸੀਂ ਮੋਰਗੇਜ ਲੈਣੀ ਹੋਵੇ ਤਾਂ? ਬਿਗ ਥਿੰਗ। ਜੇ ਤਾਂ ਕਿਸੇ ਦਾ ਹੁਣ ਐਗਜ਼ਿਸਟਿੰਗ ਹੈਗਾ, ਉਹਦੇ 'ਚ ਤਾਂ ਆਪਾਂ ਕੁਛ ਕਰ ਨਹੀਂ ਸਕਦੇ, ਰਾਈਟ, ਬਿਕਾਜ਼ ਉਹਨਾਂ ਨੂੰ ਉਸ ਵੇਲੇ ਤਾਂ ਆਈਡੀਆ ਵੀ ਨਹੀਂ ਸੀਗਾ, ਉਹਨਾਂ ਨੇ ਕਾਰ ਬਾਏ ਕਰਨੀ ਸੀਗੀ, ਲੈ ਲਈ, ਲੋੜ ਸੀ, ਨੀਡ ਸੀ, ਰਾਈਟ।
ਐਵਰੀ ਵੈਸੇ ਅਰਾਊਂਡ ਪਿਛਲੇ ਦਿਨਾਂ ਦੇ ਵਿੱਚ ਤਾਂ ਰੇਟਸ ਥੱਲੇ ਸੀਗੇ, ਸੋ ਉਦੋਂ ਤਾਂ $400 ਹੀ ਐਵਰੇਜ ਲੈ ਕੇ ਚੱਲਦੇ ਸੀ ਕਿ 100,000 ਦੀ ਤੁਹਾਡੀ ਇਹ ਅਪਰੂਵਲ ਮਿਸ ਕਰਾ ਰਿਹਾ ਤੁਹਾਡੀ ਸਿੱਧਾ ਓਕੇ ਐਵਰੀ 400 ਜਿਹੜੀ ਕਾਰ ਦੀ ਪੇਮੈਂਟ ਬਣ ਰਹੀ ਹੈ ਉਹ ਤੁਸੀਂ 100,000 ਮੌਰਗੇਜ ਕੁਆਲੀਫਿਕੇਸ਼ਨ ਲੂਜ਼ ਕਰ ਰਹੇ ਹੋ। ਓਕੇ ਸੋ ਕੋਈ ਪਰਸਨ 400 ਤੱਕ ਕੁਆਲੀਫਾਈ ਕਰ ਰਿਹਾ ਸੀ ਮਿਨੀਮਮ ਡਾਊਨ ਪੇਮੈਂਟ ਦੇ ਕੇ, ਪਰ ਹੁਣ ਉਹਦੇ ਕੋਲ ਇੱਕ 400 ਦਾ ਲੋਨ ਸੀਗਾ, ਨਾ ਇਟ ਕੇਮ ਡਾਊਨ ਟੂ 300,000 ਅਪਰੂਵਲ ਵਿਦ ਮਿਨੀਮਮ ਡਾਊਨ $1,00,000 ਦਾ ਸਿੱਧਾ ਹੀ ਫਰਕ ਪੈ ਗਿਆ $400 ਦੀ ਕਾਰ ਪੇਮੈਂਟ ਦੇ ਨਾਲ। ਬਿਲਕੁਲ ਸੋ ਇਸੇ ਕਰਕੇ ਐਡਵਾਈਸ ਹੁੰਦੀ ਹੈ ਕਿ ਕਈ ਵਾਰੀ ਕਲਾਇੰਟਸ ਨੂੰ ਹੁੰਦਾ ਕਿ ਨੀਡ ਵੀ ਹੈਗੀ ਆ, ਕਾਰ ਖਰਾਬ ਹੋ ਗਈ ਆ ਜਾਂ ਮੈਨੂੰ ਨਵੀਂ ਲੈਣੀ ਪੈਣੀ ਆ, ਸੋ ਬੈਟਰ ਆ ਪਹਿਲਾਂ ਘਰ ਦੀ ਅਪਰੂਵਲ ਡਨ ਕਰਾ ਲਓ ਜੇ ਐਕਚੁਅਲ 'ਚ ਹੀ ਪਲਾਨ ਹੈਗਾ ਤੁਹਾਡਾ। ਹਾਂ ਨਹੀਂ ਪਲਾਨ ਆ, ਤੁਸੀਂ ਕਹਿੰਦੇ ਨਹੀਂ ਕੋਈ ਗੱਲ ਨਹੀਂ ਦੈਟਸ ਓਕੇ, ਹੁਣ ਤਾਂ ਵੈਸੇ ਵੀ ਮੈਂ ਕੁਆਲੀਫਾਈ ਨਹੀਂ ਹੋ ਰਿਹਾ, ਦੈਟਸ ਅ ਡਿਫਰੈਂਟ ਸਟੋਰੀ, ਉਹ ਮੇਰੀ ਨੀਡ ਆ, ਮੈਂ ਕੰਮ 'ਤੇ ਜਾਣਾ ਆ, ਜਾਂ ਫਿਰ ਚਾਂਸਿਸ ਇਹ ਹੈਗੇ ਕਿ ਉਸ ਟਾਈਮ ਤੱਕ ਟਾਈਮ ਸਾਰਨ ਲਈ ਐਟਲੀਸਟ ਕੋਈ ਪੁਰਾਣੀ ਕਾਰ ਲੈ ਲਓ, ਕੋਈ ਕੈਸ਼ ਕਾਰ ਲੈ ਲਓ ਕਿ ਤਾਂ ਕਿ ਤੁਹਾਨੂੰ ਉਹਦੀ ਪੇਮੈਂਟ ਨਾ ਬਣਾਉਣੀ ਪਵੇ। ਵੰਸ ਤੁਹਾਡੀ ਮੌਰਗੇਜ ਡਨ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਹਾਡੀ ਆਪਣੀ ਪਾਕਟ ਹੈ ਕਿ ਜੇ ਤੁਹਾਨੂੰ ਲੱਗਦਾ ਕਿ ਪੇਮੈਂਟ ਤੋਂ ਬਾਅਦ ਮੈਂ ਹੁਣ ਕਾਰ ਪੇਮੈਂਟ ਵੀ ਅਫੋਰਡ ਕਰ ਸਕਦਾ, ਦੈਨ ਗੋ ਹੈਡ, ਫਿਰ ਕੋਈ ਪ੍ਰੋਬਲਮ ਨਹੀਂ ਹੈਗੀ ਉਹਦੇ 'ਚ। ਸੋ ਮਤਲਬ ਜੇ ਮੋਰਗੇਜ ਦੀ ਪਲੈਨਿੰਗ ਕਰ ਰਹੇ ਹੋ ਸੋ ਟਰਾਈ ਕਰੋ ਕਿ ਜਿਹੜਾ ਕਾਰ ਦਾ ਲੋਨ ਹੈ ਉਹ ਡਿਲੇ ਕੀਤਾ ਜਾਵੇ ਜਦ ਤੱਕ ਤੁਹਾਡੀ ਮੋਰਗੇਜ ਅਪਰੂਵ ਹੋ ਕੇ ਤੁਹਾਡੇ ਘਰ ਦੀ ਕਲੋਜ਼ਿੰਗ ਨਹੀਂ ਹੋ ਜਾਂਦੀ, ਦੈਨ ਯੂ ਕੈਨ ਗੋ ਫॉर ਦ ਕਾਰ, ਬਿਕਾਜ਼ ਐਟਲੀਸਟ ਤੁਹਾਨੂੰ ਆਈਡੀਆ ਵੀ ਹੋ ਜਾਊਗਾ ਫਿਰ ਕਿ ਹੁਣ ਤੁਹਾਡੀ ਘਰ ਦੀ ਪੇਮੈਂਟ ਇੰਨੀ ਬਣ ਗਈ ਹੈ, ਉਹਦੇ 'ਚੋਂ ਤੁਹਾਨੂੰ ਕੋਈ ਰੈਂਟ ਆ ਰਿਹਾ ਨਹੀਂ ਆ ਰਿਹਾ, ਪਲੱਸ ਔਨ ਟਾਪ ਬਿਕਾਜ਼ ਦੈਟਸ ਅ ਬਿਗ ਥਿੰਗ, ਐਗਜ਼ੈਕਟਲੀ ਇਟਸ ਨਾਟ ਲਾਈਕ ਕੋਈ 500-700 ਦੀ ਪੇਮੈਂਟ ਹੈ ਜੀ। ਸੋ ਭਾਈ ਫਰਸਟ ਟਾਈਮ ਹੋਮ ਬਾਇਰਸ ਦੇ ਲਈ ਲਾਈਕ ਡਾਊਨ ਪੇਮੈਂਟ ਤੋਂ ਇਲਾਵਾ ਚਲੋ ਜਿਹੜੀ ਆਪਾਂ ਗੱਲ ਸਟਾਰਟਿੰਗ ਦੇ ਵਿੱਚ ਕੀਤੀ, ਹੋਰ ਕੀ ਬੈਨੀਫਿਟਸ ਜਿਹੜੇ ਫਰਸਟ ਟਾਈਮ ਹੋਮ ਬਾਇਰਸ ਲਈ ਹੈਗੇ ਨੇ ਅਵੇਲੇਬਲ? ਸੋ ਫਰਸਟ ਟਾਈਮ ਹੋਮ ਬਾਇਰਸ ਲਈ BC 'ਚ ਤਾਂ ਹੁਣ ਮੈਂ ਕਹਿੰਦਾ ਨਵੀਂ ਬਾਲੇ ਕੋਈ ਇੰਨੇ ਰਹਿ ਨਹੀਂ, ਪ੍ਰੋਗਰਾਮਸ ਤਾਂ ਬਹੁਤ ਹੈਗੇ ਆ, ਗਵਰਨਮੈਂਟ ਵੱਲੋਂ ਵੀ ਇਨਸੈਂਟਿਵਸ ਹੈਗੇ ਆ, ਪਰ ਮੇਨਲੀ ਜਿਹੜੇ ਦੋ ਸਾਹਮਣੇ ਆਉਂਦੇ, ਇੱਕ ਤਾਂ ਹੈਗਾ ਕਿ ਫਰਸਟ ਟਾਈਮ ਹੋਮ ਬਾਇਰਸ ਜਿਹੜੇ ਆ ਉਹ ਪ੍ਰੋਪਰਟੀ ਟਰਾਂਸਫਰ ਟੈਕਸ ਸੇਵ ਕਰ ਸਕਦੇ, ਕਿਉਂਕਿ BC ਦੇ ਵਿੱਚ ਪ੍ਰੋਪਰਟੀ ਟਰਾਂਸਫਰ ਟੈਕਸ ਪੈਂਦਾ ਹੈ ਕਲੋਜ਼ਿੰਗ ਤੋਂ ਬਾਅਦ, ਉਹਦਾ ਚਾਂਸਿਸ ਹੈਗੇ ਆ ਕਿ BC ਦੀ ਲਿਮਿਟ ਆ 475,000 ਤੱਕ ਦੀ ਜਿਹੜੀ ਪਰਚੇਜ਼ ਆ ਉੱਥੇ ਉਹਨਾਂ ਨੂੰ ਨਹੀਂ ਪੈਂਦਾ ਜੇ ਉਹ ਫਰਸਟ ਟਾਈਮ ਹੋਮ ਬਾਇਰਸ ਆ। ਓਕੇ ਠੀਕ ਆ ਜੀ। ਜੇ ਉਸ ਤੋਂ ਉੱਪਰ ਚਲਾ ਜਾਂਦਾ ਹੈ ਦੈਨ ਉਹ ਫਿਰ ਉਹਦੀਆਂ ਬ੍ਰੈਕਟਸ ਆ ਜਾਂਦੀਆਂ, ਸੈਕਸ਼ਨਸ ਆ ਜਾਂਦੇ ਆ, ਦੈਟ ਦੇ ਕੈਨ ਈਵਨ ਲੁੱਕ ਅਪ ਆਨਲਾਈਨ ਜਾਂ ਆਪਣੇ ਰੀਅਲ ਸਟੇਟ ਨੋਟਰੀ ਜਾਂ ਲਾਇਰ ਤੋਂ ਵੀ ਜਾ ਕੇ ਉਹ ਪਤਾ ਕਰ ਸਕਦੇ ਜਾਂ ਸਾਨੂੰ ਫੋਨ ਕਰਕੇ ਪਤਾ ਕਰ ਸਕਦੇ ਆ ਕਿ ਮੈਂ ਇੰਨੀ ਕੁ ਦੀ ਪਰਚੇਜ਼ ਕਰ ਰਿਹਾ, ਤੁਸੀਂ ਮੈਨੂੰ ਦੱਸੋ ਇਹਦਾ ਕਿੰਨਾ ਮੈਨੂੰ ਪ੍ਰੋਪਰਟੀ ਟਰਾਂਸਫਰ ਟੈਕਸ ਪਊਗਾ। ਸੋ ਉਹਦੀ ਲਾਈਨ 475 ਤੁਸੀਂ ਕਿਹਾ? 475 ਜਿਹੜਾ ਹੈਗਾ, ਜੇ ਬ੍ਰਾਂਡ ਨਿਊ ਲੈ ਰਹੇ ਆ ਤਾਂ 750 ਜਿਹੜਾ ਪਰਚੇਸ ਬ੍ਰਾਂਡ ਨਿਊ ਦੇ ਉੱਤੇ, ਤਾਂ ਉੱਥੇ ਫਿਰ ਉਹ ਸੇਵ ਕਰਦੇ, ਓਬਵੀਅਸਲੀ GST ਤਾਂ ਉਹਨਾਂ ਨੂੰ ਦੇਣੀ ਪੈਣੀ ਹੈ, ਪਰ ਫਿਰ ਉਹ ਪ੍ਰੋਪਰਟੀ ਟਰਾਂਸਫਰ ਟੈਕਸ ਸੇਵ ਕਰ ਲੂਗੇ ਬਿਕਾਜ਼ ਆਫ ਫਰਸਟ ਟਾਈਮ ਹੋਮ ਬਾਇਰਸ ਆ। ਓਕੇ ਨਾਓ ਫਰਸਟ ਟਾਈਮ ਹੋਮ ਬਾਇਰਸ ਦੇ ਵਿੱਚ ਇਹ ਹੈਗਾ ਕਿ ਇੱਕ ਤਾਂ ਜਿਹੜੇ ਬਿਲਕੁਲ ਹੀ ਬ੍ਰਾਂਡ ਨਿਊ ਬਾਇਰਸ ਆ, ਜਾਂ ਕੋਈ ਇੱਕ ਪਰਸਨ ਆ ਜਿਹਨੂੰ ਪਿਛਲੇ 4 ਸਾਲ ਤੋਂ ਉਹਦੇ ਕੋਲ ਕੋਈ ਪ੍ਰਾਪਰਟੀ ਨਹੀਂ ਸੀਗੀ, ਉਹ ਵੀ ਫਰਸਟ ਟਾਈਮ ਹੋਮ ਬਾਇਰਸ ਕੰਸੀਡਰ ਹੋ ਜਾਂਦੇ ਆ। ਓਕੇ ਉਹ 4 years ਆ, ਉਹਦੇ 'ਚ ਅਗੈਨ ਡੇਟਸ ਹੈਗੀਆਂ, ਉਹਦੇ 'ਤੇ ਮੈਂ ਹੁਣ ਇੱਥੇ ਬੜਾ ਓਵਰ ਨਹੀਂ ਜਾਣਾ, ਪਰ ਉਹਦੇ 'ਚ ਵੀ ਡੇਟਸ ਆਉਂਦੀਆਂ ਕਿ ਜੇ ਇਸ ਸਾਲ ਤੋਂ ਇਸ ਸਾਲ ਤੱਕ ਤੁਸੀਂ ਕੋਈ ਓਨਰ ਨਹੀਂ ਸੀ, ਤੁਸੀਂ ਪ੍ਰੀਵੀਅਸ ਘਰ ਵੇਚ ਦਿੱਤਾ ਸੀ, ਉਸ ਤੋਂ ਬਾਅਦ ਤੁਸੀਂ ਚਾਹੇ ਫੈਮਿਲੀ ਨਾਲ ਰਹਿੰਦੇ ਪਏ ਸੀ ਜਾਂ ਆਪਣੀ ਰੈਂਟਲ ਪ੍ਰੋਪਰਟੀ 'ਚ ਰਹਿੰਦੇ ਸੀ, ਉਹ ਫਿਰ ਤੁਸੀਂ ਦੁਬਾਰਾ ਆਪਣਾ ਜਿਹੜਾ ਫਰਸਟ ਟਾਈਮ ਹੋਮ ਬਾਇਰ ਜਿਹੜਾ ਗੇਨ ਕਰ ਲੈਂਦੇ ਆ, ਪਰ ਉਹਦੇ 'ਚ ਫਿਰ ਤੁਹਾਨੂੰ ਪ੍ਰੋਪਰਟੀ ਟਰਾਂਸਫਰ ਟੈਕਸ ਨਹੀਂ ਬਚਦਾ। ਸੋ ਉਹ ਵਾਂਸ ਇਨ ਅ ਲਾਈਫ ਟਾਈਮ ਹੀ ਆ ਜਿਹੜਾ ਤੁਸੀਂ ਪ੍ਰੋਪਰਟੀ ਟਰਾਂਸਫਰ ਟੈਕਸ ਬਚਾਉਂਦੇ ਆ। ਜਿਹੜੀਆਂ ਇਹ ਦੋ ਕੈਟਾਗਰੀਜ਼ ਦੇ ਵਿੱਚ ਦੁਬਾਰਾ ਫਰਸਟ ਟਾਈਮ ਹੋਮ ਬਾਇਰ ਨਾਲ ਸਿਰਫ ਇੱਕ ਚੀਜ਼ ਤੁਹਾਡੀ ਅਲਾਈਵ ਹੋ ਜਾਂਦੀ ਆ, ਉਹ ਹੈਗੀ ਆ RRSP ਪਲਾਨ। ਸੋ ਜਿਹੜੀ ਵੀ RRSP ਤੁਸੀਂ ਸੇਵ ਕਰ ਰਹੇ ਹੋ ਟੈਕਸ ਪਰਪਸਿਸ ਵਾਸਤੇ, ਹਾਲ ਦੀ ਘੜੀ ਫਰਸਟ ਟਾਈਮ ਹੋਮ ਬਾਇਰ ਜਿਹੜੇ ਆ ਪਿੱਛੇ ਜੇ ਗਵਰਨਮੈਂਟ ਨੇ ਇਨਕਰੀਜ਼ ਕਰਤੀ ਆ, ਉਹ ਅਪ ਟੂ $35,000 ਜਿਹੜਾ ਆ। ਇਹ ਦੁਬਾਰਾ ਇੱਕ ਕੁਐਸਚਨ ਪੁੱਛਦਾ ਕਿ ਇਹਦਾ ਕਲਿੱਪ ਪੂਰਾ ਬਣ ਜਾਣਾ RRSP ਤੇ, ਰਾਈਟ? ਸੋ ਭਾਜੀ ਜਿਹੜੀ RRSP ਹੈ ਫਰਸਟ ਟਾਈਮ ਹੋਮ ਬਾਇਰਸ, ਉਹ ਕਿਸ ਤਰ੍ਹਾਂ ਯੂਜ਼ ਕਰ ਸਕਦੇ ਨੇ, ਉਹਦੀ ਲਿਮਿਟ ਕੀ ਹੈ ਐਂਡ ਉਹ ਕਿਸ ਤਰ੍ਹਾਂ ਕੰਮ ਕਰਦੀ ਹੈ RRSP ਫॉर ਫਰਸਟ ਟਾਈਮ ਹੋਮ ਬਾਇਰਸ? ਸੋ RRSP ਜਿਹੜੀ ਫਰਸਟ ਟਾਈਮ ਹੋਮ ਬਾਇਰ ਵਾਸਤੇ ਆ, ਵੈਸੇ ਤਾਂ ਜਿਹੜੀ RRSP ਆਪਾਂ ਪਲਾਨ ਲੈਂਦੇ ਆਮ ਹੀ ਬੈਂਕ ਦੇ ਵਿੱਚ ਹੁੰਦਾ ਕਿ ਤੁਸੀਂ ਰਿਟਾਇਰਮੈਂਟ ਸਰਵਿਸ ਪਲਾਨ ਆ ਜਿਹੜਾ ਤੁਹਾਡਾ, ਇਹ ਕਿਉਂਕਿ ਤੁਸੀਂ ਫਿਊਚਰ ਦੇ ਵਿੱਚ ਤੁਹਾਡੀ ਇਨਕਮ ਜਿਹੜੀ ਹੁਣ ਜ਼ਿਆਦਾ ਹਾਈ ਆ, ਤੁਸੀਂ ਉਹਨੂੰ ਹੁਣ ਇੱਥੇ ਸੇਵ ਕਰੋ, ਗਵਰਨਮੈਂਟ ਤੋਂ ਟੈਕਸ ਦੀ ਸੇਵਿੰਗ ਕਰ ਲਓ ਬਿਕਾਜ਼ ਤੁਸੀਂ ਇਨਵੈਸਟ ਕਰਤਾ ਹੈ ਪੈਸਾ, ਐਂਡ ਇਵੈਂਚੁਅਲੀ ਫਿਊਚਰ 'ਚ ਜੋ ਤੁਸੀਂ 60-70 ਦੇ ਹੋਣਾ ਉਦੋਂ ਤੁਹਾਡੀ ਇਨਕਮ ਲੋ ਹੋ ਜਾਣੀ, ਉਦੋਂ ਤੁਸੀਂ ਇਹਨੂੰ ਵਿਡਰਾ ਕਰ ਲਓ ਔਰ ਉਦੋਂ ਇੱਥੇ ਟੈਕਸ ਦੇ ਦਿਓ। ਸੋ ਇੱਕ ਕਾਈਂਡ ਆਫ ਇਹ ਪ੍ਰੋਗਰਾਮ ਗਵਰਨਮੈਂਟ ਵੱਲੋਂ ਪਲਾਨ, ਸੋ ਬੇਸਿਕਲੀ ਇੱਕ ਟੈਕਸ ਡੈਫਰਲ ਜਿਹਾ ਹੈਗਾ, ਤੁਸੀਂ ਹੁਣ ਨਹੀਂ ਪੇ ਕਰਦੇ, ਬਾਅਦ 'ਚ ਪੇ ਕਰੋਗੇ, ਕਿਉਂਕਿ ਹੁਣ ਆਪਣੀ ਇਨਕਮ ਹਾਈ ਆ, ਇਵੈਂਚੁਅਲੀ ਜਦੋਂ ਤੁਸੀਂ ਰਿਟਾਇਰਮੈਂਟ ਲੱਗੇ ਚਲੇ ਗਏ ਉਦੋਂ ਇਨਕਮ ਲੋ ਹੋ ਜਾਣੀ, ਉਦੋਂ ਜਦੋਂ ਇਸ ਇਨਕਮ ਨੂੰ ਦੁਬਾਰਾ ਲੈ ਕੇ ਆਓਗੇ ਪਲੱਸ ਇਨਵੈਸਟਡ ਹੈ ਤੇ ਤੁਹਾਨੂੰ ਇੰਟਰਸਟ ਵੀ ਮਿਲੂਗਾ, ਮਾਰਕੀਟ 'ਚ ਇਨਵੈਸਟਡ ਆ, ਸੋ ਉਦੋਂ ਤੁਹਾਡੀ ਇਨਕਮ ਪਰਸਨਲ ਲੋ ਹੋਣੀ ਹੈ, ਫਿਰ ਇੰਨਾ ਕੋਈ ਜ਼ਿਆਦਾ ਤੁਹਾਨੂੰ ਟੈਕਸ ਨਹੀਂ ਕਰਨਾ। ਸੋ ਹੁਣ ਫਰਸਟ ਟਾਈਮ ਹੋਮ ਬਾਇਰ ਨੂੰ ਕਿੱਦਾਂ ਯੂਜ਼ ਕਰ ਸਕਦੇ ਡਾਊਨ ਪੇਮੈਂਟਸ ਤੇ ਜੇ ਯੂਜ਼ ਲਈ ਹੋਵੇ ਤਾਂ? ਸੋ ਫਰਸਟ ਟਾਈਮ ਹੋਮ ਬਾਇਰ ਵਾਸਤੇ ਹੀ ਇੱਕ ਨੈਕਸਟ ਪ੍ਰੋਵੀਜ਼ਨ, ਇੱਕ ਤਾਂ ਹੋ ਗਿਆ ਪ੍ਰੋਪਰਟੀ ਟਰਾਂਸਫਰ ਟੈਕਸ ਐਂਡ ਦੂਸਰਾ ਹੈਗਾ RRSP। ਸੋ ਪਹਿਲਾਂ 25,000 ਲਿਮਿਟ ਸੀ ਪਰ ਪਰਸਨ, ਹੁਣ ਉਹਨੂੰ ਵਧਾ ਕੇ 35,000 ਕਰ ਦਿੱਤਾ ਗਵਰਨਮੈਂਟ ਨੇ। ਸੋ ਤੁਸੀਂ ਜੇ ਸੇਵਿੰਗ ਡਜ਼ਨਟ ਮੈਟਰ ਤੁਹਾਡੇ ਕੋਲ 20,000 ਹੀ ਸੇਵ ਹੋਇਆ, ਦੈਟਸ ਅ ਡਿਫਰੈਂਟ ਸਟੋਰੀ, ਬਟ ਤੁਸੀਂ ਅਪ ਟੂ 35% ਔਰ ਈਵਨ 60-70 ਉਹ ਤੋਂ ਬਾਅਦ ਦੀ ਗੱਲ ਆ ਸੇਵ ਕੀਤਾ ਹੋਇਆ,
ਪਰ 35000 ਤੱਕ ਤੁਸੀਂ ਉਹਦੇ ਚੋਂ ਆਪਣੇ ਘਰ ਦੀ ਡਾਊਨ ਪੇਮੈਂਟ ਦੇ ਅਗੇਂਸਟ ਯੂਜ਼ ਕਰ ਸਕਦੇ ਆ। ਸੋ 35000 ਮੈਕਸਿਮਮ ਹੈਗਾ ਇਹ ਪਰ ਪਰਸਨ। ਅਕਾਊਂਟ RSP ਚਾਹੇ ਤੁਹਾਡੇ 70000 ਰੁਪਇਆ ਇੱਕ ਬੰਦੇ ਦੇ, ਪਰ ਉਹ 35000 ਹੀ ਯੂਜ਼ ਕਰ ਸਕਦਾ ਹੈ। ਯੂਜ਼ ਕਰ ਸਕਦੇ, ਯੂਜ਼ ਤੁਸੀਂ 70 ਦਾ 70 ਕਰ ਸਕਦੇ ਆ, ਬਟ ਜਿਹੜਾ 35 ਤੋਂ ਫਿਰ ਅਬਵ ਵਾਲਾ ਉਹਦੇ ਤੇ ਤੁਹਾਨੂੰ ਹੁਣ ਦੀ ਟੈਕਸ ਬ੍ਰੈਕਟ ਲੱਗੂਗੀ, ਟੈਕਸ ਪੇ ਕਰਨਾ ਪਊਗਾ। ਠੀਕ ਆ, ਪਰ ਅਪ ਟੂ 35000 ਇਹ ਆ ਕਿ ਤੁਹਾਨੂੰ ਟੈਕਸ ਨਹੀਂ ਪਾਊਗਾ ਔਰ ਗਵਰਨਮੈਂਟ ਉਹਨੂੰ ਫਿਰ ਅਗਲੇ ਤੁਹਾਨੂੰ 15 ਇਅਰਸ ਦਿੰਦੀ ਹੈ ਟੂ ਪੇ ਇਟ ਬੈਕ। ਓਕੇ, ਜੇ ਚੋਂ ਪਹਿਲੇ 2 ਸਾਲ ਤੁਹਾਡੀਆਂ ਪੇਮੈਂਟਸ ਨਹੀਂ ਕੁਝ ਵੀ ਹੁੰਦੀਆਂ, ਪਰ ਉਸ ਤੋਂ ਅਗਲੇ ਤੀਜੇ ਚੌਥੇ ਸਾਲ ਤੋਂ ਫਿਰ ਉਹ ਤੁਹਾਡੀ ਇੱਕ ਹਰ ਵਾਰੀ ਤੁਹਾਡੇ ਨੋਟਿਸ ਆਫ ਅਸੈਸਮੈਂਟ ਦੇ ਪਿੱਛੇ ਜਦੋਂ ਤੁਸੀਂ ਟੈਕਸ ਫਾਈਲ ਕਰਦੇ ਨੇ ਨੋਟਿਸ ਆਫ ਅਸੈਸਮੈਂਟ ਆਉਂਦਾ, ਉਹਦੇ ਪਿੱਛੇ ਬ੍ਰੈਕਟ ਬਣੀ ਆ ਜਾਂਦੀ ਹੈ ਕਿ ਆ ਤੁਸੀਂ ਫਰਸਟ ਟਾਈਮ ਹੋਮ ਬਾਇਰ ਲਈ ਉਦੋਂ ਲਿਆ ਸੀ, ਯੂਜ਼ ਕੀਤਾ ਸੀ, ਹੁਣ ਇਹਨੂੰ ਇੰਨੀ ਤੁਹਾਡੀ ਹਰ ਸਾਲ ਦੀ ਇੱਕ ਪੇਮੈਂਟ ਬਣ ਗਈ ਹੈ। ਓਕੇ, ਬਟ ਉਹਦੇ 'ਚ ਇਹ ਨਹੀਂ ਹੈਗਾ ਕਿ ਜੇ ਤੁਸੀਂ ਨਹੀਂ ਪੇ ਕਰਦੇ ਉਹ ਤੁਹਾਨੂੰ ਅਕਾਊਂਟੈਂਟ ਨੂੰ ਦੱਸਣਾ ਪੈਣਾ ਕਿ ਇਸ ਸਾਲ ਮੈਂ ਉਹ ਦੁਬਾਰਾ ਤੁਸੀਂ ਇੱਕ ਤਰ੍ਹਾਂ ਕੰਟਰੀਬਿਊਟ ਕਰਦੇ ਆ RSP ਦੇ ਵਿੱਚ ਹਰ ਸਾਲ, ਠੀਕ ਆ। ਹੁਣ ਤੁਸੀਂ ਰੈਗੂਲਰਲੀ 2000 5000 ਆਪਣੀ RSP 'ਚ ਪਾਤਾ, ਉਹ ਤੁਹਾਨੂੰ ਆਪਣੇ ਅਕਾਊਂਟੈਂਟ ਨੂੰ ਦੱਸਣਾ ਪੈਂਦਾ ਕਿ ਇਸ ਵਾਰੀ ਮੈਨੂੰ ਇਹਦਾ ਟੈਕਸ ਕ੍ਰੈਡਿਟ ਨਾ ਲੈ ਕੇ ਦਿਓ, ਬਿਕਾਜ਼ ਮੈਂ ਉਹ ਮੇਰਾ ਦੇਖੋ ਤੁਸੀਂ ਨੋਟਿਸ ਆਫ ਅਸੈਸਮੈਂਟ ਮੈਂ ਕੁਛ ਪੇ ਬੈਕ ਵੀ ਕਰਨਾ ਸੀ ਜਿਹੜਾ ਮੈਂ ਓਰੀਜਨਲ ਪਿਕ ਕੀਤਾ ਸੀ। ਓਕੇ, ਸੋ ਤੁਸੀਂ ਉਹ ਪੇ ਬੈਕ ਕਰਦੇ ਆ, ਬਟ ਜੇ ਇਨ ਕੇਸ ਤੁਸੀਂ ਨਹੀਂ ਪੇ ਬੈਕ ਕਰਦੇ ਦੈਟਸ ਓਕੇ, ਉਹ 'ਚ ਕੋਈ ਪੈਨਲਟੀ ਨਹੀਂ ਹੈਗੀ, ਕੁਛ ਨਹੀਂ ਹੈਗਾ, ਉਹ ਜਸਟ ਤੁਹਾਡੀ ਸਟ੍ਰੇਟ ਉਸ ਸਾਲ ਦੀ ਇਨਕਮ ਬਣ ਜਾਣੀ ਹੈ ਔਰ ਫਿਰ ਤੁਹਾਨੂੰ ਉੱਤੇ ਇਨਕਮ ਟੈਕਸ ਪੈ ਜਾਣਾ। ਸੋ 35 ਪਰ ਪਰਸਨ ਹੁਣ ਜੇ ਲੈਟਸ ਸੇ ਦੇਅਰ ਇਜ਼ ਅ ਕਪਲ ਹਸਬੈਂਡ ਵਾਈਫ ਹੈਗੇ ਨੇ, ਸੋ 35 ਹਸਬੈਂਡ 35 ਫॉर ਵਾਈਫ ਜਿਹੜੇ ਮੈਕਸਿਮਮ ਯੂਜ਼ ਕਰ ਸਕਦੇ, ਸੋ ਕੰਬਾਈਨਡ 70000 ਹੋ ਗਿਆ ਜਿਹੜਾ ਕਿ ਟੁਵਰਡਸ ਦ ਡਾਊਨ ਪੇਮੈਂਟ ਟੈਕਸ ਫ੍ਰੀ use it for that time, and but they have to return it ਜੇ ਨਹੀਂ ਰਿਟਰਨ ਕਰਦੇ ਕਿਉਂਕਿ ਹੁਣ ਉਹਨਾਂ ਨੇ ਉਹਦੇ ਤੇ ਉਸ ਫੋਲੋਇੰਗ ਈਅਰ ਦੇ ਵਿੱਚ ਟੈਕਸ ਕ੍ਰੈਡਿਟ ਵੀ ਲੈ ਲਿਆ ਬਿਕਾਜ਼ ਉਹਨਾਂ ਦਾ 35000 ਉੱਥੇ ਯੂਜ਼ ਕੀਤਾ, ਉਹਨਾਂ ਨੇ ਸੇਵ ਕੀਤਾ ਸੀ RSP 'ਚ, ਔਰ ਜਦੋਂ ਉਹਨਾਂ ਨੇ ਵਿਡਰਾਅ ਕੀਤਾ ਐਜ਼ ਅ ਫਰਸਟ ਟਾਈਮ ਹੋਮ ਬਾਇਰ ਉਹ ਬੈਂਕ ਪ੍ਰੋਪਰ ਉਹਦਾ ਡਾਕੂਮੈਂਟੇਸ਼ਨ ਸਾਰਾ ਸਬਮਿਸ਼ਨ ਕਰਾਉਂਦੀ ਆ ਕਿ ਕਿਹੜੀ ਪ੍ਰੋਪਰਟੀ ਸੀ ਕਦੋਂ ਲਈ ਆ, ਬਟ ਹੁਣ ਉਹਨਾਂ ਨੇ ਯੂਜ਼ ਕੀਤਾ ਸੀ ਉਦੋਂ ਤਾਂ ਉਹਨਾਂ ਨੂੰ ਕੋਈ ਟੈਕਸ ਨਹੀਂ ਪਿਆ ਬਿਕਾਜ਼ ਉਹਨਾਂ ਨੂੰ ਇੱਕ ਬੈਨੀਫਿਟ ਮਿਲਿਆ। ਸੋ ਇਫ ਦੇ ਆਰ ਨਾਟ ਰਿਟਰਨਿੰਗ ਇਟ ਬੈਕ ਫਿਰ ਉਹਨਾਂ ਨੂੰ ਉਹ ਸਪਲਿਟ ਕਹਿ ਲਓ ਕਿ ਇੱਕ ਤਾਂ ਤੁਹਾਨੂੰ 15 ਸਾਲ ਮਿਲ ਗਿਆ ਉਸ ਪੈਸੇ ਨੂੰ ਵਾਪਸ ਕਰਨ ਦੇ ਲਈ, ਤੁਹਾਡਾ ਹੀ ਪੈਸਾ ਉਹਦੇ ਤੇ ਤੁਸੀਂ ਟੈਕਸ ਕ੍ਰੈਡਿਟ ਵੀ ਲੈ ਲਿਆ ਔਰ ਉਹਨੂੰ ਬੈਕ ਵੀ ਰਿਟਰਨ ਕਰਤਾ, ਔਰ ਇਨ ਕੇਸ ਤੁਸੀਂ ਨਹੀਂ ਰਿਟਰਨ ਕਰ ਰਹੇ ਤਾਂ ਤੁਹਾਨੂੰ 15 ਸਾਲਾਂ 'ਚ ਤੁਸੀਂ ਉੱਤੇ ਟੈਕਸ ਦਿੱਤਾ ਇੰਸਟੈਡ ਆਫ ਇੱਕੋ ਵਾਰੀ ਦੇਣ ਨਾਲੋਂ। ਸੋ ਬੈਨੀਫਿਟ ਹੀ ਹੈ, ਬੈਨੀਫਿਟ ਆ, ਪਰ ਇਹਦੇ 'ਚ ਇੱਕ ਕੈਚ ਹੈਗਾ ਕਿ ਜਿਹੜਾ ਇਹ 30 ਜਾਂ 20 ਜਾਂ 40 ਜਿੰਨਾ ਵੀ ਤੁਸੀਂ ਸੇਵ ਕੀਤਾ ਹੈ, ਜਦੋਂ 35000 ਯੂਜ਼ ਕਰਨਾ ਆ ਉਹ 90 ਡੇਜ਼ ਪੁਰਾਣਾ ਹੋਣਾ ਚਾਹੀਦਾ ਹੈ। ਓਕੇ, that's where you can use it against first time buyer. So minimum ਉਹ 35000 ਜਿਹੜਾ ਵੀ ਤੁਸੀਂ ਯੂਜ਼ ਕਰਨਾ ਹੈ ਉਹ 90 days at least ਉਸ RSP ਅਕਾਊਂਟ ਦੇ ਵਿੱਚ ਪਹਿਲਾਂ ਪਿਆ ਹੋਣਾ ਚਾਹੀਦਾ and then you are able to pull it out. Then you will be able to pull it out ਕਿਉਂਕਿ ਉਹਦੇ 'ਚ ਇਹ ਹੋ ਜਾਂਦਾ ਕਿ ਇਹ ਨਹੀਂ ਕਿ ਤੁਸੀਂ ਅੱਜ ਹੀ ਜਮ੍ਹਾਂ ਕਰਾਤੇ ਔਰ ਤੁਸੀਂ ਅਪਰੂਵਲ ਹੋ ਗਈ ਸਾਰਾ ਕੁਝ ਹੋ ਗਿਆ, now you're saying ਕਿ ਮੈਂ ਪੈਸੇ ਕਢਾਉਣੇ ਆ, ਉਹ ਕਢਾ ਤਾਂ ਸਕਦੇ ਆ, ਪਰ ਜੇ ਉਹ 90 ਡੇਜ਼ ਪੁਰਾਣੇ ਨਹੀਂ ਹੈਗੇ ਜਦੋਂ ਬੈਂਕ ਨੇ ਵਿਡਰਾਅ ਕਰਨੇ ਆ ਦੈਨ ਉਹਨਾਂ ਤੁਹਾਨੂੰ ਟੈਕਸ ਚਾਰਜ ਕਰ ਲੈਣਾ ਉਹਦੇ ਤੇ ਕਿ ਪੁਰਾਣੇ ਨਹੀਂ ਸੀ 90 ਡੇਜ਼। ਸੋ ਉਹ ਚੀਜ਼ ਉਹਦੇ 'ਚ ਧਿਆਨ ਰੱਖਣ ਵਾਲੀ ਜ਼ਰੂਰ ਆ। ਬਾਕੀ ਇਹਦੇ 'ਚ I'm not that much expert because ਇਹ ਪਲਾਨ ਜਿਹੜਾ ਹੈਗਾ ਮਿਊਚੁਅਲ ਫੰਡ ਐਡਵਾਈਜ਼ਰਸ ਜਾਂ ਬੈਂਕ ਦੇ ਐਡਵਾਈਜ਼ਰਸ ਜਾਂ ਸੋ ਉੱਥੇ ਤੁਸੀਂ ਆਪਣੇ ਬੈਂਕ ਨਾਲ ਜਾ ਕੇ ਵੀ ਜਿਹੜੇ ਕਲਾਇੰਟਸ ਜ਼ਰੂਰ ਸਲਾਹ ਕਰੋ। ਬਿਲਕੁਲ, ਜੇ ਤੁਹਾਡਾ ਪਲਾਨ ਹਾਲੇ ਹੁਣ ਤੋਂ 3-4 ਮਹੀਨੇ ਬਾਅਦ ਕਰ ਲੈਣ ਦਾ ਐਟਲੀਸਟ ਤੁਸੀਂ ਉਸ ਬੈਨੀਫਿਟ ਨੂੰ ਇੱਕ ਤਾਂ ਇਨਕਮ ਟੈਕਸ ਵੀ ਯੂਜ਼ ਕਰ ਲਿਆ ਐਬਸੋਲੂਟਲੀ ਐਂਡ ਦੈਨ ਤੁਸੀਂ ਹੁਣ ਰਿਟਰਨ ਵੀ ਕਰ ਸਕਦੇ 15 ਸਾਲਾਂ ਦੇ ਵਿੱਚ, ਔਰ ਤੁਸੀਂ 15 ਸਾਲਾਂ 'ਚ ਉਹਨੂੰ ਟੈਕਸ ਬੈਕ ਵਾਂਗੂ ਵੀ ਕਰ ਸਕਦੇ ਹੋ ਕਿ ਤੁਹਾਨੂੰ ਦੁਬਾਰਾ ਸੇਵ ਕਰਨ ਦੀ ਲੋੜ ਨਹੀਂ ਬੈਕ ਕਿ ਤੁਸੀਂ ਯੂਜ਼ ਕਰ ਲਿਆ ਤਾਂ ਕਰ ਲਿਆ, ਦੈਟਸ ਓਕੇ। ਯਾ ਸੋ ਡੈਫੀਨਿਟਲੀ ਡਿਟੇਲ ਦੇ ਲਈ ਆਪਣੇ ਬੈਂਕ ਵਾਲੇ ਨਾਲ ਜਾਂ ਆਪਣੇ ਅਕਾਊਂਟੈਂਟ ਦੇ ਨਾਲ ਕਿਸੇ ਜਿਹਦੀ ਲਾਈਨ ਹੈਗੀ ਉਹਦੇ ਨਾਲ ਜ਼ਰੂਰ ਮੇਕ ਸ਼ੋਰ ਕਰਕੇ ਵੀ ਐਗਜ਼ੈਕਟਲੀ ਕਿੱਦਾਂ ਤੁਸੀਂ ਇਹਦਾ ਮੈਕਸਿਮਮ ਬੈਨੀਫਿਟ ਲੈ ਸਕਦੇ ਹੋ। ਡੂ ਸਪੀਕ ਵਿਦ ਦੈਮ। ਸੋ ਭਾਜੀ ਇਸ ਵੇਲੇ ਕਰੰਟ ਮਾਰਕੀਟ ਜਦੋਂ ਕਿ ਅਸੀਂ ਮਈ 2022 ਦੇ ਵਿੱਚ ਖੜੇ ਹਾਂ ਤੇ ਇਸ ਵੇਲੇ ਜਿਹੜੇ ਕਰੰਟ ਰੇਟ ਨੇ ਅਪਰੋਕਸੀਮੇਟ ਉਹ ਕੀ ਚੱਲ ਰਹੇ ਨੇ, ਜੇ ਆਪਾਂ ਵੈਰੀਏਬਲ ਦੀ ਗੱਲ ਕਰੀਏ ਤੇ ਫਿਕਸ ਦੀ ਗੱਲ ਕਰੀਏ, ਰੇਟ ਕਿੱਥੇ ਖੜੇ ਨੇ ਇਸ ਵੇਲੇ? ਸੋ ਰੇਟਸ ਦੇ ਵਿੱਚ ਜਿੱਦਾਂ ਆਉਂਦਾ ਆਪਾਂ ਨੂੰ ਪਤਾ ਹੈ 2 ਕੈਟਾਗਰੀਜ਼ ਮੇਜਰ ਆਉਂਦੀਆਂ, ਬਾਕੀ ਤਾਂ ਚਲੋ ਅੱਗੇ ਜਿੱਦਾਂ ਆਪਾਂ ਗੱਲ ਕੀਤੀ ਕਿ ਮੋਨੋ ਲੈਂਡਰਸ ਦੇ ਡਿਫਰੈਂਟ ਰੇਟ ਆ, ਬਾਕੀਆਂ ਦੇ ਡਿਫਰੈਂਟ ਆ, ਪਰ ਮੇਜਰ 2 ਕੈਟਾਗਰੀਜ਼ ਹੁੰਦੀਆਂ। ਇੱਕ ਟਰਮ ਆਉਂਦੀ ਹੈ ਵੇਰੀਏਬਲ ਕਲੋਜ਼ਡ, ਓਕੇ, ਇੱਕ ਟਰਮ ਆਉਂਦੀ ਹੈ ਫਿਕਸਡ ਕਲੋਜ਼, ਓਕੇ। ਸੋ ਜਿਹੜਾ ਕਲੋਜ਼ ਟਰਮ ਆ ਉਹ ਟਰਮ ਆ ਕਿ ਇੱਕ ਬੈਂਕ ਨੇ ਤੁਹਾਨੂੰ ਸਲਾਟ ਆਪਣੀ ਜਿਹੜੀ ਦੇ ਦਿੱਤੀ ਕਿ 3 ਈਅਰ ਦਾ ਫਿਕਸ ਆ ਜਾਂ 5 ਈਅਰ ਦਾ ਫਿਕਸ ਆ, ਮੀਨਿੰਗ ਤੁਸੀਂ ਕਮਿਟਮੈਂਟ ਕਰ ਲਈ ਬੈਂਕ ਦੇ ਨਾਲ ਕਿ ਆਮ ਕੀਪਿੰਗ ਦਿਸ ਮੌਰਗੇਜ ਫॉर 3 ਇਅਰਸ, ਉਹਦਾ ਮੈਨੂੰ ਰੇਟ ਦਿਓ। ਆਮ ਕੀਪਿੰਗ ਦਿਸ ਮੌਰਗੇਜ ਵਿਦ ਯੂ ਗਾਇਜ਼ ਫॉर 5 ਈਅਰ, ਉਹਦਾ ਮੈਨੂੰ ਰੇਟ ਦਿਓ ਨਾ। ਉਹਦੇ 'ਚ ਹੁਣ ਰੇਟ ਦੀ 2 ਕੈਟਾਗਰੀਜ਼ ਆ ਗਈਆਂ, ਇੱਕ ਆ ਗਈ ਵੇਰੀਏਬਲ ਰੇਟ, ਇੱਕ ਆ ਗਿਆ ਫਿਕਸ ਰੇਟ। ਸੋ ਆਬਵੀਅਸਲੀ ਫਿਕਸ ਜਿਹੜਾ ਹੈਗਾ ਸਮ ਕੇਸਿਸ 'ਚ ਜਿੱਦਾਂ ਪਿੱਛੇ ਵਾਲੀ ਮਾਰਕੀਟ 'ਚ ਸੀਗਾ ਵੇਰੀਏਬਲ ਤੇ ਫਿਕਸ ਦੋਨੋਂ ਈਵਨ ਆਊਟ ਜਿਹਾ ਚੱਲ ਰਿਹਾ ਸੀ, ਕਦੀ ਬਰਾਬਰ ਆ ਜਾਂਦੇ ਸੀ, ਕਦੀ 0.5% ਦਾ ਫਰਕ ਹੁੰਦਾ ਸੀ। ਅੱਜ ਦੀ ਡੇਟ ਦੇ ਵਿੱਚ ਹਿਊਜ ਡਿਫਰੈਂਸ ਚਲੇ ਗਏ। ਸੋ ਐਜ਼ ਆਫ ਟੂਡੇ ਜਿਹੜਾ ਮੈਂ ਇੱਕ ਰਫ ਜਿਹਾ ਨੰਬਰ ਦਵਾਂ, ਸਟੈਂਡਰਡ ਜਿਹੜੇ ਲੈਂਡਰਸ ਆ ਉਹਨਾਂ ਦਾ 5 ਈਅਰ ਵੇਰੀਏਬਲ ਰੇਟ ਜਿਹੜਾ ਆ
ਵੇਰੀਏਬਲ ਦਾ ਮਤਲਬ ਆਬਵੀਅਸਲੀ ਅੰਡਰਸਟੈਂਡ ਜੇ ਆਪਾਂ ਕਰੀਏ ਕਿ ਉਹ ਵੇਰੀ ਕਰੂਗਾ ਜਿੱਦਾਂ ਗੈਸ ਪ੍ਰਾਈਸਿਸ ਵੇਰੀ ਕਰਦੇ ਆ, ਵਾਧਾ ਘਟਦਾ ਰਹਿੰਦਾ। ਸੋ ਜੇ ਅੱਜ ਕਿਸੇ ਨੂੰ ਅਸੀਂ ਪ੍ਰੀ ਅਪਰੂਵਲ ਕਿਸੇ ਰੇਟ ਤੇ ਦੇ ਰਹੇ ਆ, ਉਹ ਮਹੀਨੇ ਬਾਅਦ ਜਾ ਕੇ ਪ੍ਰਾਪਰਟੀ ਲੈ ਰਿਹਾ, ਉਹਨੂੰ ਉਦਣ ਜਿੱਦਣ ਉਹਦੀ ਕੰਪਲੀਸ਼ਨ ਹੋ ਰਹੀ ਆ ਉਦਣ ਦਾ ਰੇਟ ਮਿਲੂਗਾ। ਔਰ ਨਾਟ ਜਸਟ ਦੈਟ, ਹੋ ਸਕਦਾ ਕੰਪਲੀਸ਼ਨ ਤੋਂ ਅਗਲੇ ਦਿਨ ਜੇ ਰੇਟ ਘਟ ਗਿਆ ਤਾਂ ਉਹਦਾ ਰੇਟ ਵੀ ਘਟੂਗਾ ਬਿਕਾਜ਼ ਆਫ ਫਲਕਚੁਏਟ ਕਰਦਾ ਹੈ। ਸੋ ਹਰ ਮੰਥ ਜਿਹੜੀ ਪੇਮੈਂਟ ਉਹ ਡਿਫਰੈਂਟ ਹੋਏਗੀ ਜੇ ਰੇਟ ਵੱਧਦੇ ਘਟਦੇ ਰਹਿਣਗੇ। ਹੋ ਸਕਦਾ ਅਗਲੇ 4 ਮਹੀਨੇ ਨਾਲ ਰੇਟ ਕੋਈ ਡਿਫਰੈਂਸ ਆਵੇ ਨਾ, ਬੈਂਕ ਆਫ ਕੈਨੇਡਾ ਵੱਲੋਂ ਜਾਂ ਲੈਂਡਰ ਵੱਲੋਂ ਵੀ ਸੇਮ ਹੀ ਰੇਟ ਚੱਲ ਰਿਹਾ ਤਾਂ 4 ਮਹੀਨੇ ਤੁਹਾਡਾ ਸੇਮ ਹੀ ਚੱਲੀ ਜਾਊਗਾ, ਉਹਦੇ ਚੋਂ ਪ੍ਰਿੰਸੀਪਲ ਡਿਡਕਟ ਹੋ ਜਾਊਗਾ। ਪਰ ਜੇ ਰੇਟ ਵੱਧ ਗਿਆ ਘਟ ਗਿਆ ਤਾਂ ਉਦਾਂ ਹੀ ਤੁਹਾਡਾ ਵੀ ਫਲਕਚੁਏਟ ਹੋਣਾ ਹੈ। ਨਾਓ ਦੂਸਰੀ ਸਾਈਡ ਆ ਗਈ ਫਿਕਸ ਰੇਟ ਜੀ। ਸੋ ਫਿਕਸ ਇਟ ਵਰਡ ਆਟੋਮੈਟਿਕਲੀ ਸਾਰਾ ਐਕਸਪਲੇਨ ਕਰ ਰਿਹਾ ਕਿ ਤੁਸੀਂ ਫਿਕਸ ਹੀ ਕਰ ਲਿਆ ਔਰ 5 ਸਾਲ ਲਈ ਉਹਨੂੰ ਤੁਸੀਂ ਕਮਿਟ ਕਰ ਲਿਆ ਬੈਂਕ ਦੇ ਨਾਲ ਜਾਂ 3 ਸਾਲ ਲਈ ਕਮਿਟ ਕਰ ਲਿਆ ਨਾ। ਆਬਵੀਅਸਲੀ ਲੈਂਡਰਸ ਜਿੰਨੀ ਲੌਂਗਰ ਕਮਿਟਮੈਂਟ ਚਾਹ ਤੁਸੀਂ ਉਹਨਾਂ ਹੀ ਉਹਨਾਂ ਨੇ ਤੁਹਾਨੂੰ ਥੋੜਾ ਜਿਹਾ ਡਿਸਕਾਊਂਟ ਜ਼ਿਆਦਾ ਦੇ ਦੇਣਗੇ ਬਿਕਾਜ਼ ਉਹਨਾਂ ਨੂੰ ਪਤਾ ਹੈ ਕਿ ਪਰਸਨ ਸਾਡੇ ਨਾਲ ਲੌਂਗਰ ਟਰਮ ਕਮਿਟ ਕਰ ਰਿਹਾ। ਐਂਡ ਆਫ ਦਾ ਡੇ ਕਸ ਜੋ ਤੁਸੀਂ ਫਿਕਸ ਚੋਂ ਵਾਕਆਊਟ ਕਰਨਾ ਹੈ ਉਹਦੀ ਪੈਨਲਟੀ ਡਿਫਰੈਂਟ ਆ, ਵੇਰੀਏਬਲ ਚੋਂ ਵਾਕਆਊਟ ਕਰਨਾ ਉਹਦੀ ਪੈਨਲਟੀ ਡਿਫਰੈਂਟ ਹੋ ਜਾਂਦੀ ਹੈ। ਸੋ ਨਾਓ ਜੇ ਫਿਕਸ ਕਰ ਲਿਆ, ਫਿਕਸ ਜਿਹੜੇ ਅੱਜ ਦੀ ਡੇਟ 'ਚ ਰੇਟ ਚੱਲ ਰਿਹਾ ਉਹ 4% ਐਂਡ ਅਬਵ ਚੱਲ ਰਿਹਾ 5 years ਰਾਈਟ। ਸੋ ਆਮ ਕਰਕੇ 5 year ਹੀ ਸਸਤਾ ਹੁੰਦਾ ਹੈ ਜਾਂ ਕਈ ਵਾਰੀ ਕੁਛ ਲੈਂਡਰ ਆ ਉਹ 3 year ਨੂੰ ਵੀ ਡਿਸਕਾਊਂਟ ਦੇ ਦਿੰਦੇ ਆ ਕਿ 3 year ਲੈ ਲਓ, ਪਰ ਫਿਰ ਉਹ ਕਲਾਇੰਟ ਦੀ ਪ੍ਰੈਫਰੈਂਸ ਹੋ ਜਾਂਦੀ ਹੈ ਕਿ ਵੀ ਮੈਂ ਅੱਜ 3 year ਲਵਾਂ ਕਿ ਮੈਂ ਵੇਰੀਏਬਲ ਲਵਾਂ। ਇਸ ਵੇਲੇ ਜਿਹੜਾ ਵੇਰੀਏਬਲ ਰੇਟਸ ਹੈਗੇ ਆ ਉਹ 2.7 ਤੋਂ ਲੈ ਕੇ 2.99 ਕੁਛ ਦੇ 3.09 ਵੀ ਹੈਗੇ ਆ 5 years ਦੇ। ਠੀਕ ਹੈ ਜੀ, ਵਰਸਸ 5 year ਫਿਕਸ ਜਿਹੜੇ ਲੈਂਡਰਸ ਦੇ ਆ ਉਹ 4% ਐਂਡ ਅਬਵ ਆ। ਸੋ ਦੇ ਗੋ ਆਲ ਦ ਵੇ 4.39 4.49 ਵੀ ਉਹ ਡਿਪੈਂਡ ਕਰਦਾ ਕਿ ਤੁਸੀਂ ਪ੍ਰਿੰਸੀਪਲ ਰੈਜ਼ੀਡੈਂਸ ਲੈ ਰਹੇ ਆ ਕਿ ਰੈਂਟਲ ਪ੍ਰਾਪਰਟੀ ਲੈ ਰਹੇ ਆ। ਕੁਛ ਲੈਂਡਰਸ ਆ ਉਹ ਸੇਮ ਹੀ ਰੇਟ ਰੱਖਦੇ ਆ, ਕੁਛ ਲੈਂਡਰ ਜਿਹੜੇ ਆ ਜਦੋਂ ਤੁਸੀਂ ਇਨਵੈਸਟਮੈਂਟ ਪ੍ਰਾਪਰਟੀ ਲੈਂਦੇ ਆ ਤਾਂ ਰੇਟ ਥੋੜਾ ਜਿਹਾ ਅਪ ਹੋ ਜਾਂਦਾ ਬਿਕਾਜ਼ ਦੈਟਸ ਯੂਰ ਇਨਵੈਸਟਮੈਂਟ ਪ੍ਰਾਪਰਟੀ। ਭਾਜੀ ਤੁਹਾਡੀ ਜਿਹੜਾ ਕ੍ਰੈਡਿਟ ਸਕੋਰ ਹੈ ਜਾਂ ਕ੍ਰੈਡਿਟ ਰਿਪੋਰਟ ਹੈ ਉਹਦੇ ਨਾਲ ਵੀ ਇੰਟਰਸਟ ਰੇਟ ਦਾ ਫਰਕ ਪੈਂਦਾ, ਕਿੰਨਾ ਫਰਕ ਪੈਂਦਾ? ਅਗੇਨ ਇਟਸ ਅ ਡਿਪੈਂਡ। ਸੋ ਜੇ ਤਾਂ ਤੁਹਾਡਾ 680 ਐਂਡ ਅਬਵ ਸਕੋਰ ਹੀ ਚੱਲ ਰਿਹਾ ਤਾਂ ਫਿਰ ਤਾਂ ਤੁਹਾਨੂੰ pretty much ਸੇਮ ਹੀ ਰੇਟ ਮਿਲਣਗੇ ਅਨਲੈਸ ਤੁਸੀਂ ਆਪਾਂ ਜਿੱਦਾਂ ਗੱਲ ਕੀਤੀ ਸੀ ਕਿ ਮੋਨੋ ਲੈਂਡਰਸ ਨਾਲ ਜਾ ਰਹੇ ਆ, ਉਹ ਫਿਰ ਤੁਹਾਡੀ ਇਨਕਮ ਕਿਉਂਕਿ ਉਹ ਇਨਕਮ 'ਚ ਤੁਹਾਨੂੰ ਛੋਟ ਦੇ ਰਹੇ ਆ, ਸਾਰਾ ਕੁਝ ਦੇਖ ਰਹੇ ਆ, ਸੋ ਉਹਨਾਂ ਦੇ ਰੇਟਸ ਡਿਫਰੈਂਟ ਹੋਣਗੇ। ਬਟ ਜੇ ਹੁਣ ਕਿਸੇ ਦਾ ਕ੍ਰੈਡਿਟ ਬੈਡ ਆ, ਵੀਕ ਹੋ ਗਿਆ, 550 ਰਹਿ ਗਿਆ, 600 ਰਹਿ ਗਿਆ, ਜਿਹੜੇ ਹੁਣ ਇਹ ਲੈਂਡਰ ਸੋਚ ਰਿਹਾ ਕਿ ਨਹੀਂ ਜੀ ਇਹ ਤਾਂ ਤੁਹਾਡਾ ਬਹੁਤ ਬੁਰਾ ਹਾਲ ਹੈ, ਤੁਸੀਂ ਬੈਂਕਰਪਸੀ ਫਾਈਲ ਕੀਤੀ ਹੈ ਜਾਂ ਤੁਸੀਂ ਕ੍ਰੈਡਿਟ ਹੀ ਕੰਸੋਲੀਡੇਟ ਕਰ ਲਿਆ ਸੀ ਨਹੀਂ ਤੁਹਾਡੇ ਨਾਲ ਹੁਣ ਡੀਲ ਕਰਨੀ, ਉਸ ਕੇਸ ਵਿੱਚ ਜਿਹੜੇ ਰੇਟਸ ਹੈਗੇ ਆ ਉਹ ਫਿਰ ਮੋਨੋ ਲੈਂਡਰਸ ਫਿਰ ਸਿਚੁਏਸ਼ਨ ਵਰਸਸ ਸਿਚੁਏਸ਼ਨ ਆਫਰ ਕਰਦੇ ਆ, ਪਰ ਉੱਥੇ ਕਾਫੀ ਵੱਧ ਜਾਂਦੇ ਨੇ। ਬਿਲਕੁਲ, ਬਿਕਾਜ਼ ਅੱਜ ਦੀ ਡੇਟ 'ਚ ਜਿੱਦਾਂ ਹੁਣ ਉਹਨਾਂ ਦੇ ਰੇਟਸ ਹੀ 4.5 ਤੋਂ ਸ਼ੁਰੂ ਹੋ ਰਹੇ ਆ। ਸੋ ਜੇ ਹੁਣ ਪਰਸਨ ਦਾ ਜਿੱਦਾਂ ਉਹਨਾਂ ਨੇ ਬ੍ਰੈਕਟਸ ਰੱਖੀਆਂ ਕਿ ਜੇ ਇਸ ਤੋਂ ਥੱਲੇ ਤੁਹਾਡਾ ਸਕੋਰ ਆ ਤਾਂ ਅਸੀਂ 50 ਪੁਆਇੰਟਸ ਜਿਹੜੇ ਆ ਹੋਰ ਅਪ ਕਰ ਦਾਂਗੇ, ਔਰ ਜੇ ਤੁਹਾਡੀ ਆਹ ਸਿਚੁਏਸ਼ਨ ਬੈਡ ਆ ਤਾਂ 50 ਹੋਰ ਅਬਵ ਹੋ ਜੂਗੇ। ਔਰ ਜੇ ਏਰੀਆ ਵਾਈਜ਼ ਆ ਜਾਂਦਾ ਕੁਛ ਪ੍ਰਾਪਰਟੀ ਵੈਨਕੂਵਰ 'ਚ ਆ ਕੇ ਪ੍ਰਾਪਰਟੀ ਹੋਪ 'ਚ ਆ, ਫਿਰ ਉਹਦੇ ਹਿਸਾਬ ਨਾਲ ਉਹ ਕਹਿੰਦੇ ਕਿ ਨਹੀਂ ਅਸੀਂ ਐਕਸਟਰਾ ਜਿਹੜਾ ਹੈਗਾ ਹੋਰ 50 ਪੁਆਇੰਟਸ ਅਪ ਕਰਾਂਗੇ। ਸੋ ਉਹਦੇ 'ਚ ਫਿਰ ਆ ਕਿ ਉਹ 1 ਸਾਲ ਲਈ ਫਿਰ ਔਖੇ ਸੌਖੇ ਕਲਾਇੰਟ ਨੂੰ ਸਿਚੁਏਸ਼ਨ ਦੇਖਣੀ ਪੈਂਦੀ ਹੈ ਬਿਕਾਜ਼ ਆਬਵੀਅਸਲੀ ਉਹਨਾਂ ਨੇ ਘਰ ਵੀ ਲੈ ਰਿਹਾ, ਕੁਆਲੀਫਾਈ ਵੀ ਹੋ ਰਿਹਾ, ਫਿਰ ਉਹ ਰੇਟ ਡਿਫਰੈਂਸ ਦੀ ਜਿਹੜੀ ਪੇਮੈਂਟ ਆ $200-300 $500 ਦੀ ਫਿਰ ਉਹਨਾਂ ਨੂੰ ਥੋੜ੍ਹਾ ਜਿਹਾ ਕੌੜਾ ਘੁੱਟ ਕਈ ਵਾਰੀ ਭਰਨਾ ਪੈਂਦਾ। ਅਤੇ ਡਾਊਨ ਪੇਮੈਂਟ ਵੀ ਇੰਟਰਸਟ ਰੇਟ 'ਤੇ ਫਰਕ ਪਾਉਂਦੀ ਹੈ? ਜੇਕਰ ਤੁਸੀਂ ਘੱਟ ਡਾਊਨ ਪੇਮੈਂਟ ਹੈ ਜਾਂ ਜ਼ਿਆਦਾ ਡਾਊਨ ਪੇਮੈਂਟ ਹੈ, ਇਹਦੇ ਨਾਲ ਵੀ ਕੋਈ ਫਰਕ ਪੈਂਦਾ? ਨੋ, ਡਾਊਨ ਪੇਮੈਂਟ ਦਾ ਨਹੀਂ। ਡਾਊਨ ਪੇਮੈਂਟ ਤਾਂ ਫਿਰ ਉਹੀ ਹੈਗਾ ਕਿ ਜਦੋਂ ਤਾਂ ਤੁਸੀਂ ਫਿਰ ਸਿਚੁਏਸ਼ਨ ਉਸੇ 'ਚ ਹੀ ਆ ਗਏ ਕਿ ਤੁਹਾਡਾ ਕ੍ਰੈਡਿਟ ਬਿਲਕੁਲ ਵੀਕ ਹੈ ਜਾਂ ਬੈਡ ਚੱਲ ਰਿਹਾ, ਫਿਰ ਤਾਂ 20% ਹੀ ਹੈ। ਓਕੇ, ਡਾਊਨ ਪੇਮੈਂਟ ਦਾ ਇਫੈਕਟ ਉਦੋਂ ਪੈਂਦਾ ਹੈ ਕਿ ਜਾਂ ਤਾਂ ਤੁਹਾਡੀ ਕੁਆਲੀਫਿਕੇਸ਼ਨ ਨਹੀਂ ਉੱਥੋਂ ਤੱਕ ਹੋ ਰਹੀ ਤੇ ਤਾਂ ਤੁਸੀਂ ਡਾਊਨ ਪੇਮੈਂਟ ਵਧਾ ਰਹੇ ਆ, ਤੇ ਜਾਂ ਦੂਸਰੀ ਸਾਈਡ ਹੋ ਸਕਦੀ ਕਿ ਲੈਂਡਰ ਉਸ ਪ੍ਰਾਪਰਟੀ ਦੀ ਥੋੜੀ ਹਾਲਤ ਸਿਚੁਏਸ਼ਨ ਨਹੀਂ ਸਹੀ ਹੈਗੀ ਤੇ ਲੈਂਡਰ ਅਪਰੇਜ਼ਲ ਨੂੰ ਦੇਖ ਕੇ ਕਮੈਂਟ ਬੈਕ ਕਰ ਰਿਹਾ ਕਿ ਨਹੀਂ ਓਰੀਜਨਲੀ ਮੈਂ 20% ਕਿਹਾ ਸੀ ਬਟ ਨਾਓ ਆਮ ਥਿੰਕਿੰਗ ਕਿ 25% ਔਰ 35% ਬਿਕਾਜ਼ ਰੂਫ ਮਾੜੀ ਸੀ ਜਾਂ ਫਲੋਰ ਮਾੜਾ ਸੀ ਜਾਂ ਤੁਹਾਨੂੰ ਰਿਪੇਅਰ ਕਰਨੀ ਪੈਣੀ ਹੈ, ਸੋ ਅਸੀਂ ਇੰਨੇ ਪੈਸੇ ਨਹੀਂ ਇਨਵੈਸਟ ਕਰਨੇ। ਥੈਂਕ ਯੂ ਬਲਜੋਰ ਭਾਜੀ ਆਲ ਦੀ ਇਨਫੋਰਮੇਸ਼ਨ। ਨੰਬਰ ਤੁਹਾਡਾ ਸਕਰੀਨ ਤੇ ਡੈਫੀਨੇਟਲੀ ਹੋਊਗਾ। ਸੋ ਮੋਰਗੇਜ ਦੇ ਲਈ ਕੋਈ ਵੀ ਗੱਲ, ਐਨੀ ਕੁਐਸਚਨਸ ਜਾਂ ਜਿਹੜੀਆਂ ਗੱਲਾਂ ਭਾਜੀ ਨੇ ਦੱਸੀਆਂ ਨੇ, ਜੇ ਕੁਝ ਤੁਹਾਨੂੰ ਕਲੀਅਰ ਨਹੀਂ ਹੋ ਪਾਇਆ ਹੱਲੇ ਵੀ, ਯੂ ਸਟਿਲ ਹੈਵ ਐਨੀ ਕੁਐਸਚਨਸ, you can always give him a call and I'm sure he'll be happy to answer your call. And the screen ਤੇ definitely number ਹੈਗੇ ਨੇ down, give him a call ਤੇ ਮੈਨੂੰ ਵੀ call ਕਰ ਸਕਦੇ ਹੋ ਜੇ ਕੁਛ if you're need any kind of help and yeah, thank you ਭਾਜੀ। Thank you so much ਜੀ। Yeah, thanks।